ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਤੇ ਦਿਲ ਆਪਣਾ ਪੰਜਾਬੀ 'ਚ ਸਾਡਾ ਤੁਹਾਡਾ ਸਾਥ ਰਹੇਗਾ ਇਸ ਤਰੀਕੇ ਨਾਲ ਸਵੇਰ ਦੇ 8 ਵਜੇ ਤੱਕ। ਸਾਡੇ ਨਾਲ ਇਸ ਵੇਲੇ ਰੂਬਲ ਸਾਹਿਬ ਜੀ ਹਾਜ਼ਰ ਨੇ। ਦੇਸੀ ਖਾਓ, ਰੋਗ ਭਜਾਓ ਤੇ ਤੰਦਰੁਸਤੀ ਪਾਓ। ਤੰਦਰੁਸਤੀ ਦਾ ਰਾਜ ਜੜੀ ਬੂਟੀਆਂ ਵਿੱਚ ਛੁਪਿਆ ਪਿਆ। ਜੜੀ ਬੂਟੀਆਂ ਸਾਡੇ ਲਈ ਕਿਵੇਂ ਕਾਰਗਰ ਸਿੱਧ ਹੁੰਦੀਆਂ ਨੇ, ਇਹਦੀ ਗੱਲਬਾਤ ਕਰਾਂਗੇ। ਤੇ ਗੀਤ ਵਿੱਚ ਜਿਹੜੀ ਹਿਚਕੀ ਬਾਰ-ਬਾਰ ਲੱਗਦੀ ਹੈ ਸ਼੍ਰੀ ਦੇਵੀ ਨੂੰ ਖਾਸ ਕਰਕੇ, ਤੇ ਹੋਰ ਵੀ ਕਈ ਲੋਕਾਂ ਨੂੰ ਲੱਗਦੀ ਹੋਵੇਗੀ। ਇਹ ਤਾਂ ਪਿਆਰ ਦੀ ਹਿਚਕੀ ਸੀ, ਤੇ ਕਈ ਵਾਰੀ ਹਿਚਕੀ ਤੁਹਾਡੀ ਜ਼ਿਆਦਾ ਹੀ ਪ੍ਰੋਬਲਮ ਬਣ ਜਾਂਦੀ ਹੈ ਤੇ ਜਾਨ ਵੀ ਤੁਹਾਡੀ ਜਾ ਸਕਦੀ ਹੈ। ਲੇਕਿਨ ਇਹਦਾ ਟ੍ਰੀਟਮੈਂਟ ਰੂਬਲ ਸਾਹਿਬ ਦੇ ਕੋਲ ਡੈਫੀਨੇਟਲੀ ਹੋਵੇਗਾ। ਉਹ ਪੁੱਛਦੇ ਹਾਂ 905 874 3333। ਰੂਬਲ ਸਾਹਿਬ ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿਹੜੇ ਵਿੱਚ ਤੁਹਾਡੇ ਆਪਣੇ ਪ੍ਰੋਗਰਾਮ 'ਚ ਇੰਨੀ ਕੁ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਗੁਰਪਾਲ ਜੀ, ਮੇਰੇ ਵੱਲੋਂ ਤੁਹਾਨੂੰ ਤੇ ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਗੁੱਡ ਮਾਰਨਿੰਗ ਜੀ। ਐਂਡ ਜਿਵੇਂ ਤੁਸੀਂ ਅੱਜ ਗੱਲ ਕੀਤੀ ਹਿਚਕੀ ਤੋਂ, ਹਿਚਕੀ ਜਿਹੜੀ ਹੈਗੀ ਹੈ ਉਹ ਇੱਕ ਬਾਡੀ ਦਾ ਰੀਫਲੈਕਸ ਹੈ। ਰੀਫਲੈਕਸ ਮਤਲਬ ਹੁੰਦਾ ਕਿ ਉਹ ਚੀਜ਼ਾਂ ਜਿਹੜੀਆਂ ਕਿ ਆਟੋਮੈਟਿਕਲੀ ਹੁੰਦੀਆਂ ਸਾਡੇ ਉੱਤੇ, ਸਾਡੀ ਬਾਡੀ ਦੇ ਉੱਤੇ ਉਹਨਾਂ ਦਾ ਇੰਨਾ ਕੰਟਰੋਲ ਨਹੀਂ ਹੁੰਦਾ। ਇਸੇ ਕਰਕੇ ਜਦੋਂ ਕਿਸੇ ਨੂੰ ਹਿਚਕੀ ਸ਼ੁਰੂ ਹੁੰਦੀ ਹੈ ਤੇ ਉਹਨਾਂ ਨੂੰ ਉਹ ਬੰਦ ਨਹੀਂ ਕਰ ਸਕਦੇ, ਨਾ ਉਹ ਕੰਟਰੋਲ ਕਰ ਸਕਦੇ ਆ। ਐਂਡ ਹਿਚਕੀ ਜਿਹੜੀ ਆ ਉਹ ਹਰ ਇੱਕ ਬੰਦੇ ਨੂੰ ਜਾਂ ਜਾਨਵਰ ਨੂੰ, ਹਰ ਇੱਕ ਜੀਵ ਜੰਤੂ ਨੂੰ ਜਿਹੜੀ ਉਹ ਲੱਗਦੀ ਹੈ। ਇੰਟਰਨਲੀ ਜਿਹੜਾ ਹੈਗਾ ਉਹ ਅਜੇ ਤੱਕ ਵੀ ਸਾਇੰਸ ਨੂੰ ਪਤਾ ਨਹੀਂ ਲੱਗਿਆ ਕਿ ਇਹ ਹਿਚਕੀ ਜਿਹੜੀ ਉਹ ਲੱਗਦੀ ਕਿਉਂ ਹੈ। ਰੈਂਡਮਲੀ ਟਾਈਮਸ ਦੇ ਉੱਤੇ ਤੁਸੀਂ ਦੇਖੋ ਕਿ ਤੁਸੀਂ ਸਾਰਾ ਕੁਝ ਠੀਕ ਹੁੰਦਾ ਤੇ ਉਹ ਰੈਂਡਮ ਜਿਹੇ ਸਮੇਂ ਦੇ ਵਿੱਚ ਜਿਹੜੀਆਂ ਹਿਚਕੀਆਂ ਸ਼ੁਰੂ ਹੋ ਜਾਂਦੀਆਂ। ਸੋ ਇਹ ਨਹੀਂ ਪਤਾ ਲੱਗਦਾ ਕਿ ਉਹ ਸ਼ੁਰੂ ਕਿਉਂ ਹੁੰਦੀ ਹੈਗੀ ਆ, ਪਰ ਕਹਿੰਦੇ ਕਿ ਜਦੋਂ ਤੁਹਾਨੂੰ ਲੱਗ ਰਹੀ ਹੈਗੀ ਆ ਤੇ ਉਸ ਟਾਈਮ ਤੁਸੀਂ ਉਹਨੂੰ ਠੀਕ ਕਿੱਦਾਂ ਕਰਨਾ ਹੈਗਾ ਉਹ ਬੜਾ ਈਜ਼ੀ ਆ। ਮੇਰੇ ਕੋਲ ਇੱਕ ਵਾਰੀ ਇੱਕ ਪੇਸ਼ੈਂਟ ਦੇ ਫੋਨ ਆਇਆ, ਕਹਿੰਦੇ ਕਿ ਵੀ ਮੈਂ ਇੱਦਾਂ ਹਿਚਕੀ ਮੈਨੂੰ ਬਹੁਤ ਸਾਲਾਂ ਤੋਂ ਲੱਗਦੀ ਆ, ਲਗਾਤਾਰ ਲੱਗਦੀ ਰਹਿੰਦੀ ਹੈ। ਐਂਡ ਈਵਨ ਫੋਨ ਦੇ ਉੱਤੇ ਮੇਰੇ ਨਾਲ ਜਦੋਂ ਗੱਲ ਵੀ ਕਰ ਰਹੇ ਸੀ ਤੇ ਉਹਨਾਂ ਨੂੰ ਹਿਚਕੀ ਲੱਗੀ ਸੀ ਤੇ ਕਹਿੰਦੇ ਕਿ ਮੈਂ ਇਲਾਜ ਬਹੁਤ ਕਰਾਇਆ ਤੇ ਪੈਸੇ ਵੀ ਮੈਂ ਬੜੇ ਖਰਾਬ ਕੀਤੇ ਆ, ਪਰ ਮੇਰੀ ਹਿਚਕੀ ਨਹੀਂ ਕੋਈ ਠੀਕ ਕਰ ਸਕਿਆ। ਤੇ ਮੈਂ ਸੋਚਿਆ ਵੀ ਤੁਹਾਡੇ ਕੋਲ ਮੈਂ ਗੱਲ ਕਰਦਾ। ਤੇ ਉਹ ਮੈਂ ਫੋਨ ਦੇ ਉੱਤੇ ਉਹਨਾਂ ਨੂੰ ਕਿਹਾ, ਮੈਂ ਕਿਹਾ ਇੱਦਾਂ ਕਰੋ, ਤੁਸੀਂ ਕਾਫੀ ਉਹਨਾਂ ਦੀ ਉਮਰ ਸੀਗੀ, ਮੈਂ ਕਿਹਾ ਤੁਸੀਂ ਇੱਦਾਂ ਕਰੋ ਵੀ ਹਿਚਕੀ ਮੈਨੂੰ ਵੀ ਸੁਣ ਰਹੀ ਸੀ ਉਹਨਾਂ ਦੀ, ਤੇ ਮੈਂ ਕਿਹਾ ਤੁਸੀਂ ਇੱਦਾਂ ਕਰੋ ਕਿ ਜਿੰਨਾ ਚਿਰ ਮੇਰੇ ਨਾਲ ਤੁਸੀਂ ਗੱਲ ਕਰਨੀ ਉਹਨਾਂ ਚਿਰ ਤੁਸੀਂ ਛੱਤ ਵੱਲ ਨੂੰ ਦੇਖਣਾ ਹੈਗਾ, ਉੱਤੇ ਵੱਲ ਨੂੰ ਮੂੰਹ ਕਰਕੇ। ਉਹ ਜਿੱਦਾਂ ਹੀ ਉਹਨਾਂ ਨੇ ਛੱਤ ਵੱਲ ਨੂੰ ਉੱਤੇ ਨੂੰ ਮੂੰਹ ਕੀਤਾ ਤੇ ਉਹ ਰਾਈਟ ਵੇ ਉਹਨਾਂ ਦੀ ਹਿਚਕੀ ਜਿਹੜੀ ਉਹ ਖਤਮ ਹੋ ਗਈ। ਤੇ ਉਹ 2-4 ਮਿੰਟ ਜਿਹੜੀ ਮੇਰੀ ਫੋਨ ਤੇ ਗੱਲ ਕੀਤੀ ਉਸ ਟਾਈਮ ਮੈਂ ਕਹਿਣ ਲੱਗਾ ਸੀ ਬਾਅਦ ਵਿੱਚ ਗੱਲਬਾਤ ਵੀ ਕੀਤੀ ਕਿ ਨਹੀਂ ਹੋਣੀ ਫਿਰ? ਹਾਂਜੀ, ਤੋਂ ਉਸ ਤੋਂ ਬਾਅਦ ਬੰਦ ਕਰਤੀ ਮੌਕੀ। ਹਾਂਜੀ, ਤੋਂ ਉਸ ਤੋਂ ਬਾਅਦ ਜਿਹੜੀ ਆ ਉਹਨਾਂ ਨੇ 2-4 ਮਿੰਟ ਗੱਲ ਕੀਤੀ ਤੇ ਉਹ ਗੱਲ ਦੇ ਦੌਰਾਨ ਮੈਂ ਨੋਟ ਕਰ ਲਿਆ ਕਿ ਹਿਚਕੀ ਬੰਦ ਹੋ ਚੁੱਕੀ ਹੈ। ਉਹਨਾਂ ਨੂੰ ਫਿਰ ਵੀ ਪਤਾ ਨਹੀਂ ਲੱਗਾ ਤੇ ਉਹ ਮੈਂ ਫਿਰ ਮੁੜ ਕੇ ਉਹਨਾਂ ਨੂੰ ਦੱਸਿਆ ਕਿ ਦੇਖੋ ਜੀ, ਜਿੰਨਾ ਚਿਰ ਤੁਸੀਂ ਗੱਲ ਕੀਤੀ ਤੁਹਾਡੀ ਤੇ ਹਿਚਕੀ ਖਤਮ ਹੀ ਹੋ ਗਈ। ਮੈਂ ਕਿਹਾ ਤੁਹਾਨੂੰ ਇੱਥੇ ਆਉਣ ਦੀ ਵੀ ਲੋੜ ਨਹੀਂ ਹੈਗੀ। ਸੋ ਜਦੋਂ ਵੀ ਤੁਸੀਂ ਕਰਨਾ ਇਹਦਾ ਤੇ ਤੁਸੀਂ ਜਿਹੜੀ ਐਕਸਰਸਾਈਜ਼ ਆ, ਜਦੋਂ ਅਸੀਂ ਧੌਣ ਨੂੰ ਉੱਤੇ ਨੂੰ ਖਿੱਚਦੇ ਹਾਂ ਤੇ ਗਲੇ ਵਾਲੇ ਮਸਲ ਜਿਹੜੇ ਆ ਉਹ ਸਟਰੈਚ ਹੁੰਦੇ ਆ। ਸਟਰੈਚ ਹੋਣ ਦੇ ਨਾਲ ਜਿਹੜੀ ਇੱਕ ਬਾਡੀ ਦੀ ਰੀਫਲੈਕਸ ਐਕਟੀਵਿਟੀ ਆ ਉਹ ਖਤਮ ਹੋ ਜਾਂਦੀ ਹੈ। ਤੇ ਲਗਾਤਾਰ ਕਰਨ ਦੇ ਨਾਲ ਜਿਹਨਾਂ ਨੂੰ ਕਿ ਕਰੋਨਿਕ ਹਿਚਕੀ ਦੀ ਪ੍ਰੋਬਲਮ ਹੁੰਦੀ ਹੈਗੀ ਆ ਉਹ ਵੀ ਠੀਕ ਹੋ ਜਾਂਦੀ ਆ। ਬਟ ਕਦੀ ਕਦਾਈ ਜੇ ਤੁਹਾਡੇ ਲੱਗ ਰਹੀ ਹੈ ਹਿਚਕੀ ਤੇ ਉਹ ਸਿੰਪਲ ਗਲੇ ਦੇ ਮਸਲਸ ਨੂੰ ਜਿਹੜੀ ਆ ਤੁਸੀਂ ਸਟਰੈਚ ਕਰਨਾ ਹੁੰਦਾ। ਤੇ ਉਹ ਸਟਰੈਚ ਕਰਨ ਵਾਸਤੇ ਸਭ ਤੋਂ ਬੈਸਟ ਹੁੰਦਾ ਕਿ ਉੱਤੇ ਵੱਲ ਨੂੰ ਦੇਖਣਾ, ਮਤਲਬ ਸਟਰੈਚ ਹੋਣੀ ਚਾਹੀਦੀ ਹੈ ਕਿ ਜਿਹੜਾ ਤੁਹਾਡਾ ਅੱਗਿਓਂ ਗਲਾ ਆ ਉਹਦੇ ਵਿੱਚ ਤੁਹਾਨੂੰ ਸਟਰੈਚ ਮਹਿਸੂਸ ਹੋਣੀ ਚਾਹੀਦੀ ਹੈ, ਕਿ ਖਿਚਾਅ ਮਹਿਸੂਸ ਹੋਣਾ ਚਾਹੀਦਾ, ਇੰਨਾ ਕੁ ਤੁਸੀਂ ਉੱਤੇ ਵੱਲ ਨੂੰ ਦੇਖਣਾ। ਸੋ ਇੰਨਾ ਕੁ ਕਰਨ ਦੇ ਨਾਲ ਜਿਹੜਾ ਹੁੰਦਾ ਉਹ ਯੂਜਲੀ ਹਿਚਕੀ ਜਿਹੜੀ ਆ ਉਹ ਠੀਕ ਹੋ ਜਾਂਦੀ ਹੁੰਦੀ ਹੈ। ਇਹ ਕੋਈ ਬਿਮਾਰੀ ਦੇ ਵਿੱਚ ਨਹੀਂ ਆਉਂਦੀ, ਨਾ ਕੋਈ ਇਹ ਕੋਈ ਡੇਂਜਰਸ ਬਿਮਾਰੀ ਆ, ਨਾ ਇਹ ਕੋਈ ਕੰਟੇਜੀਅਸ ਆ, ਨਾ ਇੱਕ ਤੋਂ ਦੂਜੇ ਵੱਲ ਨੂੰ ਹੋ ਸਕਦੀ ਹੈ। ਸੋ ਇਹ ਬੜਾ ਬਾਡੀ ਦਾ ਇੱਕ ਸਿੰਪਲ ਰੀਫਲੈਕਸ ਹੈ, ਜਸਟ ਲਾਈਕ ਜਿੱਦਾਂ ਆਪਣਾ ਕਈ ਵਾਰੀ ਭਰਵੱਟੇ ਸਾਡੇ ਫਰਕਦੇ ਆ, ਇਸ ਟਾਈਪ ਦੀਆਂ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਸਾਡੀ ਬਾਡੀ ਦੇ ਅੰਦਰ ਜਿਹੜੀਆਂ ਕਿ ਜਿਹਨਾਂ 'ਤੇ ਸਾਡਾ ਕੰਟਰੋਲ ਨਹੀਂ ਕੋਈ ਵੀ ਹੁੰਦਾ। ਤੇ ਜਿਹੜੇ ਭਰਵੱਟਿਆਂ ਦੀ ਤੁਸੀਂ ਗੱਲਬਾਤ ਕੀਤੀ, ਇਹਦੇ ਵਿੱਚ ਤਾਂ ਕਹਿੰਦੇ ਖੱਬੀ ਅੱਖ ਫੜ ਕੇ ਜਾਂ ਸੱਜੀ ਅੱਖ ਫੜ ਕੇ ਕੋਈ ਪ੍ਰਾਹੁਣਾ ਹੋਣਾ ਹੁੰਦਾ ਜਾਂ ਨੁਕਸਾਨ ਹੋਣਾ ਹੁੰਦਾ। ਆਈ ਡੋਂਟ ਡਿਫਰੈਂਟ ਤਰੀਕੇ ਦੇ ਚਲੋ ਲੋਕਾਂ ਦੇ ਵਿਚਾਰ ਨੇ, ਕਿੱਦਾਂ ਦੇ ਲੋਕ ਸੋਚਦੇ ਨੇ। ਇਹਨਾਂ ਦਾ ਵੀ ਕੀ ਇਸ ਤਰੀਕੇ ਨਾਲ ਜਿਹੜਾ ਇਹਦਾ ਟਰੀਟਮੈਂਟ ਤਾਂ ਤੁਸੀਂ ਝਟਪਟ ਦੱਸ ਦਿੱਤਾ ਵੀ ਧੌਣ ਤਾਣ ਨੂੰ ਕਰੋ ਤਾਂ ਬਿਲਕੁਲ ਸਹੀ ਹੋ ਜਾਂਦਾ। ਇਹ ਕਾਈਂਡ ਆਫ ਸਾਡੀ ਇੱਕ ਜਿੱਦਾਂ ਚਿਮਨੀ ਦੇ ਉੱਤੇ ਨਹੀਂ ਢੱਕਣ ਦਿੱਤਾ ਹੁੰਦਾ, ਚਿਮਨੀ ਦੇ ਉੱਤੇ ਢੱਕਣ ਦਿੱਤਾ ਜਾਂ ਮਾੜੀ ਜਿਹੀ ਤੁਹਾਨੂੰ ਖਿੱਚ ਪਾ ਦਿਓ ਤਾਂ ਬਿਲਕੁਲ ਉੱਥੇ ਬਿਲਕੁਲ ਲੋਕ ਲੱਗ ਜਾਂਦਾ, ਮੁੜ ਕੇ ਕੁਛ ਹੁੰਦਾ ਨਹੀਂ, ਫਿਰ ਸਹੀ ਹੋ ਜਾਂਦਾ। ਤੇ ਨਹੀਂ ਤਾਂ ਜਿੱਦਾਂ ਹਿਚਕੀ ਦੀ ਗੱਲਬਾਤ ਕੀਤੀ, ਬਹੁਤ ਸਾਰੇ ਲੋਕ ਜਿਹੜੇ ਹੈਗੇ ਉਹਨਾਂ ਨੂੰ ਅਰਲੀ ਇਨ ਦੀ ਮੋਰਨਿੰਗ ਜਿਹੜੀਆਂ ਛਿੱਕਾਂ ਜਿਹੜੀਆਂ ਨੇ ਉਹ ਲੱਗ ਜਾਂਦੀਆਂ। ਇੱਥੇ ਤਾਂ ਚਲੋ ਝਾੜੂ ਉੱਦਾਂ ਦਾ ਹੈ ਨਹੀਂ ਗਾ, ਇੰਡੀਆ ਜਦੋਂ ਮਿੱਟੀ ਘੱਟਾ ਡਸਟ ਉੱਡਦਾ ਉਹਦੇ ਕਰਕੇ ਵਿਹੜਾ ਸੁੰਬਰਦਿਆਂ ਨੂੰ ਜਾਣ ਕੇ ਇਸ ਤਰੀਕੇ ਨਾਲ ਹੋ ਜਾਣਾ।
ਤੇ ਲੇਕਿਨ ਇੱਥੇ ਵੀ ਕਈ ਲੋਕਾਂ ਨੂੰ ਹੈਗੀ ਆ, ਉਹ ਤਾਂ ਚਲੋ ਸੀਜ਼ਨਲੀ ਐਲਰਜੀ ਅਸੀਂ ਸਮਝ ਸਕਦੇ ਜਾਂ ਕਿੱਦਾਂ, ਤੇ ਉਹਦਾ ਵੀ ਕੀ ਟ੍ਰੀਟਮੈਂਟ, ਉਹਦਾ ਵੀ ਕੋਈ ਇਸੇ ਤਰੀਕੇ ਦਾ ਛਿੱਕਾ ਛੁੱਕਾਂ ਦਾ ਵੀ ਇਲਾਜ, ਜਾਂ ਫਿਰ ਹਿਚਕੀ ਦਾ ਹੀ ਕਲੀ ਦਾ ਇਲਾਜ ਬਿਲਕੁਲ ਸਿੰਪਲ ਜਿਹੜਾ ਤੁਸੀਂ ਦੱਸਿਆ ਇੱਦਾਂ ਜੀ? ਇਹ ਤੇ ਹਿਚਕੀ ਦੇ ਵਾਸਤੇ ਹੀ ਆ। ਬਾਕੀ ਜਦੋਂ ਕਿਸੇ ਨੂੰ ਐਲਰਜੀ ਹੋ ਰਹੀ ਹੈਗੀ ਆ ਤੇ ਉਹ ਐਲਰਜੀ ਦੇ ਵਾਸਤੇ ਜਿਹੜਾ ਆ ਤੁਸੀਂ ਸਰੋਂ ਦਾ ਤੇਲ ਨੱਕ ਦੇ ਅੰਦਰ ਜਿਹੜਾ ਉਹ ਲਗਾ ਕੇ ਸੌਣਾ ਹੁੰਦਾ, ਜਾਂ ਸਵੇਰੇ ਜਿਹਨੂੰ ਸਵੇਰੇ ਹਿਚਕੀਆਂ ਜਿਹੜੀਆਂ ਉਹ ਆ ਰਹੀ ਆ, ਤੇ ਤੁਸੀਂ ਸਵੇਰੇ ਸਵੇਰੇ ਆਪਣੀ ਨੱਕ ਦੇ ਵਿੱਚ ਸਰੋਂ ਦਾ ਤੇਲ ਜਿਹੜਾ ਹੈਗਾ ਆ ਉਂਗਲ ਦੇ ਨਾਲ ਤੁਸੀਂ ਉਹਨੂੰ ਲਾ ਲਓ, ਤੇ ਉਹਦੇ ਨਾਲ ਜਿਹੜੀ ਉਹ ਤੁਹਾਡੀ ਐਲਰਜੀ ਜਿਹੜੀ ਉਹ ਤੁਹਾਡੀ ਠੀਕ ਹੋ ਜਾਏਗੀ। ਉਸ ਤੋਂ ਇਲਾਵਾ ਕੁਝ ਨਸਿਆ ਆਇਲ, ਆਯੁਰਵੈਦਿਕ ਤੇਲ ਵੀ ਹੁੰਦੇ ਆ ਜਿਹੜੇ ਕਿ ਇਸਤੇਮਾਲ ਕੀਤੇ ਜਾ ਸਕਦੇ, ਬਟ ਸ਼ੁਰੂ ਦੇ ਵਿੱਚ ਜਿਹੜਾ ਤੁਸੀਂ ਆਪਣੀ ਸਰੋਂ ਦੇ ਤੇਲ ਨੂੰ ਜਿਹੜਾ ਉਹਨੂੰ ਇਸਤੇਮਾਲ ਕਰਕੇ ਦੇਖੋ। ਬਾਕੀ ਜਿਵੇਂ ਤੁਸੀਂ ਗੱਲ ਕੀਤੀ ਕਿ ਉੱਪਰ ਵੱਟੇ ਫੜਕਣ ਦੀ, ਉਹਦੇ ਵਿੱਚ ਬੇਸਿਕਲੀ ਕੀ ਹੁੰਦਾ ਕਿ ਜਿਹੜੀ ਸਾਡੀ ਆਰਟਰੀਜ਼ ਹੈਗੀਆਂ ਆ ਜਾਂ ਵੇਨਸ ਹੈਗੀ ਜਿਹਨਾਂ ਦੇ ਵਿੱਚ ਖੂਨ ਹੁੰਦਾ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਬਲੋਕੇਜ ਆ ਜਾਂਦੀ ਹੈ। ਉਹ ਬਲੋਕੇਜ ਦੀ ਵਜ੍ਹਾ ਦੇ ਕਰਕੇ ਫਿਰ ਉੱਥੇ ਜਿੱਦਾਂ ਸਾਨੂੰ ਲੱਗਦਾ ਕਿ ਭਰਵੱਟਾ ਜਿਹੜਾ ਉਹ ਫੜਕ ਰਿਹਾ ਹੈਗਾ ਹੈ। ਸੋ ਇੱਦਾਂ ਦੀ ਪ੍ਰੋਬਲਮ ਜਿਹੜੀ ਉਹ ਹੁੰਦੀ ਆ, ਐਂਡ ਉਹ ਬਹੁਤ ਕਾਮਨ ਹੈਗੀ ਆ, ਕਿਸੇ ਵੀ ਅੰਗ ਦੇ ਵਿੱਚ ਹੋ ਸਕਦੀ ਹੈ, ਜ਼ਰੂਰੀ ਨਹੀਂ ਕਿ ਭਰਵੱਟਿਆਂ 'ਚ ਹੀ ਆ, ਉਹ ਤੁਹਾਡੇ ਬਾਂਹ 'ਚ ਹੋ ਸਕਦੀ, ਤੁਹਾਡੇ ਪੈਰਾਂ 'ਚ ਹੋ ਸਕਦੀ ਹੈ, ਕਿਸੇ ਵੀ ਬਾਡੀ ਦੇ ਵਿੱਚ ਜਿਹੜੀ ਆ ਉਹ ਬਲੋਕੇਜ ਹੋ ਸਕਦੀ ਹੈ ਟੈਂਪਰੇਰੀ ਤੌਰ ਦੇ ਉੱਤੇ, ਤੇ ਉਹਦੇ ਨਾਲ ਸਾਨੂੰ ਇੱਦਾਂ ਦਾ ਆਭਾਸ ਜਿਹੜਾ ਉਹ ਹੁੰਦਾ ਹੈ। ਬਾਕੀ ਉਹ ਤੋਂ ਅੱਗੇ ਜਿੱਦਾਂ ਕਈ ਲੋਕਾਂ ਨੇ ਕਈ ਤਰੀਕੇ ਦੀਆਂ ਗੱਲਾਂ ਬਣਾਤੀਆਂ, ਚਲੋ ਉਸ ਚੱਕਰ 'ਚ ਆਪਾਂ ਨਹੀਂ ਪੈਂਦੇ, ਪਰ ਇਹਦਾ ਜਿਹੜਾ ਮਤਲਬ ਮੇਨ ਕਾਰਨ ਜਿਹੜਾ ਉਹ ਇਹੀ ਹੁੰਦਾ। ਸੋ ਉਹ ਜਿਹੜੇ ਭਰਵੱਟਾ ਜਿਹੜਾ ਉਹ ਫਰਕ ਰਿਹਾ ਜੇ, ਤੇ ਆਕੂ ਪ੍ਰੈਸ਼ਰ ਜਿਹੜਾ ਆ ਉਸ ਪੁਆਇੰਟ ਦੇ ਉੱਤੇ ਕਰਨਾ ਚਾਹੀਦਾ। ਸੋ ਆਕੂ ਪ੍ਰੈਸ਼ਰ ਦੇ ਵਿੱਚ ਆਪਣੇ ਹੀ ਅੰਗੂਠੇ ਨੂੰ ਲੈ ਕੇ ਤੇ ਜਿੱਥੇ ਫੜਕਣ ਮਹਿਸੂਸ ਹੋ ਰਹੀ ਆ ਉਸ ਚੀਜ਼ ਨੂੰ ਦਬਾ ਕੇ ਪ੍ਰੈਸ ਕਰਕੇ ਤੇ ਉਹਨੂੰ ਹੌਲੀ ਹੌਲੀ ਗੋਲ, ਜਿੱਦਾਂ ਘੜੀ ਦੇ ਕਲੌਕ ਦੇ ਵਾਂਗੂ ਗੋਲ ਘੁਮਾਉਣਾ ਹੈਗਾ ਤੁਸੀਂ ਉਹਨੂੰ ਘੱਟ ਤੋਂ ਘੱਟ 30 ਸੈਕਿੰਡ ਦੇ ਵਾਸਤੇ। ਤੇ ਉਹ ਜਦੋਂ ਤੁਸੀਂ ਘੁਮਾਓਗੇ ਤੇ ਉਹਦੇ ਨਾਲ ਕੀ ਹੋਣਾ ਹੈਗਾ ਆ ਕਿ ਤੁਹਾਡੇ ਜਿਹੜੀ ਉਹ ਬਲੋਕੇਜ ਆ ਉੱਥੋਂ ਨਿਕਲ ਜਾਣੀ, ਤੇ ਤੁਹਾਡਾ ਜਿਹੜੀ ਫੜਕਣ ਹੈ ਉਹ ਠੀਕ ਹੋ ਜਾਣੀ। ਸੋ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਹੈਗੀਆਂ, ਪਰ ਉਹ ਕਈ ਵਾਰੀ ਸਾਨੂੰ ਨਾ ਪਤਾ ਹੋਣ ਕਰਕੇ ਅਸੀਂ ਕਈ ਵਾਰੀ ਕਈ ਤਰ੍ਹਾਂ ਦੇ ਵਹਿਮ ਭਰਮ ਵੀ ਜਿਹੜੇ ਉਹ ਪਾ ਲੈਂਦੇ ਆ। ਸੋ ਇੱਦਾਂ ਜਿਹੜਾ ਉਹਨੂੰ ਕੋਸ਼ਿਸ਼ ਕਰੋ ਕਿ ਇਹ ਛੋਟੀ ਛੋਟੀਆਂ ਜਿਹੜੀਆਂ ਟਿਪਸ ਹੈਗੀਆਂ ਇਹ ਤੁਸੀਂ ਆਪ ਵੀ ਯੂਜ਼ ਕਰੋ, ਆਪਣੇ ਯਾਰਾਂ ਦੋਸਤਾਂ ਫੈਮਲੀਜ਼ ਨੂੰ ਵੀ ਦੱਸੋ, ਤਾਂ ਕਿ ਐਵੇਂ ਕਈ ਲੋਕ ਜਿਹੜੇ ਹੈਗੇ ਆ ਉਹ ਇਹਨਾਂ ਨੇ ਬਿਮਾਰੀਆਂ ਬਣਾ ਕੇ ਦਵਾਈਆਂ ਵੇਚੀ ਜਾ ਰਹੇ ਆ। ਅੱਛਾ ਰੂਬਲ ਸਾਹਿਬ, ਇੱਕ ਵਾਰੀ ਫਿਰ ਇਹ ਚੀਜ਼ ਰਿਪੀਟ ਕਰੋ ਜਿਸ ਤਰੀਕੇ ਤੋਂ ਭਰਵੱਟਿਆਂ ਤੁਸੀਂ ਗੱਲਬਾਤ ਕੀਤੀ, ਕਿ ਬਹੁਤ ਸਾਰੇ ਸੱਜਣ ਮਿੱਤਰ ਨੇ ਭਰਵੱਟਿਆਂ ਵਿੱਚ ਕਈ ਵਾਰੀ ਬਾਂਹ ਦੇ ਵਿੱਚ ਸਡਨਲੀ ਢੜੀ ਬਾਂਹ ਦੇ ਵਿੱਚ ਕਿਤੇ ਕਿਤੇ ਝੰਟਣੀ ਜਿਹੀ ਛੱਡਦੀ ਹੈ, ਬੰਦਾ ਜ਼ੋਰ ਦਾ ਪਤਾ ਨਹੀਂ ਕੀ ਆ, ਤੇ ਤੁਸੀਂ ਜਿਸ ਤਰੀਕੇ ਨੇ ਕਿਹਾ ਅੰਗੂਠੇ ਦੇ ਨਾਲ ਪ੍ਰੈਸ ਕਰਕੇ ਉਨੀ ਥਾਂ ਨੂੰ ਗੋਲ ਚੱਕਰ ਵਿੱਚ 30 ਸੈਕਿੰਡ ਤੱਕ ਘੁਮਾਓ ਤਾਂ ਬਿਲਕੁਲ ਠੀਕ ਹੋ ਜਾਣਾ। ਭਰਵੱਟੇ ਉਹ ਇੱਦਾਂ ਘੁਮਾ ਲਓ ਕਿਤੇ ਵੀ ਤੁਹਾਡੀ ਅੱਖ ਫਰਕਦੀ ਹੈ, ਨੱਕ ਫਰਕਦਾ ਜਾਂ ਗਲ ਫਰਕਦੀ ਆ, ਤੇ ਜਾਂ ਫਿਰ ਸਰੀਰ ਦਾ ਕਿਸੇ ਅੰਗ ਵਿੱਚ ਇੱਦਾਂ ਦੀ ਹਰਕਤ ਸਡਨਲੀ ਤੁਸੀਂ ਫੀਲ ਕਰਦੇ ਹੋ, ਇੱਦਾਂ ਕਰ ਸਕਦੇ ਹੋ। ਇੱਕ ਵਾਰੀ ਰਿਪੀਟ ਕਰ ਦਿਓ, ਤੇ ਕਿਹੜੇ ਸਹੀ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਕਿੱਦਾਂ ਕੀਤਾ ਜਾ ਸਕਦਾ, ਕਿਹੜੀ ਕਿਹੜੀ ਚੀਜ਼ ਤੋਂ ਫਾਇਦਾ ਹੋ ਸਕਦਾ? ਹਾਂਜੀ ਦੇਖੋ, ਉਹ ਇੱਕ ਪ੍ਰੈਸ਼ਰ ਪੁਆਇੰਟਸ ਆਪਾਂ ਉਹਨਾਂ ਨੂੰ ਕਹਿੰਦੇ ਹੈਗੇ ਆ, ਆਯੁਰਵੈਦ ਦੇ ਵਿੱਚ ਉਹਨਾਂ ਨੂੰ ਮਰਮਾ ਪੁਆਇੰਟਸ ਵੀ ਕਹਿੰਦੇ ਆ, ਜਾਂ ਇੰਗਲਿਸ਼ ਦੇ ਵਿੱਚ ਅਸੀਂ ਉਹਨਾਂ ਨੂੰ ਪ੍ਰੈਸ਼ਰ ਪੁਆਇੰਟਸ ਕਹਿੰਦੇ ਆ, ਜੇ ਚਾਈਨੀਜ਼ ਵਾਲੇ ਜਿਹੜੇ ਉਹ ਆਕੂ ਪ੍ਰੈਸ਼ਰ ਜਿਹੜੇ ਆਕੂ ਪ੍ਰੈਸ਼ਰ ਦੇ ਪੁਆਇੰਟਸ ਜਿਹੜੇ ਆ। ਸੋ ਇਹ ਪੁਆਇੰਟਸ ਜਿਹੜੇ ਹੁੰਦੇ ਹੈਗੇ ਪੂਰੀ ਬਾਡੀ ਦੇ ਵਿੱਚ ਹੀ ਹੁੰਦੇ ਆ ਕਈ ਤਰੀਕੇ ਦੇ ਨਾਲ, ਬਟ ਜੇ ਜਿੱਥੇ ਵੀ ਬਲੋਕੇਜ ਜਿਹੜੀ ਉਹ ਹੋ ਰਹੀ ਹੈ ਤੇ ਜਦੋਂ ਤੁਸੀਂ ਉਹਨੂੰ ਦੱਬਣਾ ਆ ਤੇ ਉਹ ਤੁਸੀਂ ਸਕਿਨ ਦੇ ਉੱਤੇ ਨਹੀਂ ਅੰਗੂਠੇ ਨੂੰ ਘੁਮਾਉਣਾ। ਮੇਕ ਸ਼ੋਰ ਕਿ ਅੰਗੂਠਾ ਜਿਹੜਾ ਉਹ ਤੁਹਾਡਾ ਫਰਮਲੀ ਪ੍ਰੈਸ ਹੋਣਾ ਚਾਹੀਦਾ ਆ ਸਕਿਨ ਦੇ ਵਿੱਚ, ਤਾਂ ਕਿ ਜਦੋਂ ਤੁਸੀਂ ਉਹਨੂੰ ਅੰਗੂਠੇ ਨੂੰ ਘੁਮਾਓ ਤੇ ਤੁਸੀਂ ਸਕਿਨ ਦੇ ਉੱਤੇ ਨਹੀਂ ਘੁਮਾ ਰਹੇ, ਤੁਸੀਂ ਐਕਚੁਅਲੀ ਸਕਿਨ ਦੇ ਥੱਲਿਓਂ ਜਿਹੜਾ ਹੈਗਾ ਆ ਉਸ ਪ੍ਰੈਸ਼ਰ ਪੁਆਇੰਟ ਨੂੰ ਐਕਟੀਵੇਟ ਕਰ ਰਹੇ ਹੈਗੇ ਹੋ, ਜਾਂ ਜਿਹੜੀ ਉਹ ਬਲੋਕੇਜ ਹੈਗੀ ਆ ਉਹਨੂੰ ਤੁਸੀਂ ਰਿਲੀਜ਼ ਕਰ ਰਹੇ ਹੈਗੇ ਹੋ। ਸੋ ਉਹ ਇਸ ਤਰੀਕੇ ਦੇ ਨਾਲ ਉਹ ਪ੍ਰੈਸ ਹੋਣਾ ਚਾਹੀਦਾ ਹੈਗਾ, ਨਾ ਕਿ ਮਾਲਿਸ਼ ਦੀ ਤਰ੍ਹਾਂ। ਮਾਲਿਸ਼ ਨਹੀਂ ਮਤਲਬ ਆਪਾਂ ਉਹਦੇ ਉੱਤੇ ਕਰਨੀ ਉਸ ਪੁਆਇੰਟ ਦੇ ਉੱਤੇ, ਅਸੀਂ ਉਹਨੂੰ ਥੱਲੇ ਨੂੰ ਦਬਾ ਕੇ ਫਿਰ ਉਹਨੂੰ ਜਿਹੜਾ ਉਹਨੂੰ ਘੁਮਾਉਣਾ ਹੈਗਾ। ਸੋ ਉਹ 'ਚ ਪ੍ਰੈਸ਼ਰ ਹੋਣਾ ਚਾਹੀਦਾ, ਇਸੇ ਕਰਕੇ ਉਹ ਆਕੂ ਪ੍ਰੈਸ਼ਰ ਕਿਹਾ ਜਾਂਦਾ ਕਿ ਉਹ ਪ੍ਰੈਸ਼ਰ ਦੇ ਨਾਲ ਜਿਹੜਾ ਉਹਨੂੰ ਘੁਮਾਉਣਾ ਹੁੰਦਾ। ਤੁਸੀਂ ਸਕਿਨ ਦੇ ਉੱਤੇ ਮਾਲਿਸ਼ ਨਹੀਂ ਕਰਨੀ, ਥੱਲੇ ਦਬਾ ਕੇ ਫਿਰ ਉਹਨੂੰ ਘੁਮਾਉਣਾ, ਤਾਂ ਕਿ ਤੁਹਾਨੂੰ ਮਹਿਸੂਸ ਹੋਣਾ ਚਾਹੀਦਾ ਕਿ ਜਿਹੜਾ ਥੱਲੇ ਹੱਡ ਹੈ ਉਹਨੂੰ ਤੁਸੀਂ ਟੱਚ ਕਰ ਰਹੇ ਹੈਗੇ ਹੋ, ਅਤੇ ਉਹਦੇ ਨਾਲ ਤੁਸੀਂ ਜਿਹੜਾ ਆ ਉਸ ਪ੍ਰੈਸ਼ਰ ਨੂੰ ਰਿਲੀਜ਼ ਕਰ ਰਹੇ ਹੈਗੇ ਹੋ। ਸੋ ਉਹਨੂੰ ਕਰਕੇ ਉਹਨੂੰ 30 ਸੈਕਿੰਡ ਜਿਹੜਾ ਉਹਨੂੰ ਘੁਮਾਓ, ਫਿਰ ਉਹਨੂੰ ਛੱਡ ਦਿਓ, ਫਿਰ ਦੇਖੋ ਕਿੱਦਾਂ ਲੱਗਦਾ। ਜੇ ਵੀ ਹੈਗਾ ਫਿਰ ਨੂੰ ਕਰਕੇ ਫਿਰ 30 ਸੈਕਿੰਡ ਜਿਹੜਾ ਉਹਨੂੰ ਤੁਸੀਂ ਅਲਾਓ ਕਰੋ, ਇੱਦਾਂ ਕਰਕੇ, ਅਤੇ ਉਹਦੇ ਨਾਲ ਤੁਹਾਡੀ ਜਿਹੜੀ ਉਹ ਪ੍ਰੈਸ਼ਰ ਪੁਆਇੰਟ ਜਿਹੜੇ ਰਿਲੀਜ਼ ਹੋ ਜਾਂਦੇ ਆ, ਅਤੇ ਜਿਹੜੇ ਕੋਈ ਵੀ ਬਲੋਕੇਜ ਜਿਹੜੀ ਹੁੰਦੀ ਹੈਗੀ ਆ
ਉਹ ਤੁਹਾਡੀ ਜਿਹੜੀ ਉਹ ਠੀਕ ਹੋ ਜਾਂਦੀ ਹੈ। ਸੇਮ ਤੁਹਾਡੇ ਕਹਿਣ ਦਾ ਮਤਲਬ ਸਰੀਰ ਦੇ ਵਿੱਚ ਕਿ ਉਹ ਸਾਡੇ ਬਹੁਤ ਸਾਰੇ ਸਰੀਰ ਦੇ ਜਿਹੜੇ ਫਿਰ ਸਾਡੇ ਹੱਥਾਂ ਦੀਆਂ ਤਲੀਆਂ ਵਿੱਚ, ਪੈਰਾਂ ਦੀਆਂ ਤਲੀਆਂ ਦੇ ਵਿੱਚ ਉਹ ਪੁਆਇੰਟ ਹੁੰਦੇ ਜਿਹੜੇ ਸਾਡੇ ਪੂਰੇ ਦੇ ਪੂਰੇ ਸਰੀਰ ਦੀਆਂ ਨਾੜਾਂ ਨੂੜਾਂ ਜਾਂ ਸਾਰਾ ਕੁਛ ਜਿਨ੍ਹਾਂ ਨੂੰ ਕਵਰ ਅਪ ਕਰਦੇ, ਕਿਹੜੇ ਕਿਹੜੇ ਪੁਆਇੰਟ ਨੂੰ ਪ੍ਰੈਸ ਕਰਨ ਦੇ ਨਾਲ ਕੀ ਹੋ ਜਾਂਦਾ, ਕਿੱਦਾਂ ਕਿੱਦਾਂ ਨਹੀਂ, ਉਹ ਕਿਸੇ ਦਿਨ ਆਪਾਂ ਲੰਬੀ ਚੌੜੀ ਇੱਕ ਇੱਕ ਪੁਆਇੰਟ ਦੇ ਉੱਤੇ ਗੱਲਬਾਤ ਕਰਾਂਗੇ, ਕਿਹੜੇ ਪੁਆਇੰਟ ਨੂੰ ਪ੍ਰੈਸ ਕਰਨ ਦੇ ਨਾਲ ਕਿਹੜੇ ਕਿਹੜੇ ਰੂਮ ਖੁੱਲ ਜਾਂਦੀਆਂ, ਨਾੜਾਂ ਖੁੱਲ ਜਾਂਦੀਆਂ, ਸਹੀ ਹੋ ਜਾਂਦੀਆਂ, ਕਿਉਂਕਿ ਸਾਡੇ ਕੋਲ ਹੀ ਇਹ ਸਾਰਾ ਕੁਛ, ਲੇਕਿਨ ਸਾਨੂੰ ਕਈ ਵਾਰੀ ਕਰਨੇ ਦਾ ਢੰਗ ਨਹੀਂ ਹੁੰਦਾ। ਜੇ ਕਰਨੇ ਦਾ ਢੰਗ ਨਾ ਹੋਵੇ ਤੇ ਰੂਬਲ ਸਾਹਿਬ ਤੁਹਾਡੀ ਮਦਦ ਕਰਨਗੇ, ਲੇਕਿਨ ਇਹਨਾਂ ਦੇ ਉੱਤੇ ਆਪਾਂ ਵਿਚਾਰ ਵਟਾਂਦਰਾ ਜ਼ਰੂਰ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ। ਜੀ ਗੁਰਪਾਲ ਜੀ, ਸਿਰਫ ਇੱਕ ਪ੍ਰੋਬਲਮ ਹੁੰਦੀ ਹੈਗੀ ਹੈ ਕਿ ਜਿਹੜੇ ਮਰਮਾ ਪੁਆਇੰਟਸ ਹੁੰਦੇ ਹੈਗੇ ਆ, ਇਹਨਾਂ ਨੂੰ ਐਕਚੁਅਲੀ ਫਿਜ਼ੀਕਲੀ ਦੱਸਣ ਦੀ ਜ਼ਰੂਰਤ ਹੁੰਦੀ, ਦਿਖਾਉਣ ਦੀ ਜ਼ਰੂਰਤ ਹੁੰਦੀ ਹੈ, ਜਿਹੜੀ ਕਿ ਅਸੀਂ ਰੇਡੀਓ ਦੇ ਉੱਤੇ ਇਸ ਟਾਈਮ ਕਰ ਨਹੀਂ ਸਕਦੇ ਹੈਗੇ, ਕਿਉਂਕਿ ਉਹ ਪਤਾ ਨਹੀਂ ਲੱਗਣਾ ਐਗਜ਼ੈਕਟ। ਕਿਉਂਕਿ ਸੇਮ ਜਿੱਦਾਂ ਹੁਣ ਪੈਰ ਦੇ ਕਈ ਪੁਆਇੰਟ ਹੈਗੇ ਆ ਜਿੱਥੇ ਜਿਹੜੇ ਕਿ ਉਹ ਹਰ ਇੱਕ ਔਰਗਨ ਦੇ ਨਾਲ ਜਿਹੜੇ ਉਹ ਜੁੜੇ ਹੋਏ। ਬੜੀ ਵਾਰੀ ਅਸੀਂ ਗੱਲ ਕੀਤੀ ਕਿ ਜਿਹੜੀ ਅੱਡੀ ਹੈ, ਅੱਡੀ ਦੇ ਮਿਡਲ ਦੇ ਵਿੱਚ ਜਿਹੜਾ ਇੱਕ ਪੁਆਇੰਟ ਹੈ ਜਿਹੜਾ ਕਿ ਸਾਡੇ ਡਾਈਜੈਸਟਿਵ ਸਿਸਟਮ ਨੂੰ ਠੀਕ ਕਰਦਾ। ਇਸੇ ਕਰਕੇ ਜਦੋਂ ਅਸੀਂ ਤੁਰਨਾ ਆ ਤੇ ਪਹਿਲਾਂ ਅੱਡੀ ਵੱਜਣੀ ਚਾਹੀਦੀ ਹੈ, ਪੈਰ ਜ਼ਮੀਨ ਦੇ ਥੱਲੇ, ਫਿਰ ਪੰਜਾ, ਤੇ ਉਹਦੇ ਨਾਲ ਫਿਰ ਉਹ ਪੁਆਇੰਟ ਜਿਹੜਾ ਐਕਟੀਵੇਟ ਹੁੰਦਾ। ਚਲੋ ਇੰਨਾ ਕੁ ਗੱਲ ਤਾਂ ਜਿਹੜੀ ਹੈਗੀ ਹੈ ਉਹ ਅਸੀਂ ਰੇਡੀਓ ਦੇ ਉੱਤੇ ਮਤਲਬ ਅਸੀਂ ਐਕਸਪਲੇਨ ਕਰ ਸਕਦੇ, ਪਰ ਉਸੇ ਪੈਰ ਦੇ ਨਾਲ ਜਿਹੜੇ ਆ ਹੋਰ ਕਈ ਪੁਆਇੰਟ ਹੈਗੇ ਆ ਜਿਹੜੇ ਕਿ ਕਈ ਅੰਗਾਂ ਨੂੰ ਜੋੜਦੇ ਹੈਗੇ ਆ, ਜਿਹੜੇ ਕਿ ਅਸੀਂ ਦੱਸ ਨਹੀਂ ਸਕਦੇ, ਦਿਖਾ ਨਹੀਂ ਸਕਦੇ। ਪਰ ਇਹਦੇ ਵਾਸਤੇ ਮੇਰੇ ਖਿਆਲ ਦੇ ਵਿੱਚ ਜੇ ਅਸੀਂ ਕੋਈ YouTube ਵੀਡੀਓਜ਼ ਮਤਲਬ ਜੇ ਅਸੀਂ ਇਸ ਤਰੀਕੇ ਦੀ ਕੋਈ ਬਣਾਈਏ ਤਾਂ ਜਿਹੜਾ ਹੈਗਾ ਉਹ ਜ਼ਿਆਦਾ ਬੈਟਰ ਰਹੂਗਾ, ਕਿਉਂਕਿ ਰੇਡੀਓ ਦੇ ਉੱਤੇ ਇੰਨਾ ਐਕਸਪਲੇਨ ਕਰਨਾ ਉਹ ਪਤਾ ਹੀ ਨਹੀਂ ਲੱਗਣਾ ਹੈਗਾ ਕਿ ਉਹ ਕਿਹੜਾ ਪੁਆਇੰਟ ਜਿਹੜਾ ਉਹ ਅਸੀਂ ਦੱਬ ਰਹੇ ਹੈਗੇ ਹਾਂ। ਸੋ ਮੋਟੀਆਂ ਚੀਜ਼ਾਂ ਜਿਹੜੀਆਂ ਹੈ ਉਹ ਅਸੀਂ ਡੈਫੀਨੇਟਲੀ ਦੱਸਦੇ ਰਹਿੰਦੇ ਹਾਂ ਨਾਲੋਂ ਨਾਲ, ਪਰ ਜੇ ਇਹਨਾਂ ਨੂੰ ਸਪੈਸੀਫਿਕਲੀ ਦੱਸਣਾ ਆਈ ਥਿੰਕ ਵੀਡੀਓਜ਼ ਦੇ ਵਿੱਚ ਜਿਹੜਾ ਉਹ ਜ਼ਿਆਦਾ ਬੈਟਰ ਰਹੂਗਾ। 905 874 3333 ਇਸ ਕਰਕੇ ਸੱਜਣ ਮਿੱਤਰ ਜਿੰਨੇ ਵੀ ਸਾਡੇ ਪ੍ਰੋਗਰਾਮ ਸੁਣਦੇ ਸਾਰਿਆਂ ਵਾਸਤੇ ਇਹ ਤਕੀਦ ਕੀਤੀ ਜਾਂਦੀ ਕਿ ਆਪਣੇ ਆਪ ਨੂੰ ਐਕਟਿਵ ਰੱਖੋ, ਆਪਣੇ ਆਪ ਨੂੰ ਬਿਮਾਰ ਨਾ ਹੋਣ ਦਿਓ, ਆਪਣੇ ਆਪ ਨੂੰ ਥੋੜ੍ਹਾ ਬਹੁਤਾ ਥਕਾਓ, ਜਿਹਦੇ ਥਕਾਵਟ ਦੇ ਨਾਲ ਤੁਹਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਨੇ। ਨੱਚਣਾ ਟੱਪਣਾ ਸਾਡੀ ਜ਼ਿੰਦਗੀ ਦਾ ਇੱਕ ਮੁੱਖ ਅੰਗ ਹੋਣਾ ਚਾਹੀਦਾ ਜਾਂ ਹਿੱਸਾ ਹੋਣਾ ਚਾਹੀਦਾ ਹੈ। ਜਿੱਦਾਂ ਅੱਡੀ ਦੀ ਗੱਲਬਾਤ ਰੂਬਲ ਸਾਹਿਬ ਨੇ ਕੀਤੀ, ਅੱਡੀ ਜਿੱਦਾਂ ਗਿੱਧਾ ਪੈਂਦਾ ਤੇ ਗਿੱਧੇ ਦੇ ਵਿੱਚ ਵੀ ਮੁਟਿਆਰਾਂ ਅੱਡੀ ਮਾਰ ਮਾਰ ਕੇ ਧਰਤ ਦੇ ਉੱਤੇ ਧਰਦਾ ਹਿਲਾ ਦਿੰਦੀਆਂ, ਤੇ ਉਹਦੇ ਨਾਲ ਸਾਡੇ ਸਰੀਰ ਦੇ ਬਹੁਤ ਸਾਰੇ ਆਰਗਨ ਵਗੈਰਾ ਜਿਹੜੇ ਹੈਗੇ ਨੇ ਉਹ ਪੂਰੇ ਤਰੀਕੇ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ। ਪਰ ਗੱਲ ਮਾੜੀ ਇਹ ਹੈ ਕਿ ਅਸੀਂ ਸਿਰਫ ਤੇ ਸਿਰਫ ਜਦੋਂ ਸਾਡੇ ਘਰ ਕੋਈ ਨਾ ਕੋਈ ਫੰਕਸ਼ਨ ਹੁੰਦੇ ਨੇ ਉਸ ਵੇਲੇ ਅੱਡੀ ਮਾਰ ਕੇ ਅਸੀਂ ਨੱਚਣ ਦੀ ਜਾਂ ਗੱਲਬਾਤ ਕਰਦੇ ਹਾਂ, ਲੇਕਿਨ ਐਵਰੀ ਡੇ ਜੇਕਰ ਇੱਕ ਅੱਧਾ ਹੀ ਗੀਤ ਦੇ ਉੱਤੇ ਡਾਂਸ ਕਰ ਲਿਆ ਜਾਵੇ, ਭੰਗੜਾ ਪਾ ਲਿਆ ਜਾਵੇ, ਨੱਚ ਲਿਆ ਜਾਵੇ, ਤੇ ਡੈਫੀਨੇਟਲੀ ਪੂਰੇ ਦਿਨ ਦੀ ਐਕਸਰਸਾਈਜ਼ ਹੋ ਜਾਂਦੀ। ਕਿਉਂ ਰੂਬਲ ਸਾਹਿਬ? ਬਿਲਕੁਲ ਜੀ। ਨਹੀਂ ਦੋਨੇ ਚੀਜ਼ਾਂ ਨਾਲ ਇੰਟਰਟੇਨਮੈਂਟ ਵੀ ਚਾਹੀਦਾ ਨਾ। ਦੇਖੋ ਐਕਸਰਸਾਈਜ਼ ਜਿਹੜੀ ਹੈ ਉਹ ਤਾਂ ਬੜੀ ਜ਼ਰੂਰੀ ਹੈ, ਸਪੈਸ਼ਲੀ ਕੋਈ ਵੀ ਡਾਂਸ ਜੇ ਤੁਸੀਂ ਕਰਦੇ ਹੋ ਜਾਂ ਭੰਗੜਾ ਕਰਦੇ ਹੋ, ਭੰਗੜੇ ਦੇ ਸਟੈਪਸ ਜਿਹੜੇ ਆ ਉਹ ਤਾਂ ਬਹੁਤ ਵਧੀਆ ਐਕਸਰਸਾਈਜ਼ ਹੈਗੀ ਆ। ਉਹ ਪਸੀਨੇ ਪਸੀਨੇ ਜਿਹੜੀ ਉਹ ਕਰਨ ਵਾਲੇ, ਨਾਲੇ ਤੁਹਾਨੂੰ ਸਕਿੱਲ ਆਉਂਦੀ ਹੈ ਕਿ ਉਹ ਕਿੱਦਾਂ ਕਰਨਾ, ਐਂਡ ਤੁਸੀਂ ਅੰਬੈਰਸ ਵੀ ਨਹੀਂ ਮਹਿਸੂਸ ਕਰਦੇ ਜੇ ਕਿਤੇ ਜਿਵੇਂ ਤੁਸੀਂ ਦੱਸਿਆ ਕਿਤੇ ਦੋ ਪੈਰ ਮਾਰਨੇ ਵੀ ਪੈ ਜਾਣ ਐਟਲੀਸਟ ਤੁਸੀਂ ਕੌਨਫੀਡੈਂਟ ਹੋ ਸਕਦੇ ਹੋ ਕਿ ਵੀ ਤੁਹਾਨੂੰ ਵੀ ਆਉਂਦਾ ਆ। ਆਉਂਦਾ ਜਾ ਬਾਹਲੀ ਗੱਲ, ਕਮਰਾ ਬੰਦ ਕਰ ਲਓ, ਹਨੇਰਾ ਕਰ ਲਓ, ਆਪਣੇ ਆਪ ਨੂੰ ਵੀ ਨਹੀਂ ਦੇਖਣਾ ਤੇ ਤਕਰੀਬਨ ਅੱਡੀਆਂ ਮਾਰ ਮਾਰ ਕੇ ਉੱਦਾਂ ਨੱਚੀ ਜਾਓ, ਥੱਲੇ ਵਧੀਆ ਹੋ ਜਾਂਦਾ। ਜਿੱਦਾਂ ਨਾ ਕਿ ਧਮੱਚੜ ਜਿਹਾ ਮਚਾਉਣਾ ਉਸ ਹਿਸਾਬ ਨਾਲ ਕਰ ਦਿਓ, ਕੋਈ ਲਾ ਲਓ, ਅੱਡੀਆਂ ਢੱਡੀਆਂ ਵੱਜਣੀਆਂ ਚਾਹੀਦੀਆਂ। ਦੇਖੋ 5 ਮਿੰਟਾਂ ਵਿੱਚ 4 ਮਿੰਟਾਂ ਬਾਅਦ ਜਦੋਂ ਗੀਤ ਖਤਮ ਹੋ ਗਿਆ ਆਪਣੇ ਆਪ ਨੂੰ ਪਸੀਨਾ ਨਾ ਆਇਆ ਤਾਂ ਕਹਿ ਦਿਓ ਤੁਸੀਂ। ਬਿਲਕੁਲ ਗੁਰਪਾਲ ਜੀ, ਐਂਡ ਇੱਥੇ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ ਜਿਹੜਾ ਸਾਡਾ ਪੰਜਾਬੀ ਕਲਚਰਲ ਭੰਗੜਾ ਜਿਹੜਾ ਹੈਗਾ ਆ, ਫੋਕ ਡਾਂਸ, ਇਹ ਮੇਰੇ ਹਿਸਾਬ ਦੇ ਨਾਲ ਸਭ ਤੋਂ ਬੈਸਟ ਕਾਰਡੀਓ ਐਕਸਰਸਾਈਜ਼ ਹੈ। ਕਿਉਂਕਿ ਜੇ ਅਸੀਂ ਹੋਰ ਡਾਂਸਿਸ ਦੇਖਦੇ ਹਾਂ ਜਾਂ ਸਾਡੇ ਆਪਣੇ ਇੰਡੀਅਨ ਹੀ ਡਾਂਸ ਕਈ ਤਰ੍ਹਾਂ ਦੇ ਹੈਗੇ, ਬਾਲੀਵੁੱਡ ਡਾਂਸ ਹੋ ਗਏ ਜਾਂ ਕਲਾਸੀਕਲ ਡਾਂਸ, ਉਹਨਾਂ ਦੇ ਵਿੱਚ ਇੰਨੀ ਜ਼ਿਆਦਾ ਮਤਲਬ ਫਿਜ਼ੀਕਲ ਐਕਟੀਵਿਟੀ ਨਹੀਂ ਹੁੰਦੀ ਹੈਗੀ ਜਿੰਨੀ ਭੰਗੜੇ ਦੇ ਵਿੱਚ। ਤੁਸੀਂ ਦੇਖੋ ਕਿ ਉਹ ਛਾਲਾ ਮਾਰ ਕੇ ਥੱਲੇ ਉੱਤੇ ਹੋ ਰਹੇ ਹੈਗੇ ਆ, ਜਿੱਦਾਂ ਬੈਠਕਾਂ ਕੱਢ ਰਹੇ ਆ, ਹੈ ਨਾ, ਫਸਲਾਂ, ਝੂਮਰ, ਸਾਰੇ ਵੱਖਰੇ ਜਿੰਨੇ ਸਟੈਪ, ਹਰ ਸਟੈਪ ਦੇ ਵਿੱਚ ਜਾਣੀ ਕਿ ਹਰ ਅੰਗ ਦੀ ਐਕਸਰਸਾਈਜ਼ ਪੂਰੀ ਹੁੰਦੀ ਜਾ। ਤੁਹਾਨੂੰ ਤੇ ਨਾਮ ਵੀ ਪਤਾ ਹੈਗਾ ਆ, ਚਲੋ ਵਧੀਆ, ਗੁੱਡ। ਮੈਂ ਕੀਤਾ ਥੋੜਾ ਜਿਹਾ, ਪਰ ਹੁਣ ਤਾਂ ਭੁੱਲ ਗਿਆ, ਪਰ ਅਜੇ ਵੀ ਦਿਲ ਦੇ ਵਿੱਚ ਉਦਾਂ ਦੇ ਚਾਹ ਕੇ ਪਾ ਲਈਦਾ। ਜੀ ਪਿੱਛੇ ਨਹੀਂ ਰਹੀਦਾ ਕਿਸੇ ਤੋਂ। ਬਿਲਕੁਲ, ਐਂਡ ਉਹ ਸਭ ਤੋਂ ਬੈਸਟ ਐਕਸਰਸਾਈਜ਼ ਹੈਗੀ ਹੈ। ਸੋ ਜੇ ਕਿਸੇ ਨੂੰ ਵੈਸੇ ਐਕਸਰਸਾਈਜ਼ ਨਹੀਂ ਪਸੰਦ ਹੈਗੀ ਮੇਰੇ ਵਰਗੇ ਨੂੰ ਕਰਨੀ ਜਿਮ ਜਾ ਕੇ, ਤੇ ਉਹ ਤੁਸੀਂ ਇੱਦਾਂ ਐਕਸਰਸਾਈਜ਼ ਆਪਣੀ ਕਰ ਸਕਦੇ ਹੈਗੇ ਹੋ, ਕਿਉਂਕਿ ਤੁਸੀਂ ਇੱਕ ਗਰੁੱਪ ਦੇ ਵਿੱਚ ਉੱਤੋਂ ਮਿਊਜ਼ਿਕ ਲੱਗਾ ਹੋਇਆ, ਦੂਜਾ ਤੁਹਾਨੂੰ ਸਾਰੇ ਉਤਸ਼ਾਹਿਤ ਕਰ ਰਹੇ ਹੁੰਦੇ ਆ ਕਿ ਇੱਦਾਂ ਕਰੋ। ਸੋ ਉਹ ਵੀ ਇੱਕ ਬੜੀ ਵਧੀਆ ਚੀਜ਼ ਹੋ ਸਕਦੀ ਹੈਗੀ ਐਕਸਰਸਾਈਜ਼ ਦੇ ਵਾਸਤੇ। ਤੇ ਇਹ ਵੀ ਨਾਲ ਦੀ ਨਾਲ ਜਿਹੜੀ ਹੈਗੀ ਤੁਹਾਨੂੰ ਸੋਚਣਾ ਚਾਹੀਦਾ, ਜੇ ਤੁਸੀਂ ਐਕਸਰਸਾਈਜ਼ ਕਰਨ ਦੇ ਚਾਹਵਾਨ ਹੈਗੇ ਹੋ ਤੇ ਨਾਲੇ ਤੁਹਾਨੂੰ ਇੱਕ ਸਕਿੱਲ ਵੀ ਮਿਲਦੀ ਹੈਗੀ ਹੈ,
ਤੇ ਤੁਹਾਨੂੰ ਨਾਲੇ ਜ਼ਰੂਰ ਚੋਪੜੀਆਂ ਤੇ ਕਰਨਾ ਨਾਲੇ ਦੋ ਦੋ ਖਾਓ ਵੀ ਰੱਜ ਰੱਜ ਕੇ, ਖਾਸ ਕਰਕੇ। ਬਿਲਕੁਲ ਜੀ। ਇਸ ਦੇ ਨਾਲ ਇੱਕ ਵਾਰ ਮੈਂ ਫਿਰ ਦੱਸ ਦੇਵਾਂ, ਸਾਡੀ ਕਲੀਨਿਕ ਦਾ ਨੰਬਰ ਹੈ 905-874-3333, 9058743333। ਜੇ ਹੁਣ ਵੀ ਕਿਸੇ ਨੇ ਕੋਈ ਕੁਐਸਚਨ ਹੈਗਾ ਤਾਂ ਤੁਸੀਂ ਗੁਰਪਾਲ ਜੀ ਦੇ ਸੈੱਲ ਫੋਨ ਦੇ ਉੱਤੇ ਜਿਹੜਾ ਉਹ ਸਾਨੂੰ ਟੈਕਸਟ ਮੈਸੇਜ ਕਰ ਸਕਦੇ ਹੋ। ਨੰਬਰ ਹੈ 647-281-4857, 647-281-4857। ਕੋਸ਼ਿਸ਼ ਕਰਾਂਗੇ ਕਿ ਚੱਲਦੇ ਪ੍ਰੋਗਰਾਮ ਦੇ ਦੌਰਾਨ ਜਿਹੜੀ ਹੈ ਉਹ ਤੁਹਾਨੂੰ ਕੁਐਸਚਨਸ ਜਿਹੜੇ ਹੈਗੇ ਤੁਹਾਡੇ ਆਨਸਰ ਕੀਤੇ ਜਾਣ। ਜੇ ਨਾ ਹੋ ਸਕੇ ਤਾਂ ਤੁਸੀਂ ਸਾਡੇ ਕਲੀਨਿਕ ਦੇ ਉੱਤੇ 905-874-3333 ਦੇ ਉੱਤੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਟੋਰਾਂਟੋ ਸਮੇਂ ਦੇ ਅਨੁਸਾਰ ਸਾਨੂੰ ਕਾਲ ਕਰ ਸਕਦੇ ਹੋ ਅਤੇ ਤੁਸੀਂ ਆਪਣੇ ਕੁਐਸਚਨਸ ਜਿਹੜੇ ਹੈਗੇ ਆ ਪੁੱਛ ਸਕਦੇ ਹੋ। ਸਾਡੇ ਈਮੇਲ ਵੀ ਅਸੀਂ ਯੂਜ਼ ਕਰਦੇ ਹਾਂ। ਜੇ ਤੁਸੀਂ ਕੋਈ ਪਿਕਚਰਸ ਵਗੈਰਾ ਜਿਹੜੀਆਂ ਸਾਨੂੰ ਭੇਜਣਾ ਚਾਹੁੰਦੇ ਹੋ, ਕਈ ਕੇਸਿਸ ਦੇ ਵਿੱਚ ਜਿਹੜੀਆਂ ਉਹ ਜ਼ਰੂਰੀ ਹੁੰਦੀਆਂ, ਜੀ। ਸੋ ਉਹ ਵੀ ਜਿਹੜਾ ਆ ਉਹ ਅਸੀਂ ਹਰ ਇੱਕ ਚੀਜ਼ ਜਿਹੜੀ ਉਹ ਕਰ ਰਹੇ ਹੈਗੇ ਆ। ਆਯੁਰਵੈਦਿਕ ਤਰੀਕੇ ਦੇ ਨਾਲ ਜਿਹੜਾ ਉਹ ਇਲਾਜ ਕਰਦੇ ਆ, ਆਯੁਰਵੈਦਿਕ ਜੜੀਆਂ ਬੂਟੀਆਂ ਦੇ ਨਾਲ ਜਿਹੜਾ ਉਹ ਅਸੀਂ ਇਲਾਜ ਕਰਦੇ ਆ। ਸੋ ਜੇ ਤੁਹਾਡੇ ਵੀ ਕੋਈ ਤੁਹਾਨੂੰ ਇੱਦਾਂ ਦੀ ਕਰੋਨਿਕ ਪ੍ਰੋਬਲਮ ਲੱਗ ਚੁੱਕੀ ਹੈ, ਪੁਰਾਣੀ ਬਿਮਾਰੀ ਲੱਗ ਚੁੱਕੀ ਹੈ ਜਿਹੜੀ ਕਿ ਤੁਸੀਂ ਠੀਕ ਕਰਨੀ ਚਾਹੁੰਦੇ ਹੋ ਜਾਂ ਇੰਗਲਿਸ਼ ਦਵਾਈਆਂ ਨੂੰ ਛੱਡਣਾ ਚਾਹੁੰਦੇ ਹੋ, ਗੁਰਪਾਲ ਜੀ ਬਹੁਤ ਲੋਕ ਹੈਗੇ ਆ ਜਿਹੜੇ ਕਿ ਮੇਰੇ ਕੋਲ ਆਈ ਥਿੰਕ ਕੱਲ ਪਰਸੋਂ ਇੱਕ ਲੇਡੀ ਪੇਸ਼ੈਂਟ ਆਏ ਜਿਹੜੇ ਕਿ ਉਹਨਾਂ ਦੇ ਕਾਫੀ ਪ੍ਰੋਬਲਮਸ ਜਿਹੜੀਆਂ ਉਹ ਚੱਲ ਰਹੀਆਂ ਸੀਗੀਆਂ ਅਤੇ ਉਹ ਕਿੰਨੀਆਂ ਹੀ ਗੋਲੀਆਂ ਜਿਹੜੀਆਂ ਆ ਉਹ ਨਾਲ ਲੈ ਕੇ ਆਏ ਆਪਣੀਆਂ ਇੰਗਲਿਸ਼ ਦੀਆਂ। ਅਤੇ ਉਹਨਾਂ ਦੇ ਵਿੱਚੋਂ ਮੈਂ ਆਉਂਦਿਆਂ ਸਾਰੀ ਕਾਫੀ ਗੋਲੀਆਂ ਜਿਹੜੀਆਂ ਸੀਗੀਆਂ ਉਹਨਾਂ ਦੀਆਂ ਬੰਦ ਕਰਵਾਤੀਆਂ। ਐਂਡ ਈਵਨ ਉਹ ਖੁਦ ਜਿਹੜੇ ਸੀਗੇ ਉਹ ਇੰਨੇ ਪ੍ਰੀਪੇਅਰਡ ਨਹੀਂ ਸੀਗੇ ਕਿ ਉਹਨਾਂ ਨੂੰ ਇਹ ਸਾਰੀਆਂ ਦਵਾਈਆਂ ਇੰਨੇ ਸਾਲਾਂ ਤੋਂ ਇੰਨੇ ਸਪੈਸ਼ਲਿਸਟ ਜਿਹੜੇ ਆ ਉਹ ਮਤਲਬ ਮਿਲ ਕੇ ਅਤੇ ਉਹ ਕਰ ਰਹੇ ਸੀਗੇ। ਪਰ ਉਹ ਇੱਕੋ ਦਮ ਜਦੋਂ ਮੈਂ ਕਿਹਾ ਕਿ ਤੁਹਾਨੂੰ ਲੋੜ ਹੀ ਹੈ ਨਹੀਂ ਹੈਗੀ ਖਾਣ ਦੀ, ਅਤੇ ਉਹ ਖੁਦ ਹੈਰਾਨ ਸੀਗੇ। ਉਹ ਬਾਹਰ ਰਿਸੈਪਸ਼ਨ 'ਤੇ ਜਾ ਕੇ ਉਹ ਦੁਬਾਰਾ ਫਿਰ ਇਨਕੁਆਇਰ ਕਰ ਰਹੇ ਸੀਗੇ ਕਿ ਤੂੰ ਮੈਨੂੰ ਇੱਦਾਂ ਕਹਿ ਦਿੱਤਾ, ਕਿਤੇ ਗਲਤ ਤੇ ਨਹੀਂ ਕਿਤੇ ਕਹਿ ਦਿੱਤਾ ਕੁਛ, ਮੇਰੀਆਂ ਦਵਾਈਆਂ ਸਾਰੀਆਂ ਸਟਾਤੀਆਂ। ਸਾਰੀਆਂ ਹੀ ਮਤਲਬ ਬੰਦ ਕਰਾਤੀਆਂ। ਸੋ ਉਹ ਕਈ ਵਾਰੀ ਜਿਹੜਾ ਆ ਉਹ ਪੇਸ਼ੈਂਟਸ ਇਸ ਚੀਜ਼ ਦੇ ਵਾਸਤੇ ਪ੍ਰੀਪੇਅਰਡ ਵੀ ਨਹੀਂ ਹੁੰਦੇ, ਕਿਉਂਕਿ ਜਦੋਂ ਆਯੁਰਵੈਦਿਕ ਤੁਸੀਂ ਕਿਸੇ ਵੀ ਪ੍ਰੈਕਟੀਸ਼ਨਰ ਦੇ ਕੋਲ ਜਾਓਗੇ ਉਹਨਾਂ ਨੇ ਇਹ ਚੀਜ਼ ਸਾਰੀ ਤੁਹਾਡੀ ਦੇਖਣੀ ਹੈ ਕਿ ਕਿਹੜੀ ਚੀਜ਼ ਤੋਂ ਤੁਹਾਨੂੰ ਨੁਕਸਾਨ ਹੋ ਰਿਹਾ ਹੈਗਾ, ਅਤੇ ਉਹ ਜਿਹੜਾ ਉਹਦਾ ਸਾਈਡ ਇਫੈਕਟ, ਕਿਉਂਕਿ ਬਹੁਤੀ ਵਾਰੀ ਜਿਹੜੇ ਲੋਕ ਜਦੋਂ ਸਾਡੇ ਕੋਲ ਆਉਂਦੇ ਹੈਗੇ ਆ ਉਹ ਜਿਹੜੀਆਂ ਲੰਬੇ ਸਮੇਂ ਤੋਂ ਇੰਗਲਿਸ਼ ਦਵਾਈਆਂ ਖਾ ਰਹੇ ਹੁੰਦੇ ਉਹਨਾਂ ਦੇ ਸਾਈਡ ਇਫੈਕਟ ਹੋਏ ਹੁੰਦੇ ਹੈਗੇ ਆ ਜਿਹੜਾ ਦਾ ਇਲਾਜ ਲੱਭਣ ਵਾਸਤੇ ਉਹ ਸਾਡੇ ਕੋਲ ਆਏ ਹੁੰਦੇ। ਅਤੇ ਉਹ ਹੁਣ ਜੇ ਅਸੀਂ ਹੁਣ ਉਹ ਵੀ ਦਵਾਈਆਂ ਵੀ ਖਾ ਰਹੇ ਆ, ਉਹਨਾਂ ਦੇ ਸਾਈਡ ਇਫੈਕਟਸ ਦੇ ਵਾਸਤੇ ਅਸੀਂ ਠੀਕ ਕਰਨ ਦੇ ਵਾਸਤੇ ਉਹ ਅਸੀਂ ਆਪਣੀਆਂ ਵੀ ਦਵਾਈਆਂ ਸ਼ੁਰੂ ਕਰਤੀਆਂ, ਅਤੇ ਉਹ ਤਾਂ ਅੱਗੇ ਬਹੁਤ ਦਵਾਈਆਂ ਖਾ ਰਹੇ ਹੁੰਦੇ, ਉੱਤੋਂ ਅਸੀਂ ਆਪਣੀਆਂ ਵਿੱਚ 3-4 ਹੋਰ ਲਾ ਦਈਏ ਅਤੇ ਫਿਰ ਉਹ ਪ੍ਰੈਕਟੀਕਲ ਨਹੀਂ ਗੱਲ ਰਹਿ ਜਾਂਦੀ। ਸੋ ਇਹਦੇ ਵਿੱਚ ਜਿਹੜੀ ਬੈਸਟ ਜਿਹੜਾ ਸੋਲੂਸ਼ਨ ਇਹੀ ਹੁੰਦਾ ਆ ਕਿ ਜਿਹੜੀ ਵਜ੍ਹਾ ਦੇ ਕਰਕੇ ਪ੍ਰੋਬਲਮ ਆਈ ਹੈਗੀ ਆ, ਸਭ ਤੋਂ ਪਹਿਲਾਂ ਉਸ ਵਜ੍ਹਾ ਨੂੰ ਅਸੀਂ ਜਿਹੜਾ ਆ ਕਰਨਾ ਹੁੰਦਾ ਹੈਗਾ ਆ ਠੀਕ। ਸੋ ਉਹ ਵਜ੍ਹਾ ਜਿਹੜੀ ਆ ਜੇ ਉਹਦੇ ਵਿੱਚ ਸਾਨੂੰ ਉਹਨਾਂ ਦੇ ਲਾਈਫ ਸਟਾਈਲ ਨੂੰ ਚੇਂਜ ਕਰਨ ਦੀ ਜ਼ਰੂਰਤ ਆ, ਅਸੀਂ ਉਹ ਉਹਨਾਂ ਨੂੰ ਕਹੀਦਾ। ਜੇ ਉਹਨਾਂ ਦੀ ਡਾਇਟ ਨੂੰ ਚੇਂਜ ਕਰਨ ਦੀ ਜ਼ਰੂਰਤ ਆ, ਅਸੀਂ ਉਹਨਾਂ ਨੂੰ ਉਹ ਕਹੀਦਾ। ਅਤੇ ਜੇ ਉਹਨਾਂ ਦੀ ਕਰੰਟ ਮੈਡੀਕੇਸ਼ਨ ਇਸ ਪ੍ਰੋਬਲਮ ਨੂੰ ਕਰ ਰਹੀ ਹੈਗੀ ਆ ਖਰਾਬ, ਅਤੇ ਫਿਰ ਉਹਨਾਂ ਦੀਆਂ ਉਹ ਦਵਾਈਆਂ ਵੀ ਜਿਹੜੀਆਂ ਹੈਗੀਆਂ ਉਹ ਬੰਦ ਹੋ ਸਕਦੀਆਂ ਹੈਗੀਆਂ। ਸੋ ਇਸ ਤਰੀਕੇ ਦੇ ਨਾਲ ਜਿਹੜਾ ਆ ਉਹ ਸਾਡੇ ਬਹੁਤ ਲੋਕ ਹੈ ਜਿਹੜੇ ਕਿ ਅਨਨੈਸੇਸਰੀ, ਅਸੀਂ ਆਈ ਥਿੰਕ ਪਿਛਲੇ ਵੀਕ ਵੀ ਗੱਲ ਕੀਤੀ ਸੀਗੀ ਕਿ ਅਨਨੈਸੇਸਰੀ ਦਵਾਈਆਂ ਜਿਹੜੀਆਂ ਉਹ ਖਾ ਰਹੇ ਹੁੰਦੇ ਹੈਗੇ ਆ। ਹਰ ਕਿਚਨ ਦੇ ਵਿੱਚ ਜਿਹੜੀ ਆ ਇੱਕ ਮੈਡੀਸਨ ਕੈਬਨਿਟ ਹੈ ਜਿਹੜੀ ਕਿ ਭਰੀਆਂ ਹੁੰਦੀਆਂ ਹੈਗੀਆਂ ਤੁਹਾਡੀ ਪ੍ਰਿਸਕ੍ਰਿਪਸ਼ਨ ਡਰੱਗਸ ਦੇ ਨਾਲ। ਸਿਸਟਮ ਇਸ ਤਰੀਕੇ ਦਾ ਆ ਕਿ ਜਦੋਂ ਵੀ ਉਹ ਖਤਮ ਹੋਣ ਲੱਗਦੀ ਹੈ ਅਤੇ ਉਹ ਫਾਰਮੇਸੀ ਤੋਂ ਆਟੋਮੈਟੀਕਲੀ ਫੋਨ ਆ ਜਾਂਦਾ ਕਿ ਲਓ ਜੀ ਤੁਹਾਡੀ ਪ੍ਰਿਸਕ੍ਰਿਪਸ਼ਨ ਜਿਹੜੀ ਹੈਗੀ ਉਹ ਖਤਮ ਹੋਣ ਵਾਲੀ ਆ ਅਤੇ ਦੂਜੀ ਹੁਣ ਆ ਜਾਓ ਤੁਸੀਂ ਲੈਣ, ਆ ਜਾਓ ਲੈ ਜਾਓ, ਰੈਡੀ ਹੈ ਜੀ ਬਿਲਕੁਲ। ਸੋ ਇਸ ਤਰੀਕੇ ਦੇ ਨਾਲ ਉਹ ਫਿਰ ਐਂਡ ਉਹ ਜਿੱਦਾਂ ਸੀਨੀਅਰ ਏਜਿਸ ਦੇ ਵਿੱਚ ਜਾਂਦੇ ਆ ਆਪਾਂ, ਉਹ ਦਵਾਈਆਂ ਵੈਸੇ ਹੀ ਜਿਹੜੀਆਂ ਉਹ ਫ੍ਰੀ ਹੋ ਜਾਂਦੀਆਂ ਇੱਥੇ, ਅਤੇ ਉਹ ਲੱਗਦਾ ਇੱਦਾਂ ਵੀ ਚਲੋ ਫ੍ਰੀ ਆ ਕੋਈ ਗੱਲ ਨਹੀਂ ਲੈ ਆਓ ਅਤੇ ਖਾ ਲਓ। ਉਹ ਫ੍ਰੀ ਦੇ ਚੱਕਰ ਦੇ ਵਿੱਚ ਹੀ ਜਿਹੜਾ ਉਹ ਅਸੀਂ ਆਪਣਾ ਫਾਇਦਾ ਕਰਨ ਦੀ ਬਜਾਏ ਜਿਹੜਾ ਉਹ ਅਸੀਂ ਕਈ ਵਾਰੀ ਜਾਣੇ ਅਣਜਾਣੇ ਦੇ ਵਿੱਚ ਆਪਣੀ ਬਾਡੀ ਦਾ ਨੁਕਸਾਨ ਕਰ ਰਹੇ ਹੁੰਦੇ ਆ। ਸੋ ਜਦੋਂ ਅਸੀਂ ਆਯੁਰਵੈਦਿਕ ਤਰੀਕੇ ਨਾਲ ਇਲਾਜ ਕਰਦੇ ਹਾਂ ਅਤੇ ਉਹਦੇ ਵਿੱਚ ਜਦੋਂ ਕਈ ਵਾਰੀ ਅਸੀਂ ਕਹੀਦੇ ਆ ਵੀ ਭਾਈ ਇੱਦਾਂ ਦੀ ਤੁਹਾਨੂੰ ਜ਼ਰੂਰਤ ਹੀ ਹੈ ਨਹੀਂ, ਇਹਨਾਂ ਨੂੰ ਬੰਦ ਕਰ ਦਿਓ, ਅਤੇ ਉਹ ਕਈ ਵਾਰੀ ਪੇਸ਼ੈਂਟ ਐਜ਼ ਏ ਸ਼ੌਕ ਦੀ ਤਰ੍ਹਾਂ ਹੁੰਦੇ ਆ ਕਿ ਵੀ ਇਹ ਕਿੱਦਾਂ ਹੋ ਗਿਆ।
ਜੀ ਜੀ। ਸੋ ਇਹ ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਜਦੋਂ ਅਸੀਂ ਪੂਰੀ ਬਾਡੀ ਦੀ ਅਸੈਸਮੈਂਟ ਜਦੋਂ ਕਰਦੇ ਹਾਂ ਪੇਸ਼ੈਂਟ ਦੀ, ਉਹਦੇ ਹਿਸਾਬ ਦੇ ਨਾਲ ਰੈਕਮੈਂਡੇਸ਼ਨਸ ਕੀਤੀਆਂ ਜਾਂਦੀਆਂ। ਕਈ ਵਾਰੀ ਕੁਝ ਦਵਾਈਆਂ ਜਿਹੜੀਆਂ ਹੁੰਦੀਆਂ ਉਹ ਸਾਨੂੰ ਸਿਸਟਮੈਟਿਕਲੀ ਤਰੀਕੇ ਨਾਲ ਛਡਾਉਣੀਆਂ ਪੈਂਦੀਆਂ, ਪ੍ਰਾਇਓਰਟੀਜ਼ ਦੇ ਹਿਸਾਬ ਦੇ ਨਾਲ, ਕਿ ਪਹਿਲਾਂ ਆਹ ਛੱਡਣੀ, ਦੂਸਰੀ ਆਹ ਛੱਡਣੀ, ਤੀਸਰੀ ਆਹ। ਸੋ ਉਹ ਹਰ ਇੱਕ ਦੀ ਇੰਡੀਵਿਜੂਅਲ ਦੀ ਜਿਹੜੀ ਆ ਉਹ ਅਸੈਸਮੈਂਟ ਵੱਖਰੀ ਹੁੰਦੀ ਹੈਗੀ ਆ। ਕਈ ਕੇਸਿਸ ਦੇ ਵਿੱਚ ਅਸੀਂ ਸਾਰੀਆਂ ਹੀ ਕਹਿ ਦਈਦੀਆਂ ਵੀ ਭਾਈ ਬੰਦ ਕਰ ਦਿਓ ਇੱਕੋ ਰਾਈਟ ਵੇ। ਕਈ ਕੇਸਿਸ ਦੇ ਵਿੱਚ ਜਿਹੜੀਆਂ ਉਹਨਾਂ ਨੂੰ ਕੱਲੀ ਕਰਕੇ ਜਿਹੜੀ ਉਹ ਬੰਦ ਕਰਾਉਣੀ ਪੈਂਦੀ। ਸੋ ਇਸ ਤਰੀਕੇ ਦੇ ਨਾਲ ਚੱਲਦਾ। ਜੇ ਤੁਹਾਡੀ ਵੀ, ਤੁਸੀਂ ਵੀ ਬਹੁਤ ਜ਼ਿਆਦਾ ਦਵਾਈਆਂ ਖਾ ਰਹੇ ਹੋ ਔਰ ਉਹਨਾਂ ਨੂੰ ਤੁਸੀਂ ਖਾ ਕੇ ਅੱਕ ਚੁੱਕੇ ਹੋ, ਫਰਕ ਕੋਈ ਪੈ ਨਹੀਂ ਰਿਹਾ, ਸਿਰਫ ਟੈਂਪਰੇਰੀ ਤੌਰ ਦੇ ਉੱਤੇ ਸਾਰਾ ਕੁਝ ਹੋ ਰਿਹਾ, ਤੇ ਫਿਰ ਤੁਹਾਨੂੰ ਆਯੁਰਵੈਦਿਕ ਟਰੀਟਮੈਂਟ ਜਿਹੜੇ ਉਹਨਾਂ ਦੇ ਬਾਰੇ ਸੋਚਣਾ ਚਾਹੀਦਾ ਆ। ਉਹਦੇ ਵਾਸਤੇ ਸਾਡਾ ਨੰਬਰ ਹੈ 905 874 3333 9058743333। ਵੰਸ ਅਗੇਨ, ਜੇ ਕਿਸੇ ਦਾ ਕੋਈ ਹੁਣ ਮੈਸੇਜ ਕਰਨਾ ਚਾਹੁੰਦੇ ਆ ਆਪਣਾ ਕੁਐਸਚਨ ਦਾ, ਤਾਂ ਗੁਰਪਾਲ ਜੀ ਦੇ ਨੰਬਰ ਦੇ ਉੱਤੇ ਕੀਤਾ ਜਾ ਸਕਦਾ ਆ 647 281 48 57 ਦੇ ਉੱਤੇ। ਵੰਸ ਅਗੇਨ 647 281 48 57। ਜੀ ਰੂਬਤ ਸਾਹਿਬ, ਕੁਐਸਚਨ ਆਪਣੇ ਤੋਂ ਪਹਿਲੇ ਕਾਫੀ ਆ ਚੁੱਕੇ, ਆਪਾਂ ਉਹਨਾਂ ਦੀ ਗੱਲਬਾਤ ਵੀ ਕਰਾਂਗੇ। ਉਸ ਤੋਂ ਪਹਿਲਾਂ ਦੱਸ, ਰੂਬਤ ਸਾਹਿਬ ਉਮਰ ਦੱਸੀ ਗਈ ਆ 35 ਸਾਲ ਦੀ ਫੀਮੇਲ, ਤੇ ਕਹਿੰਦੇ ਪੀਰੀਅਡ ਘੱਟ ਵੱਧ ਹੋ ਜਾਂਦੇ ਨੇ ਮੰਥ ਬਾਅਦ, ਤੇ ਉਹਦੇ ਬਾਅਦ ਕਈ ਵਾਰ ਬਲੀਡਿੰਗ ਜ਼ਿਆਦਾ ਹੁੰਦੀ, ਕਈ ਵਾਰ ਘੱਟ ਹੁੰਦੀ ਹੈ, ਜਿਹਦੇ ਨਾਲ ਸਿਰ ਦਰਦ ਤੇ ਵੀਕਨੈਸ ਬਹੁਤ ਜ਼ਿਆਦਾ ਹੁੰਦਾ ਜੀ। ਉਹ ਪਹਿਲਾਂ ਤਾਂ ਜਿਹੜਾ ਹੈਗਾ ਇਹਨਾਂ ਨੂੰ ਚੈੱਕ ਕਰਵਾਉਣਾ ਚਾਹੀਦਾ ਆਪਣੀ ਅਲਟਰਾਸਾਊਂਡ ਕਰਵਾ ਕੇ ਕਿ ਕੀ ਕਿਤੇ PCOS ਦੀ ਪ੍ਰੋਬਲਮ ਤੇ ਨਹੀਂ ਹੈ। ਸੋ ਪੋਲੀਸਿਸਟਿਕ ਓਵਰੀ ਸਿੰਡਰਮ, ਉਹ ਜਿਹੜੀ ਹੈ ਉਹਦੇ ਵਿੱਚ ਕੀ ਹੈ ਕਿ ਯੂਟਰਸ ਦੇ ਵਿੱਚ ਜਿਹੜੀ ਹੈ ਸਿਸਟ ਬਣ ਜਾਂਦੀਆਂ ਹੈਗੀਆਂ, ਜਾਂ ਰਸੌਲੀਆਂ, ਪਾਣੀ ਵਾਲੀਆਂ ਰਸੌਲੀਆਂ ਜਿਹੜੀਆਂ ਉਹ ਬਣ ਜਾਂਦੀਆਂ, ਜਿਹਦੇ ਕਰਕੇ ਪ੍ਰੋਬਲਮ ਜਿਹੜੀਆਂ ਹੈਗੀਆਂ ਉਹ ਇੱਦਾਂ ਦੀਆਂ ਆ ਜਾਂਦੀਆਂ ਹੁੰਦੀਆਂ, ਜਿਹਦੇ ਵਿੱਚ ਪੀਰੀਅਡਸ ਦੀ ਜਿਹੜੀ ਉਹ ਘਾਟ-ਵਾਧ ਹੋ ਰਹੀ ਹੈਗੀ ਹੈ। ਸੋ ਜੇ ਇਹਨਾਂ ਨੇ ਅਲਟਰਾਸਾਊਂਡ ਕਰਾਈ ਹੋਈ ਹੈਗੀ ਆ ਤੇ ਉਹਦੇ ਵਿੱਚ PCOS ਉਹਨਾਂ ਦਾ ਨਹੀਂ ਆਇਆ ਹੋਇਆ, ਜਾਂ ਫਾਈਬਰੋਇਡਸ ਕਿਸੇ ਤਰੀਕੇ ਦੇ ਨਹੀਂ ਆਏ ਹੋਏ, ਦੈਨ ਫਿਰ ਜਿਹੜੀ ਹੈਗੀ ਆ ਉਹਦੇ ਵਾਸਤੇ ਆਪਣੀ ਅਸ਼ੋਕਾ, ਜਿਹੜੀ ਸਾਡੀ ਇੱਕ ਬੂਟੀ ਹੁੰਦੀ ਹੈਗੀ ਆ, ਉਹ 'ਚ ਅਸ਼ੋਕਾ ਰਿਸਟ, ਕਈ ਤਰ੍ਹਾਂ ਦੇ ਲਿਕੁਇਡਸ ਜਿਹੜੇ ਹੈਗੇ ਆ ਉਹ ਵੀ ਇਸਤੇਮਾਲ ਕੀਤੇ ਜਾਂਦੇ ਆ। ਜਾਂ ਸ਼ਤਾਵਰੀ, ਜਿਹੜੀ ਸ਼ਤਾਵਰੀ ਆ ਉਹ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਲੇਡੀਜ਼ ਦੇ ਵਾਸਤੇ ਜਿਹੜੀ ਆ ਪੀਰੀਅਡਸ ਨੂੰ ਰੈਗੂਲੇਟ ਕਰਨ ਦੇ ਵਾਸਤੇ ਜਿਹੜੀ ਉਹ ਇਸਤੇਮਾਲ ਕੀਤੀ ਜਾਂਦੀ ਹੈ। ਸੋ ਅਸ਼ੋਕਾ ਹੋ ਗਈ, ਸ਼ਤਾਵਰੀ ਹੋ ਗਈ, ਐਂਡ ਕਈ ਜੇ ਇਹੋ ਦੁਬਲੇ ਪਤਲੇ ਹੈਗੇ ਆ ਤੇ ਫਿਰ ਅਸ਼ਵਗੰਧਾ। ਸੋ ਅਸ਼ਵਗੰਧਾ ਵੀ ਜਿਹੜੀ ਆ ਉਹ ਇਹਨਾਂ ਨੂੰ, ਇਹਨਾਂ ਦੇ ਪੀਰੀਅਡਸ ਨੂੰ ਜਿਹੜੀ ਉਹ ਰੈਗੂਲੇਟ ਕਰੇਗੀ। ਸੋ ਡਿਪੈਂਡਿੰਗ ਔਨ ਕਿ ਇਹਨਾਂ ਦੀ ਬਾਡੀ ਕੰਪੋਜੀਸ਼ਨ ਕਿੱਦਾਂ ਆ, ਫਿਰ ਉਸ ਹਿਸਾਬ ਦੇ ਨਾਲ ਜਿਹੜੀ ਉਹ ਅਸ਼ਵਗੰਧਾ ਐਡ ਕੀਤੀ ਜਾ ਸਕਦੀ ਹੈ। ਜੇ ਉਹਨਾਂ ਦਾ ਵੈਸੇ ਸਰੀਰ ਭਾਰਾ ਆ ਫਿਰ ਅਸੀਂ ਰੈਕਮੈਂਡ ਨਹੀਂ ਕਰਦੇ, ਕਿਉਂਕਿ ਅਸ਼ਵਗੰਧਾ ਦੇ ਨਾਲ ਭਾਰ ਵੱਧ ਸਕਦਾ। ਸੋ ਜੇ ਉਹਨਾਂ ਦੀ ਸਲਿਮ ਟ੍ਰਿਮ ਹੈਗੀ ਆ ਬਾਡੀ, ਤੇ PCOS ਜਿਹੜੀ ਉਹ ਨਹੀਂ ਆ ਉਹਨਾਂ ਨੂੰ, ਜੇ PCOS ਹੈ ਤੇ ਫਿਰ ਉਸ ਕੇਸ ਦੇ ਵਿੱਚ ਜਿਹੜੀ ਹੈ ਨਾਲ ਪੁਨਰਵਾਸ ਜਾਂ ਏਟਸੈਟ ਬੂਟੀ ਜਿਹੜੀ ਉਹ ਦਿੱਤੀ ਜਾ ਸਕਦੀ ਹੈ, ਕਿਉਂਕਿ ਉਹਦੇ ਨਾਲ ਫਿਰ ਉਹ ਜਿਹੜੀਆਂ ਉਹਨਾਂ ਦੀਆਂ ਵਾਟਰ ਸਿਸਟ ਹੁੰਦੀਆਂ ਹੈਗੀਆਂ ਉਹ ਖਤਮ ਹੋ ਜਾਂਦੀਆਂ। ਕਈ ਕੇਸਿਸ ਦੇ ਵਿੱਚ ਜਿਹੜਾ ਆ ਲੋਕਲ ਜਿਹੜੇ ਸਾਡੇ ਪੇਸ਼ੈਂਟਸ ਹੁੰਦੇ ਹੈਗੇ ਆ ਉਹਨਾਂ ਨੂੰ ਸਟਮਕ ਦੇ ਉੱਤੇ ਥੈਰੇਪੀਜ਼ ਕਰਨ ਦੀ ਜ਼ਰੂਰਤ ਹੁੰਦੀ ਹੈਗੀ ਹੈ, ਵਰਸ ਕੇਸ ਸਿਨੈਰੀਓ, ਜਿਹਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈਗੀ ਹੈ ਉਸ ਕੇਸ ਦੇ ਵਿੱਚ। ਬਟ ਇਹਨਾਂ ਦੀ ਲੱਗਦਾ ਨਹੀਂ ਹੈ ਕਿ ਇੰਨੀ ਜ਼ਿਆਦਾ ਪ੍ਰੋਬਲਮ ਹੈ, ਕਿਉਂਕਿ ਉਹ ਦੱਸ ਰਿਹਾ ਕਿ ਸਿਰਫ ਸਕਿਪ ਹੋ ਰਹੀ ਹੈਗੀ ਹੈ, ਬਟ ਐਕਸੈਸਿਵ ਬਲੀਡਿੰਗ ਨਹੀਂ ਹੋ ਰਹੀ। ਸੋ ਉਸ ਕੇਸ ਦੇ ਵਿੱਚ ਜਿਹੜੀ ਆ ਰੂਬਤ ਸਾਹਿਬ, ਸੌਰੀ ਵਿੱਚੇ ਮੈਂ ਰੁਕਦਾ, ਇੱਕ ਸਟਾਬਰੀ ਹੁੰਦੀ ਹੈ ਤੇ ਇੱਕ ਸਤਾਵਰੀ, ਜਿਹੜੀ ਤੁਸੀਂ ਇਹ ਡਿਫਰੈਂਟ ਹੈ ਕਿ ਇੱਕੋ ਚੀਜ਼ ਹੈ ਦੋਨੋਂ? ਨਹੀਂ, ਇੱਕੋ ਹੀ ਚੀਜ਼ ਹੈਗੀ ਆ। ਵਰਡਸ ਜਿਹੜੇ ਆ ਉਹ ਕਈ ਸਤਾਵਰ ਕਹਿ ਦਿੰਦੇ ਆ, ਕਈ ਉਹਨੂੰ ਸ਼ਤਾਵਰੀ ਕਹਿ ਦਿੰਦੇ ਆ, ਕਈ ਸ਼ਤਾਵਰ ਕਹਿੰਦੇ ਆ। ਪਰ ਇਹ ਜਿਹੜੀ ਸਟਾਬਰੀ ਆਪਾਂ ਖਾਂਦੇ ਆ ਉਹੀ ਚੀਜ਼ ਜਿਹੜੀ ਫਰੂਟ ਦੇ ਤੌਰ? ਨਹੀਂ, ਸਟ੍ਰਾਬੇਰੀ ਤਾਂ ਖੈਰ ਉਹ ਤਾਂ ਸਟ੍ਰਾਬੇਰੀ ਤਾਂ ਇੱਕ ਡਿਫਰੈਂਟ, ਹਾਂ ਮੈਂ ਉਹੀ ਗੱਲ ਕਰ, ਹਾਂ। ਨਹੀਂ, ਸਟ੍ਰਾਬੇਰੀ ਇੱਕ ਡਿਫਰੈਂਟ ਹੁੰਦੀ ਹੈ, ਲੰਬੀਆਂ ਜਿੱਦਾਂ ਹੁੰਦੀਆਂ ਉਹ ਜਿਹੀਆਂ, ਹਾਂਜੀ, ਨੂਡਲ ਟਾਈਪ ਜਿਹੜੇ ਆ ਉਹ ਲੰਬੇ ਜਿਹੜੀਆਂ ਇੱਦਾਂ ਦੀ ਹੁੰਦੀ ਸਟ੍ਰਾਬੇਰੀ। ਸੋ ਇਸ ਤਰੀਕੇ ਦੇ ਨਾਲ ਉਹਨੂੰ ਇਸਤੇਮਾਲ ਕੀਤਾ ਜਾਂਦਾ ਦਵਾਈਆਂ ਦੇ ਵਿੱਚ। ਜੀ। ਸੋ ਇਹ ਜਿਹੜੀ ਸ਼ਤਾਵਰੀ ਆ ਇਹ ਬਹੁਤ ਵਧੀਆ ਤਰੀਕੇ ਨਾਲ ਵਰਕ ਕਰਦੀ ਹੈ ਲੇਡੀਜ਼ ਦੇ ਵਿੱਚ। ਉਹਨਾਂ ਨੂੰ ਓਵਰਆਲ ਜੇ ਕਿਸੇ ਨੂੰ ਪੀਰੀਅਡ ਦੀ ਪ੍ਰੋਬਲਮ ਨਹੀਂ ਵੀ ਹੈ ਤਾਂ ਵੀ ਇਸਤੇਮਾਲ ਕੀਤੀ ਜਾਂਦੀ ਹੈ, ਸਿੰਪਲੀ ਤਾਕਤ ਦੇ ਵਾਸਤੇ। ਕਈ ਲੇਡੀਜ਼ ਕਹਿੰਦੀਆਂ ਕਿ ਮੈਨੂੰ ਵੀਕਨੈਸ ਜਿਹੜੀ ਉਹ ਮਹਿਸੂਸ ਹੁੰਦੀ ਹੈ, ਸੋ ਉਹਦੇ ਵਿੱਚ ਵੀ ਸ਼ਤਾਵਰੀ ਦੇ ਨਾਲ ਮੋਰਿੰਗਾ ਦਿੱਤੀ ਜਾਂਦੀ ਹੈ ਅਤੇ ਉਹਦੇ ਨਾਲ ਉਹ ਵੀਕਨੈਸ ਦੂਰ ਹੋ ਜਾਂਦੀ ਹੈ। ਈਵਨ ਮੋਰਿੰਗਾ ਜਿਹੜੀ ਹੈ ਉਹ ਛਾਈਆਂ ਨੂੰ ਵੀ ਲੇਡੀਜ਼ ਦੇ ਵਿੱਚ ਠੀਕ ਕਰਦੀ ਹੈ। ਸੋ ਕਈ ਤਰੀਕੇ ਦੇ ਨਾਲ ਜਿਹੜੀਆਂ ਇਹੋ ਵਰਕ ਕਰਦੀਆਂ। ਸੋ ਇਹਨਾਂ ਦੇ ਕੇਸ ਦੇ ਵਿੱਚ ਕਿਉਂਕਿ ਆਪਣੇ ਕੋਲ ਹੁਣ ਕੰਪਲੀਟ ਹਿਸਟਰੀ ਨਹੀਂ ਹੈਗੀ, ਬਟ ਇਸ ਤੋਂ ਇਲਾਵਾ
ਜੇ PCOS ਨਹੀਂ ਹੈ ਤਾਂ ਫਿਰ ਇਹਨਾਂ ਦਾ ਟ੍ਰੀਟਮੈਂਟ ਜਿਹੜਾ ਉਹ ਜ਼ਿਆਦਾ ਈਜ਼ੀ ਹੋ ਜਾਂਦਾ, ਬਟ ਜੇ PCOS ਹੈ ਤੇ ਫਿਰ ਉਹਨਾਂ ਦਾ ਟ੍ਰੀਟਮੈਂਟ ਥੋੜ੍ਹਾ ਜਿਹਾ ਲੈਂਥੀ ਹੋ ਜਾਂਦਾ। ਬਟ ਦੋਨੋਂ ਕੇਸਿਸ ਦੇ ਵਿੱਚ ਡੈਫੀਨੇਟਲੀ ਇਹ ਠੀਕ ਹੋ ਸਕਦੇ ਆ। ਐਵਰੇਜਲੀ 3 ਤੋਂ 6 ਮਹੀਨੇ ਜਿਹੜੇ ਉਹ ਕਈ ਵਾਰੀ ਲੱਗ ਜਾਂਦੇ ਹੁੰਦੇ ਇਹਨਾਂ ਨੂੰ ਪ੍ਰੋਪਰ ਠੀਕ ਹੋਣ ਨੂੰ, ਕਿਉਂਕਿ ਜਿਹੜੇ ਪੀਰੀਅਡਸ ਦੀ ਦਵਾਈ ਹੁੰਦੀ ਹੈਗੀ ਆ ਜਾਂ ਪੀਰੀਅਡਸ ਨੂੰ ਠੀਕ ਕਰਨ ਦੇ ਵਾਸਤੇ ਐਂਡੋਕਰਾਈਨ ਸਿਸਟਮ ਜਿਹੜਾ ਆ ਉਹਦੇ ਉੱਤੇ ਵਰਕ ਕੀਤਾ ਜਾਂਦਾ। ਰਿਮੈਂਬਰ ਜਿਹੜਾ ਐਂਡੋਕਰਾਈਨ ਸਿਸਟਮ ਹੈ ਇਹਦੇ ਵਿੱਚ ਸਾਰੇ ਹਾਰਮੋਨਲ ਸਿਕ੍ਰੇਟਿੰਗ ਗਲੈਂਡਸ ਆਉਂਦੇ ਹੈਗੇ ਆ, ਤੇ ਜਿਹੜਾ ਐਂਡੋਕਰਾਈਨ ਸਿਸਟਮ ਹੈ ਇਹ ਸਭ ਤੋਂ ਸਲੋ ਹੈ ਸਾਡੀ ਬੋਡੀ ਦੇ ਵਿੱਚ। ਟੋਟਲ 11 ਸਿਸਟਮ ਹੈ ਬੋਡੀ ਦੇ ਵਿੱਚ, ਸਭ ਤੋਂ ਫਾਸਟ ਜਿਹੜਾ ਉਹ ਹੈਗਾ ਨਰਵਸ ਸਿਸਟਮ, ਤੇ ਸਭ ਤੋਂ ਸਲੋ ਹੈ ਉਹ ਹੈਗਾ ਐਂਡੋਕਰਾਈਨ ਸਿਸਟਮ। ਇਹਦੇ ਵਿੱਚ ਸਾਰੀਆਂ ਚੀਜ਼ਾਂ ਬਹੁਤ ਸਲੋ ਚੱਲਦੀਆਂ ਹੈਗੀਆਂ, ਕਈ ਦਿਨ ਲੱਗ ਜਾਂਦੇ, ਕਈ ਮਹੀਨੇ ਲੱਗ ਜਾਂਦੇ। ਸੋ ਇਸ ਕਰਕੇ ਇਹਦਾ ਟ੍ਰੀਟਮੈਂਟ ਜਿਹੜਾ ਆ ਉਹ ਲੰਬਾ ਹੁੰਦਾ ਹੈਗਾ, ਕਿਉਂਕਿ ਜਿਹੜਾ ਐਂਡੋਕਰਾਈਨ ਸਿਸਟਮ ਇਟਸੈਲਫ ਜਿਹੜਾ ਆ ਉਹ ਸਭ ਤੋਂ ਸਲੋ ਹੁੰਦਾ ਹੈਗਾ। ਬਟ ਡੈਫੀਨੇਟਲੀ ਆਯੁਰਵੈਦਿਕ ਤਰੀਕੇ ਦੇ ਨਾਲ ਇਹਨਾਂ ਨੂੰ ਠੀਕ ਜ਼ਰੂਰ ਕੀਤਾ ਜਾ ਸਕਦਾ। 905 874 3333 905 874 3333 ਗੱਲਬਾਤ ਚੱਲਦੀ ਪਈ ਰੂਬਲ ਸਾਹਿਬ ਦੇ ਨਾਲ। ਦੇਸੀ ਖਾਓ, ਰੋਗ ਭਜਾਓ ਤੇ ਤੰਦਰੁਸਤੀ ਪਾਓ। ਤੰਦਰੁਸਤੀ ਦਾ ਰਾਜ ਇਹਨਾਂ ਜੜੀ ਬੂਟੀਆਂ ਵਿੱਚ ਹੈ। ਜੜੀ ਬੂਟੀਆਂ ਤੁਹਾਡੀ ਬਿਮਾਰੀ ਨੂੰ ਜਾਂ ਜੜ ਤੋਂ ਕਿਵੇਂ ਕੱਢਦੀਆਂ ਨੇ, ਇਹ ਜੜੀ ਬੂਟੀਆਂ ਦਾ ਕਮਾਲ ਹੈ। ਰੂਬਲ ਸਾਹਿਬ ਤੁਹਾਡੇ ਬੜੇ ਵਧੀਆ ਤਰੀਕੇ ਦੇ ਨਾਲ ਸਵਾਲਾਂ ਦੇ ਆਨਸਰ ਦੇ ਰਹੇ ਨੇ ਤੇ ਬੜੇ ਵਧੀਆ ਤਰੀਕੇ ਦੇ ਨਾਲ ਤੁਹਾਡਾ ਟ੍ਰੀਟਮੈਂਟ ਕਰਦੇ ਨੇ। ਖਾਸ ਕਰਕੇ ਇਹ ਤਾਂ ਕਹਿੰਦੇ ਹੁੰਦੇ ਨੇ ਕਿ ਤੁਹਾਨੂੰ ਸਾਡੇ ਕੋਲ ਆਉਣ ਦੀ ਜ਼ਰੂਰਤ ਹੀ ਨਹੀਂ, ਆਪਣੀ ਡਾਈਟ ਨੂੰ ਪ੍ਰੋਪਰ ਵੇ ਦੇ ਨਾਲ ਸ਼ੁਰੂ ਕਰੋ, ਕਿਉਂਕਿ ਪਹਿਲਾਂ ਜੋ ਡਾਈਟ ਤੁਸੀਂ ਕਰ ਰਹੇ ਹੋ ਗਲਤ ਤਰੀਕੇ ਦੀ ਡਾਈਟ ਕਰ ਰਹੇ ਹੋ, ਤੁਸੀਂ ਗਲਤ ਤਰੀਕੇ ਨਾਲ ਖਾਣ ਖਾ ਰਹੇ ਹੋ। ਖਾਣ ਪੀਣ ਦਾ ਤੇ ਬੇਸ਼ੱਕ ਸਾਡਾ ਉਹੀ ਹੁੰਦਾ, ਲੇਕਿਨ ਉਹਨੂੰ ਸਹੀ ਤਰੀਕੇ ਦੇ ਨਾਲ ਖਾਣਾ ਉਹ ਬਹੁਤ ਮਾਇਨੇ ਰੱਖਦਾ ਹੈ। ਚੀਜ਼ਾਂ ਉਹੀ ਹੁੰਦੀਆਂ ਨੇ, ਖਾਣੀਆਂ ਹੁੰਦੀਆਂ, ਲੇਕਿਨ ਮੈਨੇਜ ਕਰਨੇ ਦਾ ਤਰੀਕਾ ਆਪੋ ਆਪਣਾ ਹੁੰਦਾ। ਲੇਕਿਨ ਸਹੀ ਤਰੀਕੇ ਨਾਲ ਮੈਨੇਜ ਕੀਤਾ ਜਾਵੇ ਤੇ ਤੁਹਾਡੀ ਬੋਡੀ ਮੈਨੇਜ ਹੋ ਜਾਂਦੀ। ਬੋਡੀ ਮੈਨੇਜ ਹੋ ਗਈ ਤੇ ਬਿਮਾਰੀਆਂ ਆਪਣੇ ਆਪ ਹੀ ਉਹਦੇ ਵਿੱਚੋਂ ਦੂਰ ਹੋ ਜਾਂਦੀਆਂ ਨੇ। ਰੂਬਲ ਸਾਹਿਬ ਉਮਰ ਦੱਸੀ ਗਈ ਹੈ ਜੀ 40 ਸਾਲ ਦੇ ਮੇਲ ਨੇ। ਐਸਿਡ ਕਹਿੰਦੇ ਬਹੁਤ ਜ਼ਿਆਦਾ ਬਣਦਾ, ਕਈ ਚੀਰਾਂ ਤੋਂ ਬਣਦਾ, ਕਦੀ ਹਟ ਜਾਂਦਾ, ਫਿਰ ਘਟ ਜਾਂਦਾ, ਫਿਰ ਵੱਧ ਜਾਂਦਾ। ਇਸ ਤੋਂ ਕਾਫੀ ਦੁਖੀ ਆ ਤੇ ਇਹਦਾ ਟ੍ਰੀਟਮੈਂਟ ਕੀ ਹੋ ਸਕਦਾ ਜੀ? well ਦੇਖੋ ਐਸਿਡ ਜਿਹੜਾ ਬਣਨਾ ਹੈਗਾ ਆ, ਪਹਿਲੀ ਗੱਲ ਤੇ ਇਹ ਕੋਈ ਬਿਮਾਰੀ ਨਹੀਂ ਹੈ। ਇਹ ਅਸੀਂ ਪਹਿਲਾਂ ਵੀ ਬੜੀ ਗੱਲ ਕੀਤੀ ਹੈ ਕਿ ਇਹ ਸਾਡੀ ਡਾਈਟ ਦੇ ਨਾਲ ਰਿਲੇਟਡ ਚੀਜ਼ ਹੈਗੀ ਆ। ਆਯੁਰਵੈਦ ਦੇ ਵਿੱਚ ਜਦੋਂ ਅਸੀਂ ਦੇਖਦੇ ਹੈਗੇ ਆ ਤੇ ਸਾਡੀ ਬੋਡੀ ਦੇ ਵਿੱਚ, ਜਿਵੇਂ ਅਸੀਂ ਬੜੀ ਵਾਰੀ ਗੱਲ ਕੀਤੀ ਕਿ ਵਾਤ, ਪਿੱਤ ਤੇ ਕਫ, ਇਹ ਤਿੰਨ ਜਿਹੜੀਆਂ ਬੋਡੀ ਕੰਪੋਜੀਸ਼ਨਸ ਹੁੰਦੀਆਂ ਹੈਗੀਆਂ। ਜਦੋਂ ਬੋਡੀ ਦੇ ਅੰਦਰ ਯਥਰ ਅਗਨੀ ਵਧੇਗੀ ਉਹਦੇ ਨਾਲ ਜਿਹੜਾ ਸਾਡਾ ਪਿੱਤ ਜਿਹੜਾ ਆ ਉਹ ਖਰਾਬ ਹੋਏਗਾ। ਜਦੋਂ ਪਿੱਤ ਜਿਹੜਾ ਸਾਡਾ ਖਰਾਬ ਹੋਏਗਾ ਤੇ ਉਹਦੇ ਨਾਲ ਐਕਸੈਸਿਵ ਜਿਹੜੀ ਹਾਈਪਰ ਐਸਿਡਿਟੀ ਜਿਹੜੀ ਆ ਉਹ ਸਾਡੀ ਬੋਡੀ ਦੇ ਵਿੱਚ ਹੋਏਗੀ, ਜਿਹਨੂੰ ਕਿ ਅਸੀਂ ਆਮ ਐਸਿਡ ਰੀਫਲਕਸ ਕਹਿ ਦਿੰਦੇ ਹਾਂ। ਹੁਣ ਤੁਸੀਂ ਦੇਖੋ ਕਿ ਇੰਗਲਿਸ਼ ਦੇ ਵਿੱਚ ਜਿਹੜੀ ਆ ਉਹ ਤੁਸੀਂ ਓਮੈਪਰਾਜ਼ੋਲ ਜਾਂ ਰੈਨੈਟੀਡੀਨ ਇੱਦਾਂ ਦੀਆਂ ਦਵਾਈਆਂ ਜਿਹੜੀਆਂ ਉਹ ਖਾਲੀ ਪੇਟ ਖਾਧੀਆਂ ਜਾਂਦੀਆਂ, ਜਾਂ ਨੈਕਸੀਅਮ ਹੋ ਗਈ ਕੈਪਸੂਲਸ ਖਾਲੀ ਪੇਟ ਖਾਧੇ ਜਾਂਦੇ। ਉਹਨਾਂ ਦਾ ਮਕਸਦ ਕੀ ਆ? ਉਹਨਾਂ ਦਾ ਮਕਸਦ ਇਹ ਹੁੰਦਾ ਹੈ ਕਿ ਜਿਹੜੀ ਸਾਡੀ ਬੋਡੀ ਦੇ ਅੰਦਰ ਪੇਟ ਦੇ ਵਿੱਚ ਜਿਹੜਾ ਹਾਈਡਰੋਕਲੋਰਿਕ ਐਸਿਡ ਹੈ ਉਹਨੂੰ ਨਿਊਟਰਲਾਈਜ਼ ਕਰਨਾ ਜਾਂ ਉਹਨੂੰ ਘਟਾਉਣਾ। ਸੋ ਉਹ ਘਟਾਉਣ ਦੇ ਨਾਲ ਟੈਂਪਰੇਰੀ ਤੌਰ ਦੇ ਉੱਤੇ ਤਾਂ ਤੁਸੀਂ ਬੈਟਰ ਮਹਿਸੂਸ ਕਰਦੇ ਹੋ, ਪਰ ਉਹ ਥੋੜ੍ਹੇ ਚਿਰ ਬਾਅਦ ਜਿਹੜਾ ਉਹ ਫਿਰ ਐਸਿਡ ਜਿਹੜਾ ਉਹ ਬਣਨਾ ਸ਼ੁਰੂ ਹੋ ਜਾਂਦਾ। ਤੇ ਇਸੇ ਕਰਕੇ ਤੁਹਾਨੂੰ ਇਹ ਦਵਾਈਆਂ ਜਿਹੜੀਆਂ ਹਰ ਰੋਜ਼ ਹਰ ਸਵੇਰੇ ਜਿਹੜੀਆਂ ਉਹ ਖਾਣੀਆਂ ਪੈਂਦੀਆਂ। ਹੁਣ ਤੁਸੀਂ ਦੇਖੋ ਕਿ ਬੋਡੀ ਦੇ ਜੇ ਤੁਹਾਡੀ ਬੋਡੀ ਦੇ ਵਿੱਚ, ਤੁਹਾਡੀ ਬੋਡੀ ਹੈ ਹੀ ਪਿੱਤ ਪ੍ਰਧਾਨ, ਕਿਉਂਕਿ ਹਰ ਇੱਕ ਦੀ ਬੋਡੀ ਵੱਖਰੀ ਹੈ ਨਾ। ਸੋ ਉਹ ਲੋਕ ਜਿਨ੍ਹਾਂ ਦੀ ਬੋਡੀ ਪਿੱਤ ਪ੍ਰਧਾਨ ਹੋਏਗੀ ਉਹਨਾਂ ਨੂੰ ਐਸਿਡ ਦੀ ਪ੍ਰੋਬਲਮ ਰਹਿਣੀ ਹੈ, ਜੇਕਰ ਉਹ ਡਾਈਟ ਦੇ ਵਿੱਚ ਜ਼ਿਆਦਾ ਗਰਮ ਚੀਜ਼ਾਂ ਖਾ ਰਹੇ ਆ। ਸੋ ਇਹ ਇੱਕ ਸਿੰਪਲ ਜੀ ਗੱਲ ਹੈ, ਇਹਦੇ ਵਿੱਚ ਕੋਈ ਵੱਡੀ ਲੰਬੀ ਚੌੜੀ ਗੱਲ ਨਹੀਂ ਹੈਗੀ। ਸਿਰਫ ਇੰਨਾ ਕੁ ਤੁਹਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਜੇ ਪਿੱਤ ਪ੍ਰਧਾਨ ਬੋਡੀ ਹੈ ਤੇ ਉਹਦੇ ਵਿੱਚ ਤੁਸੀਂ ਗਰਮ ਚੀਜ਼ਾਂ ਨਹੀਂ ਖਾ ਸਕਦੇ। ਜੇ ਤੁਸੀਂ ਇੰਨੀ ਕੁ ਗੱਲ ਨੂੰ ਸਮਝ ਲਿਆ ਤੇ ਤੁਹਾਡੀ ਐਸਿਡ ਜਿਹੜਾ ਉਹ ਬਿਲਕੁਲ ਠੀਕ ਹੋ ਜਾਣਾ ਹੈਗਾ। ਇਹਦੇ ਵਿੱਚ ਕੋਈ ਦਵਾਈ ਦੀ ਜ਼ਰੂਰਤ ਨਹੀਂ ਹੈ, ਕੋਈ ਕੁਛ ਨਹੀਂ। ਪਰ ਪ੍ਰੋਬਲਮ ਇਹ ਕਿ ਅਸੀਂ ਕਰਨਾ ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਹੈਗੇ ਆ ਕਿ ਕੋਈ ਨਾ ਕੋਈ ਆਯੁਰਵੈਦਿਕ ਦਵਾਈ ਜਿਹੜੀ ਆ ਜਾਂ ਕਿਸੇ ਤਰ੍ਹਾਂ ਦੀ ਕੋਈ ਚੀਜ਼ ਸਾਨੂੰ ਮਿਲ ਜਾਵੇ ਕਿ ਅਸੀਂ ਉਹ ਖਾ ਕੇ ਸਾਡਾ ਐਸਿਡ ਵੀ ਬਿਲਕੁਲ ਠੀਕ ਹੋ ਜਾਏ ਤੇ ਅਸੀਂ ਉਹ ਚੀਜ਼ਾਂ ਖਾਈ ਵੀ ਜਾਈਏ ਜਿਹਦੀ ਵਜ੍ਹਾ ਦੇ ਕਰਕੇ ਐਸਿਡ ਬਣ ਰਿਹਾ। ਇੱਦਾਂ ਤਾਂ ਨਹੀਂ ਹੋਣਾ ਹੈਗਾ, ਹੈ ਨਾ। ਸੋ ਜਿਹੜੀ ਬੋਡੀ ਜੇ ਸਾਨੂੰ ਉਹ ਰਿਐਕਟ ਕਰ ਰਹੀ ਹੈ ਕਿਸੇ ਚੀਜ਼ ਤੋਂ ਗਰਮ ਤੋਂ, ਤੇ ਉਹ ਸਾਨੂੰ ਬੰਦ ਕਰਨੀ ਹੀ ਪੈਣੀ ਹੈ। ਸਭ ਤੋਂ ਪਹਿਲਾਂ ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਹਰ ਇੱਕ ਚੀਜ਼ ਹਰ ਇੱਕ ਬੰਦੇ ਦੇ ਵਾਸਤੇ ਨਹੀਂ ਬਣੀ ਖਾਣ ਲਈ। ਇਹ ਸਭ ਤੋਂ ਵੱਡੀ ਸਾਡੀ ਪ੍ਰੋਬਲਮ ਹੈਗੀ ਹੈ। ਅਸੀਂ ਸੋਚਦੇ ਹਾਂ ਕਿ ਹਰ ਇੱਕ ਚੀਜ਼ ਅਸੀਂ ਖਾ ਸਕਦੇ ਹੈਗੇ ਆ ਕਿਉਂਕਿ ਉਹ ਫਲਾਣਾ ਬੰਦਾ ਵੀ ਖਾ ਰਿਹਾ ਜਾਂ ਹੋਰ ਵੀ ਖਾ ਰਹੇ। ਈਵਨ ਕਿ ਇੱਕ ਪਰਿਵਾਰ ਦੇ ਵਿੱਚ ਜੇ 5 ਜੀ ਆ, ਈਵਨ 5 ਜੀਆਂ ਦੀ ਡਾਈਟ ਜਿਹੜੀ ਹੈ ਉਹ ਕਦੀ ਵੀ ਸੇਮ ਨਹੀਂ ਹੋ ਸਕਦੀ। ਪਰ ਤੁਸੀਂ ਦੇਖੋ ਅਸੀਂ ਕਰ ਕੀ ਰਹੇ ਹਾਂ, ਹਰ ਇੱਕ ਬੰਦਾ ਜਿਹੜਾ ਪਰਿਵਾਰ ਦੇ ਵਿੱਚ ਆ ਉਹ ਸੇਮ ਡਾਈਟ ਖਾ ਰਿਹਾ ਹੈਗਾ ਜਿਹੜੀ ਕਿ ਸਾਰੇ ਖਾ ਰਹੇ ਆ। ਹੋ ਸਕਦਾ ਉਹਦੇ ਵਿੱਚੋਂ ਇੱਕ ਬੰਦੇ ਦੀ ਠੀਕ ਹੋਵੇ ਡਾਈਟ, ਉਹਨੂੰ ਠੀਕ ਲੱਗਦੀ ਹੋਵੇ, ਹੋ ਸਕਦਾ ਚਾਰਾਂ ਨੂੰ ਨਾ ਲੱਗਦੀ ਹੋਵੇ। ਜਿਨ੍ਹਾਂ ਨੂੰ ਨਹੀਂ ਲੱਗ ਰਹੀ ਉਹਨਾਂ ਨੂੰ ਅੱਗੇ ਪ੍ਰੋਬਲਮ ਆਉਣੀਆਂ ਹੀ ਆਉਣੀਆਂ ਹੈਗੀਆਂ।
ਹੁਣ ਤੁਸੀਂ ਦੇਖੋ ਕਿ ਇਹਦੇ ਵਿੱਚ ਇਦਾਂ ਹੁੰਦਾ ਨਾ, ਕਈ ਵਾਰ ਆਪਾਂ ਖਾਂਦੇ ਖਾਂਦੇ ਲੈ ਖਾ ਕੇ ਦੇਖਿਆ ਕੋਈ ਬੜੀ ਚੀਜ਼ ਸਵਾਦ ਆ, ਵੀ ਤੁਹਾਡੇ ਸਵਾਦ ਦੇ ਕਰਕੇ ਦੂਜੇ ਬੰਦੇ ਨੂੰ ਸਵਾਦ ਲੱਗੇ ਚਾਹੇ ਨਾ ਲੱਗੇ, ਉਹਨੂੰ ਧੱਕੇ ਨਾਲ ਸਵਾਦ ਲਗਾ ਦੇਣੀ ਜੀ। ਅਸੀਂ ਪਿਛਲੇ ਵੀਕ ਗੱਲ ਕੀਤੀ ਸੀਗੀ ਕਿ ਜਿਹੜਾ ਇਹ ਮੌਸਮ ਹੈਗਾ ਹੈ, ਸਿਆਲ ਦਾ ਮੌਸਮ ਜਿਹੜਾ ਆ ਰਿਹਾ, ਉਹਦੇ ਵਿੱਚ ਸਾਨੂੰ ਗਰਮ ਚੀਜ਼ਾਂ ਜਿਹੜੀਆਂ ਉਹ ਖਾਣ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਵਾਤ ਤੇ ਕਫ ਜਿਹੜੀ ਹੈ ਉਹ ਵਧੀ ਹੁੰਦੀ ਹੈਗੀ ਹੈ। ਸੋ ਵਾਤ ਕਫ ਨੂੰ ਘਟਾਉਣ ਦੇ ਵਾਸਤੇ ਗਰਮ ਚੀਜ਼ਾਂ ਖਾਣੀਆਂ ਚਾਹੀਦੀਆਂ ਹੈਗੀਆਂ। ਪਰ ਹੁਣ ਪ੍ਰੋਬਲਮ ਗੱਲ ਫਿਰ ਉੱਥੇ ਆ ਜਾਂਦੀ ਪੰਜਾਬੀ ਡਾਇਟ ਦੇ ਉੱਤੇ, ਅਸੀਂ ਤਾਂ ਪੂਰਾ ਸਿਆਲ ਹੀ ਗਰਮ ਚੀਜ਼ਾਂ ਖਾ ਰਹੇ ਹਾਂ। ਅਸੀਂ ਤਾਂ ਗਰਮੀਆਂ ਦੇ ਵਿੱਚ ਚਾਹ ਦੇ ਵਿੱਚ ਵੀ ਅਦਰਕ ਜਿਹੜੀ ਉਹ ਸਿੱਟਦੇ ਹਾਂ, ਇੰਨੀ ਚਾਹ ਨੂੰ ਅਸੀਂ ਕਾਢਦੇ ਹੈਗੇ ਹਾਂ। ਸੋ ਗਰਮ ਚੀਜ਼ਾਂ, ਕੌਫੀ ਜਿਹੜੀਆਂ ਹੈਗੀਆਂ ਉਹ, ਸੋ ਉਹ ਚੀਜ਼ਾਂ ਜਿਹੜੀਆਂ ਕਿ ਯਥਰ ਅਗਨੀ ਨੂੰ ਵਧਾਉਂਦੀਆਂ, ਪ੍ਰਵਲਿਤ ਕਰਦੀਆਂ ਹੈਗੀਆਂ ਆ, ਜਾਂ ਤਾਮਸ ਵ੍ਰਿਤੀ ਦੀਆਂ ਜਿਹੜੀਆਂ, ਕੋਈ ਵੀ ਚੀਜ਼ ਜਿਹੜੀ ਕਿ ਤਾਮਸ ਵ੍ਰਿਤੀ ਦੀ ਹੋਏਗੀ ਉਹ ਯਥਰ ਅਗਨੀ ਨੂੰ ਵਧਾਏਗੀ, ਉਹਦੇ ਨਾਲ ਪਿੱਤ ਜਿਹੜਾ ਆ ਉਹ ਵਧੇਗਾ, ਉਹਦੇ ਨਾਲ ਹਾਈਪਰ ਐਸਿਡਿਟੀ ਵਧਣੀ ਹੈ। ਸੋ ਇਹ ਇੱਕ ਸਿੰਪਲ ਚੀਜ਼ ਹੈਗੀ ਆ ਜਿਹੜੀ ਕਿ ਬਾਰ-ਬਾਰ ਅਸੀਂ ਦੱਸਦੇ ਹੈਗੇ ਆ, ਪਰ ਅਨਫੋਰਚੂਨੇਟਲੀ ਅਸੀਂ ਫੋਲੋ ਉਹਨੂੰ ਘੱਟ ਕਰ ਰਹੇ ਹੈਗੇ ਆ। ਐਂਡ ਰਿਮੈਂਬਰ, ਇਹ ਹਰ ਇੱਕ ਦੇ ਵਾਸਤੇ ਨਹੀਂ ਹੈ, ਸਿਰਫ ਇਹ ਉਹਨਾਂ ਦੇ ਵਾਸਤੇ ਹੈ ਜਿਨ੍ਹਾਂ ਦੀ ਪਿੱਤ ਵਧੀ ਹੋਈ ਹੈ ਜਾਂ ਜਿਨ੍ਹਾਂ ਨੂੰ ਹਾਈਪਰ ਐਸਿਡਿਟੀ ਦੀ ਪ੍ਰੋਬਲਮ ਹੈ। ਜਿਨ੍ਹਾਂ ਨੂੰ ਨਹੀਂ ਹੈਗੀ, ਜਿਨ੍ਹਾਂ ਦੀ ਬਾਡੀ ਹੈ ਹੀ, ਫॉर ਐਗਜ਼ਾਮਪਲ ਇੱਕ ਪੇਸ਼ੈਂਟ ਹੈ ਜਿਹਨਾਂ ਦੀ ਕਫ ਪ੍ਰਧਾਨ ਹੈਗੀ ਆ ਬਾਡੀ, ਉਹਨਾਂ ਨੂੰ ਉਹਦੇ ਨਾਲ ਕੋਈ ਲੈਣਾ ਦੇਣਾ। ਜੇ ਕਫ ਪ੍ਰਧਾਨ ਹੈ ਤੇ ਉਹਦੇ ਵਿੱਚ ਤੁਸੀਂ ਗਰਮ ਚੀਜ਼ਾਂ ਖਾਓਗੇ, ਉਹ ਚੰਗੀ ਚੀਜ਼ ਹੈ, ਉਹਨੇ ਮਾੜੀ ਨਹੀਂ ਤੁਹਾਨੂੰ ਕਰਨਾ ਹੈਗਾ। ਪ੍ਰੋਬਲਮ ਇਜ਼ ਕਿ ਜਦੋਂ ਬਾਡੀ ਦਾ ਟਾਈਪ ਹੀ ਤੁਹਾਡਾ ਪਿੱਤ ਹੈ ਤੇ ਤੁਸੀਂ ਉੱਤੋਂ ਗਰਮ ਚੀਜ਼ਾਂ ਖਾਈ ਜਾ ਰਹੇ ਹੋ, ਉਹਨਾਂ ਨੂੰ ਜਿਹੜੀ ਸਾਨੂੰ ਪ੍ਰੋਬਲਮ ਕਰਨੀ ਹੈਗੀ ਹੈ। ਹੁਣ ਉਹਦੇ ਵਿੱਚ ਗਰਮ ਮਸਾਲੇ ਆ ਜਾਂਦੇ ਆ, ਉਹਦੇ ਵਿੱਚ ਤੁਹਾਡੀ ਜਿਹੜੀ ਹੈ ਚਾਹ ਕੌਫੀ ਆ ਜਾਂਦੀ ਹੈਗੀ ਆ, ਹੈ ਨਾ। ਕੋਈ ਵੀ ਗਰਮ ਚੀਜ਼ ਜਿਹੜੀ ਹੈਗੀ ਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਬਲਮ ਜਿਹੜੀ ਹੈ ਗੁਰਪਾਲ ਜੀ ਐਸਿਡ ਦੇ ਵਿੱਚ ਸਾਨੂੰ ਇਹ ਦਿੰਦੀ ਹੈਗੀ ਆ ਕਿ ਪਿਆਜ਼ ਤੇ ਅਦਰਕ, ਜਿਹੜਾ ਕਿ ਅਸੀਂ ਹਰ ਇੱਕ ਸਬਜ਼ੀ ਦੇ ਵਿੱਚ ਖਾ ਰਹੇ ਹਾਂ। ਤਿੰਨੋਂ ਟਾਈਮ ਜਿਹੜੇ ਕਿ ਜਿਹੜੇ ਲੋਕ ਕਈ ਤਿੰਨੋਂ ਟਾਈਮ ਸਬਜ਼ੀਆਂ ਖਾਂਦੇ ਹੈਗੇ ਆ, ਉਹਨਾਂ ਤਿੰਨੋਂ ਟਾਈਮ ਜਿਹੜੀ ਉਹ ਖਾ ਰਹੇ ਹੈਗੇ। ਐਂਡ ਜੇ ਉਹਨਾਂ ਦੀ ਉਹ ਦੋਸ਼ ਉਹਨਾਂ ਦਾ ਹੈ ਹੀ ਪਿੱਤ ਹੈ, ਬਾਡੀ ਪਿੱਤ ਪ੍ਰਧਾਨ ਬਾਡੀ ਹੈ, ਤੇ ਉਹਦੇ ਵਿੱਚ ਉਹ ਤਿੰਨ ਟਾਈਮ ਤੁਸੀਂ ਦੇਖੋ ਕਿ ਤਾਮਸ ਵ੍ਰਿਤੀ ਦੀਆਂ ਚੀਜ਼ਾਂ ਖਾ ਰਹੇ ਆ, ਤੇ ਉਹਦੇ ਨਾਲ ਐਸਿਡ ਹੀ ਵਧਣਾ, ਹੋਰ ਕੀ ਹੋਣਾ, ਕਿਉਂਕਿ ਉਹ ਤਾਂ ਬਾਡੀ ਦੀ ਇੱਕ ਪ੍ਰਕਿਰਤੀ ਹੈ ਨਾ। ਤੁਸੀਂ ਉਹ ਜੋ ਬਾਡੀ ਨੂੰ ਦਓਗੇ ਉਹਨੇ ਉਹਨੂੰ ਐਂਪਲੀਫਾਈ ਕਰ ਦਿੱਤਾ, ਤੇ ਉਹ ਬਾਡੀ ਦਾ ਥੋੜ੍ਹਾ ਕਸੂਰ ਹੈ, ਕਸੂਰ ਤਾਂ ਤੁਹਾਡਾ ਹੈ ਕਿ ਜੋ ਤੁਸੀਂ ਉਹਨੂੰ ਫੀਡ ਕਰ ਰਹੇ ਹੋ, ਜਿਹੜਾ ਕਿ ਉਹਦੇ ਅਨੁਕੂਲ ਹੀ ਨਹੀਂ ਹੈ। ਸੋ ਤੇ ਜਿਹੜਾ ਰੂਬਲ ਸਾਹਿਬ, ਜਿੱਦਾਂ ਫਿਰ ਕੱਚਾ ਪਿਆਜ਼ ਹੋਵੇ ਆ, ਕੱਚੀ ਮਿਰਚ ਹੋ ਗਈ, ਆਪਾਂ ਇਹ ਚੀਜ਼ਾਂ ਸੈਲਡ ਦੇ ਤੌਰ ਤੇ ਯੂਜ਼ ਕਰਦੇ ਹਾਂ, ਕੀ ਫਿਰ ਇਹਨਾਂ ਦਾ ਡਿਫਰੈਂਟ ਐਕਸ਼ਨ ਹੁੰਦਾ ਜਾਂ ਫਿਰ ਇਹਨਾਂ ਦੀ ਸੇਮ ਹੀ ਤਸੀਰ ਰਹਿੰਦੀ ਹੈ ਜੀ? ਨਹੀਂ, ਤਸੀਰ ਤਾਮਸ ਦੀ ਤਾਂ ਤਾਮਸ ਹੀ ਰਹਿਣੀ ਹੈ ਨਾ। ਹੁਣ ਉਹ ਪਿਆਜ਼ ਜਿਹੜਾ, ਚਾਹੇ ਉਹ ਤੁਸੀਂ ਕੱਚਾ ਖਾ ਰਹੇ ਹੋ, ਚਾਹੇ ਤੁਸੀਂ ਉਹਨੂੰ ਉਹ ਭੁੰਨ ਕੇ ਖਾ ਰਹੇ ਹੈਗੇ ਹੋ, ਉਹ ਤਸੀਰ ਉਹਨਾਂ ਦੀ ਉਹੀ ਰਹਿਣੀ ਹੈ, ਤਸੀਰ ਨਹੀਂ ਉਹਨਾਂ ਦੀ ਬਦਲ ਸਕਦੀ ਹੈਗੀ। ਸੋ ਹੁਣ ਐਸਿਡ ਦੀ, ਜਿਵੇਂ ਇਹਨਾਂ ਦੀ ਗੱਲ ਚੱਲ ਰਹੀ ਹੈਗੀ ਆ, ਆਪਾਂ ਇਹਦੇ ਉੱਤੇ ਫੋਕਸ ਰੱਖਦੇ ਹਾਂ ਕਿ ਹੁਣ ਐਸਿਡ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਦੇਖਣ ਦੀ ਜ਼ਰੂਰਤ ਹੈ ਕਿ ਕਿਹੜੀਆਂ ਕਿਹੜੀਆਂ ਤੁਹਾਨੂੰ ਖਰਾਬ ਕਰ ਸਕਦੀਆਂ ਹੈਗੀਆਂ। ਮੇਨ ਚੀਜ਼ ਦੇ ਉੱਤੇ ਜਿਵੇਂ ਮੈਂ ਦੱਸਿਆ ਕਿ ਗਰਮ ਮਸਾਲੇ ਜਾਂ ਜਿਹੜੀ ਹੈਗੀ ਆ, ਇਹ ਨਹੀਂ ਤੁਸੀਂ ਯੂਜ਼ ਕਰਨੇ। ਦੂਸਰਾ, ਪਿਆਜ਼ ਤੇ ਅਦਰਕ, ਕਿਉਂਕਿ ਇਹ ਤਾਮਸ ਹੁੰਦੇ ਹੈਗੇ ਆ ਸਰੀਰ ਦੇ ਅੰਦਰ, ਜਿਹੜੀ ਆ ਉਹ ਗਰਮੀ ਨੂੰ ਪੈਦਾ ਕਰਦੇ ਹੈਗੇ ਆ। ਇਹ ਨਹੀਂ ਤੁਸੀਂ ਜਿਹੜਾ ਹੈਗਾ ਇਹਨਾਂ ਨੂੰ ਬਿਲਕੁਲ ਬੰਦ ਕਰ ਦਿਓ। ਇਹ ਜਦੋਂ ਸਿਰਫ ਖਾਣੇ ਆ ਤੁਸੀਂ, ਕਿਤੇ ਮਹੀਨੇ 'ਚ ਕਦੀ ਇੱਕ ਅੱਧੀ ਵਾਰੀ ਜਿਹੜੇ ਤੁਸੀਂ ਖਾ ਲਿਆ ਤਾਂ ਖਾ ਲਿਆ। ਅਦਰਵਾਈਜ਼ ਤੁਹਾਡੀ ਜੇ ਸਬਜ਼ੀ, ਹੁਣ ਇਹ ਪ੍ਰੋਬਲਮ ਆਉਂਦੀ, ਫਿਰ ਲੋਕੀ ਕਹਿੰਦੇ ਯਾਰ ਹੁਣ ਸਬਜ਼ੀ, ਹੁਣ ਮੇਰੀ ਯਾਰ ਕਿੱਦਾਂ ਮੈਂ ਇਕੱਲਾ ਘਰ ਦੇ ਕਿੱਦਾਂ ਮੇਰੀ ਸਬਜ਼ੀ ਬਣਾਉਣਗੇ? ਉਹ ਕਰਨਾ ਹੀ ਪੈਣਾ ਹੈਗਾ, ਉਹਦੇ 'ਚ ਕੋਈ ਚੋਇਸ ਨਹੀਂ ਹੈਗੀ, ਬਿਕਾਜ਼ ਤੁਸੀਂ ਫੂਡ ਗਲਤ ਖਾ ਰਹੇ ਹੋ, ਬਾਡੀ ਨੂੰ ਤੁਸੀਂ ਗਲਤ ਚੀਜ਼ ਦੇ ਰਹੇ ਹੋ, ਉਹਦੇ ਕਰਕੇ ਤੁਹਾਨੂੰ ਬਿਮਾਰੀਆਂ ਲੱਗੀਆਂ ਹੋਈਆਂ। ਸਾਡਾ ਪਹਿਲਾ ਮਕਸਦ ਇਹ ਬਣਦਾ ਆ ਕਿ ਤੁਹਾਡੀ ਡਾਈਟ ਨੂੰ, ਜਿਹਦੀ ਵਜ੍ਹਾ ਦੇ ਕਰਕੇ ਪ੍ਰੋਬਲਮ ਆ ਰਹੀ ਆ, ਉਹਨੂੰ ਠੀਕ ਕਰਨਾ, ਨਾ ਕਿ ਤੁਹਾਨੂੰ ਅਸੀਂ ਆਪਣੀਆਂ ਦਵਾਈਆਂ ਦੇ ਉੱਤੇ ਲਾਉਣਾ। ਸਾਡਾ ਮਕਸਦ ਇਹ ਨਾਲ ਹੋ ਸਕਦਾ ਰੂਬਲ ਸਾਹਿਬ ਵੀ ਕਈ ਵਾਰ ਤੁਹਾਡੇ ਇਕੱਲਿਆਂ ਦੇ ਕਰਕੇ ਸਾਰੇ ਟੱਬਰ ਵੀ ਜਾਣ ਕੇ ਚੇਂਜ ਕਰ ਲੈਂਦੇ, ਆਪਣੀ ਡਾਈਟ ਸਾਰੇ ਸਹੀ ਹੋ ਜਾਂਦੇ ਨੇ। ਬਹੁਤ ਵਾਰੀ ਹੁੰਦਾ ਗੁਰਪਾਲ ਜੀ, ਬਹੁਤ ਵਾਰੀ ਹੁੰਦਾ ਕਿ ਸਪੈਸ਼ਲੀ ਬੱਚਿਆਂ ਦੇ ਵਿੱਚ, ਜਿਹੜਾ ਜਦੋਂ ਅਸੀਂ ਬੱਚਿਆਂ ਦੀ ਡਾਈਟ ਜਿਹੜੀ ਆ, ਹੁਣ ਐਗਜ਼ਾਮਪਲ ਕਿਸੇ ਬੱਚੇ ਨੂੰ ਐਗਜ਼ੀਮਾ ਹੈ, ਉਹ ਸਰੀਰ ਪੂਰੇ ਦਾ ਪੂਰਾ ਉਹਨਾਂ ਐਗਜ਼ੀਮਾ ਹੋਇਆ, ਉਹ ਖੁਰਕ ਰਿਹਾ ਬੱਚਾ, ਤੇ ਜਦੋਂ ਉਹਨਾਂ ਨੂੰ ਦੱਸੀਦਾ ਕਿ ਵੀ ਭਾਈ ਤੁਸੀਂ ਇਹਨਾਂ ਨੂੰ ਦੁੱਧ ਤੋਂ ਬਣੀ ਚੀਜ਼ ਕੋਈ ਨਹੀਂ ਦੇਣੀ, ਕੁਕੀਜ਼ ਜਿਹੜੀਆਂ ਉਹਨਾਂ ਨੂੰ ਨਹੀਂ ਦੇਣੀਆਂ ਹੈਗੀਆਂ ਬੱਚਿਆਂ ਨੂੰ, ਚਿਪਸ ਨਹੀਂ ਦੇਣੇ ਹੈਗੇ, ਤੇ ਉਹ ਮੋਸਟਲੀ ਫਿਰ ਉਹ ਲੋਕ ਜਿਹੜੇ ਆ ਉਹ ਫਿਰ ਘਰੇ ਲੈ ਕੇ ਹੀ ਨਹੀਂ ਆਉਂਦੇ। ਉਹ ਫਿਰ ਸਾਰਿਆਂ ਦੀਆਂ ਆਦਤਾਂ ਜਿਹੜੀਆਂ ਉਹ ਚੇਂਜ ਹੋ ਜਾਂਦੀਆਂ, ਬਟ ਅਨਫੋਰਚੂਨੇਟਲੀ ਬੱਚਿਆਂ ਤੱਕ ਤਾਂ ਸਾਰੇ ਵਧੀਆ ਕਰ ਲੈਂਦੇ ਆ, ਪਰ ਜਦੋਂ ਅਡਲਟ ਦੀ ਗੱਲ ਆਉਂਦੀ ਹੈ ਤੇ ਉਹ ਫਿਰ ਉੱਥੇ ਕੰਪਰੋਮਾਈਜ਼ ਜਿਹੜਾ ਉਹ ਘੱਟ ਹੀ ਕਰਦੇ ਆ। ਫਿਰ ਅਗਲੇ ਕਹਿੰਦੇ ਯਾਰ ਹੁਣ ਤਾਂ ਤੁਹਾਡੇ ਵਾਸਤੇ ਜਾਂ ਹੁਣ ਕੋਈ ਸਪੈਸ਼ਲ ਚੀਜ਼ ਥੋੜ੍ਹਾ ਅਸੀਂ ਬਣਾਉਣੀ ਹੈ, ਹੁਣ ਤਾਂ ਸਿਆਣੇ ਹੋ ਗਏ ਕਾਫੀ, ਹੁਣ ਲੋੜ ਨਹੀਂ ਸਾਨੂੰ, ਹੁਣ ਹਾਂਜੀ ਲੋੜ ਨਹੀਂ। ਤੋ ਉਹ ਪ੍ਰੋਬਲਮ ਜਿਹੜੀਆਂ ਹੈਗੀਆਂ ਆ ਉਹ ਕਾਫੀ ਹੈਗੀਆਂ, ਕਿਉਂਕਿ ਅਸੀਂ ਆਲ ਦਾ ਟਾਈਮ ਦੇਖਦੇ ਹਾਂ ਕਿ ਜਦੋਂ ਕਹਿੰਦੇ ਆ ਕਿ ਭਾਈ ਨੈਕਸਟ ਟਾਈਮ ਜਦੋਂ ਆਏ ਪੇਸ਼ੈਂਟ ਵੀ ਤੁਹਾਨੂੰ ਅਸੀਂ ਆਹ ਚੀਜ਼ਾਂ ਕਹੀਆਂ ਸੀਗੀਆਂ, ਕੀਤੀਆਂ ਸ਼ੁਰੂ,
ਤੇ ਉਹ ਆਮ ਕਹਿ ਦਿੰਦੇ ਆ ਕਿ ਨਹੀਂ ਉਹ ਹੁਣ ਬੁੜੀਆਂ ਨੂੰ ਜੀ ਕੌਣ ਸਮਝਾਏ, ਉਹ ਹੁਣ ਜੀ ਉਹ ਬਥੇਰਾ ਰੌਲਾ ਪਾ ਕੇ ਅਸੀਂ ਹਟ ਗਏ, ਪਰ ਉਹ ਗੱਲ ਨਹੀਂ ਬਣੀ। ਸੋ ਬੀਬੀਆਂ ਕਹਿੰਦੀਆਂ ਵੀ ਜਾਣ ਕੇ ਡਾਕਟਰ ਐਵੇਂ ਹੀ ਮਾਰਦੇ, ਸ਼ੁਰੂ ਤੋਂ ਹੀ ਸਾਡੀ ਦਾਦੀ ਮੇਰੀ ਸੱਸ ਬਣਾਉਂਦੀ ਰਹੀ, ਆਹ ਕਰਦੀ ਰਹੀ, ਆਹ ਕਰਦੀ, ਹੁਣ ਡਾਕਟਰ ਮੱਤਾਂ ਦੇਣਗੇ ਸਾਨੂੰ ਆਹ ਕਰਨਗੇ, ਕਿਉਂਕਿ ਜਿਹੜੀਆਂ ਚੀਜ਼ਾਂ ਗਲਤ ਹੈ ਗਲਤ ਨੂੰ ਮੰਨ ਲੈਣ ਵਿੱਚ ਹੀ ਸਾਡੀ ਭਲਾਈ ਹੈ, ਨਹੀਂ ਤਾਂ ਫਿਰ ਕਿੰਨੀਆਂ ਕੁ ਪੀੜ੍ਹੀਆਂ ਗਾਂਹ ਤੱਕ ਅਸੀਂ ਇੱਕ ਦੂਜੇ ਪ੍ਰਤੀ ਬਰਬਾਦ ਕਰਾਂਗੇ ਜੀ। ਕਿੰਨੀਆਂ ਬਿਮਾਰੀਆਂ ਹੈ ਜਿਨ੍ਹਾਂ ਨੂੰ ਕਿ ਅਸੀਂ ਸਮਝ ਬੈਠੇ ਹਾਂ ਅੱਜ ਦੇ ਜ਼ਮਾਨੇ ਦੇ ਵਿੱਚ ਕਿ ਇਹ ਜੈਨੇਟਿਕ ਹੈ। ਤੁਸੀਂ ਦੇਖੋ ਟਾਈਪ 2 ਡਾਇਬੀਟੀਜ਼ ਜਿਹੜੀ ਹੈ ਉਹਨੂੰ ਅਸੀਂ ਜੈਨੇਟਿਕ ਸਮਝ ਬੈਠੇ ਹਾਂ। ਜਿਹੜੇ ਲੋਕ ਕਹਿੰਦੇ ਕਿ ਦੇਖੋ ਜੀ ਮੇਰੇ ਮਾਂ ਪਿਓ ਨੂੰ ਸ਼ੂਗਰ ਸੀਗੀ ਤਾਂ ਮੈਨੂੰ ਹੋਈ, ਇਹਦਾ ਜੈਨੇਟਿਕਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਬੜੀ ਵਾਰੀ ਅਸੀਂ ਸਮਝਾਇਆ ਹੈਗਾ ਇਹ ਵੱਡਾ ਬਹਾਨਾ ਲਾ ਸਕਦੇ ਹਾਂ ਕਿਉਂਕਿ ਇਹ ਸੇਮ ਡਾਈਟ ਤੁਹਾਡੇ ਮਾਂ ਪਿਓ ਨੇ ਖਾਧੀ ਤਾਂ ਉਹਨਾਂ ਨੂੰ ਸ਼ੂਗਰ ਹੋ ਗਈ, ਹੁਣ ਤੁਸੀਂ ਸੇਮ ਡਾਈਟ ਖਾ ਰਹੇ ਹੋ ਤਾਂ ਤੁਹਾਨੂੰ ਸ਼ੂਗਰ। ਡਾਈਟ ਦੇ ਨਾਲ ਉਹਦਾ ਲੈਣਾ ਦੇਣਾ ਨਾ ਕਿ ਜੀਨਸ ਦੇ ਨਾਲ। ਸੋ ਪਰ ਉਹ ਅਸੀਂ ਉਸ ਚੀਜ਼ ਨੂੰ ਸਮਝਣਾ ਨਹੀਂ ਚਾਹੁੰਦੇ, ਜਿਹਦੇ ਕਰਕੇ ਜਿਹੜੀਆਂ ਉਹ ਅਸੀਂ ਅਨਨੈਸੈਸਰੀ ਬਿਮਾਰੀਆਂ ਲਾਈਆਂ ਹੋਈਆਂ ਆਪਣੇ ਆਪ ਦੇ ਨਾਲ, ਅਨਨੈਸੈਸਰੀ ਅਸੀਂ ਦਵਾਈਆਂ ਖਾ ਰਹੇ ਹੈਗੇ ਆ। ਉਹ ਦਵਾਈਆਂ ਦੇ ਅੱਗੋਂ ਫਿਰ ਸਾਈਡ ਇਫੈਕਟਸ ਹੁੰਦੇ ਹੈਗੇ, ਉਹ ਸਾਈਡ ਇਫੈਕਟਸ ਦੇ ਮੁੜ ਕੇ ਅੱਗੋਂ ਹੋਰ ਸਾਈਡ ਇਫੈਕਟਸ ਆ ਜਦੋਂ ਦਵਾਈਆਂ ਤੁਸੀਂ ਖਾਂਦੇ ਹੋ, ਤੇ ਉਹਨਾਂ ਦਾ ਫਿਰ ਮੁੜ ਕੇ ਇਲਾਜ ਲੱਭਣ ਵਾਸਤੇ ਫਿਰ ਪੇਸ਼ੈਂਟ ਜਿਹੜੇ ਆ ਉਹ ਸਾਡੇ ਕੋਲ ਆਉਂਦੇ ਆ। ਤੇ ਉਹ ਇੱਕ ਦਵਾਈਆਂ ਹੀ ਦਵਾਈਆਂ, ਮਤਲਬ ਹਰ ਇੱਕ ਬੰਨੇ ਦਵਾਈਆਂ। ਅਸੀਂ ਆਪ ਜਦੋਂ ਅਸੀਂ ਵੀ ਗੁਰਪਾਲ ਜੀ ਕਿਸੇ ਨੂੰ ਦਵਾਈ ਦਿੰਦੇ ਹੈਗੇ ਆ, ਔਰ ਸਾਡੇ ਮੇਰੇ ਫਾਦਰ ਜੀ ਵੱਲੋਂ ਜਿਹੜਾ ਇਹ ਸਪੈਸ਼ਲ ਸਾਨੂੰ ਸਿਖਾਇਆ ਗਿਆ ਸੀਗਾ ਕਿ ਜਦੋਂ ਵੀ ਦਵਾਈਆਂ ਕਿਸੇ ਨੂੰ ਦੇਣੀਆਂ ਆ, ਸਭ ਤੋਂ ਪਹਿਲਾਂ ਤੁਸੀਂ ਇਹ ਆਪਣੇ ਆਪ ਨੂੰ ਉਹਨਾਂ ਦੇ ਪਲੇਸ ਦੇ ਉੱਤੇ ਰੱਖਣਾ ਕਿ ਜਿਹੜਾ ਸਾਹਮਣੇ ਬੈਠਾ ਆ ਉਹ ਪੇਸ਼ੈਂਟ ਨਹੀਂ ਆ, ਉਹ ਮੈਂ ਆ। ਤੇ ਜੇ ਮੈਂ ਇਹ ਦੇਖਣਾ ਆ ਕਿ ਜਿਹੜੀ ਦਵਾਈ ਅਸੀਂ ਦੇ ਰਹੇ ਹਾਂ ਕਿ ਉਹ ਕਿੰਨੀ ਕੁ ਪ੍ਰੈਕਟੀਕਲ ਹੈਗੀ ਆ, ਅਸੀਂ ਖਾ ਵੀ ਸਕਦੇ। ਜੇ ਆਲਰੇਡੀ ਪੇਸ਼ੈਂਟ 10 ਦਵਾਈਆਂ ਪਹਿਲਾਂ ਖਾ ਰਿਹਾ, ਅਸੀਂ ਵਿੱਚੋਂ 6 ਆਪਣੀਆਂ ਦੇ ਦਈਏ ਤੇ ਉਹ ਤੇ ਹੁਣ 16 ਗੋਲੀਆਂ ਮੈਂ ਖਾ ਸਕਦਾ ਹਾਂ ਸਵੇਰੇ ਸ਼ਾਮ। ਸੋ ਇਹ ਇੱਕ ਜਿਹੜਾ ਇੱਕ ਪਰਸਨਲ ਟੱਚ ਹੈ ਨਾ, ਜਿਹੜਾ ਇਹ ਆਯੁਰਵੈਦ ਦੇ ਵਿੱਚ ਜਿਹੜਾ ਆ ਇਹ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਹੈ। ਇਹਦੇ ਵਿੱਚ ਇਹ ਨਹੀਂ ਹੈ ਕਿ ਤੁਸੀਂ ਐਜ਼ ਏ ਪੇਸ਼ੈਂਟ ਬਣ ਕੇ ਸਿਰਫ ਆਉਣਾ ਆ ਤੇ ਹੋਰ ਕੁਝ ਨਹੀਂ, ਪਰ ਇਹਦੇ ਵਿੱਚ ਇੱਕ ਪਰਸਨਲ ਟੱਚ ਹੁੰਦਾ ਜਿਹਦੇ ਵਿੱਚ ਅਸੀਂ ਤੁਹਾਡੀ ਡਾਈਟ ਨੂੰ ਅਸੀਂ ਠੀਕ ਰੱਖਣਾ ਕਰਨ ਵਾਸਤੇ ਤੁਹਾਨੂੰ ਕੋਈ ਸੁਜੈਸ਼ਨਸ ਦੇਣੀਆਂ, ਮੇਬੀ ਕੋਈ ਉਹਦੇ ਵਿੱਚ ਕੋਈ ਐਕਸਰਸਾਈਜ਼ ਹੋਵੇ। ਇਹ ਹੋ ਸਕਦਾ ਹੈ ਕਿ ਜਿਹੜਾ ਤੁਸੀਂ ਕਰੰਟ ਕੰਮ ਕਰ ਰਹੇ ਹੋ ਉਹਦੀ ਵਜ੍ਹਾ ਦੇ ਕਰਕੇ ਬਿਮਾਰੀਆਂ ਲੱਗੀਆਂ ਹੋਈਆਂ, ਤੇ ਕਈ ਵਾਰੀ ਸਾਨੂੰ ਇਹ ਵੀ ਕਹਿਣਾ ਪੈਂਦਾ ਵੀ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਤੁਹਾਨੂੰ ਛੱਡਣਾ ਪੈਣਾ। ਹੋ ਸਕਦਾ ਕਿ ਉਹ ਸੇਮ ਕੰਮ ਜਿਹੜਾ ਆ ਉਹ 20 ਸਾਲਾਂ ਤੋਂ ਉਹ ਸੇਮ ਕੰਮ ਜਿਹਨੂੰ ਪੇਸ਼ੈਂਟ ਕਰ ਰਹੇ ਹੈਗੇ। ਸੋ ਕਈ ਵਾਰੀ ਜਿਹੜੀਆਂ ਆ ਮੋਸਟਲੀ ਜਿਹੜੀਆਂ ਬਿਮਾਰੀਆਂ ਲੱਗੀਆਂ ਹੁੰਦੀਆਂ ਉਹ ਸਾਡੀ ਆਪਣੀ ਆਦਤ ਦੇ ਕਰਕੇ ਜਾਂ ਆਦਤਾਂ, ਬੁਰੀਆਂ ਆਦਤਾਂ ਦੀ ਵਜ੍ਹਾ ਦੇ ਕਰਕੇ ਲੱਗੀਆਂ ਹੁੰਦੀਆਂ ਹੈਗੀਆਂ। ਜਦੋਂ ਅਸੀਂ ਉਹਨਾਂ ਦੀ ਰੂਟ ਕਾਜ਼ ਨੂੰ ਠੀਕ ਕਰ ਲੈਂਦੇ ਹੈਗੇ, ਇਸੇ ਕਰਕੇ ਅਸੀਂ ਕਹਿੰਦੇ ਕਿ ਰੂਟ ਕਾਜ਼ ਤੋਂ ਮਤਲਬ ਇਹ ਨਹੀਂ ਹੈ ਕਿ ਅਸੀਂ ਸਾਰੀਆਂ ਰੂਟ ਕਾਜ਼ ਜਿਹੜੀਆਂ ਉਹ ਜੜੀਆਂ ਬੂਟੀਆਂ ਦੇ ਨਾਲ ਹੀ ਠੀਕ ਕਰਨੀਆਂ। ਰੂਟ ਕਾਜ਼ ਇਹ ਵੀ ਹੋ ਸਕਦੀ ਹੈ ਨਾ ਕਿ ਹੁਣ ਤੁਸੀਂ ਰਾਤ ਦੀ ਜੌਬ ਕਰ ਰਹੇ ਹੋ, ਸੌਣਾ ਤੁਸੀਂ ਸਵੇਰੇ ਆ, ਸਵੇਰੇ ਪ੍ਰੋਪਰ ਤੁਹਾਨੂੰ ਨੀਂਦ ਨਹੀਂ ਆਉਂਦੀ ਹੈਗੀ, ਜਿਹਦੇ ਕਰਕੇ ਤੁਹਾਨੂੰ ਜਦੋਂ ਤੁਸੀਂ ਉੱਠਦੇ ਹੋ ਤੇ ਤੁਹਾਨੂੰ ਵੀਕਨੈਸ ਮਹਿਸੂਸ ਹੁੰਦੀ ਹੈ। ਹੁਣ ਵੀਕਨੈਸ ਦੇ ਵਾਸਤੇ ਤੁਸੀਂ ਦਵਾਈ ਲੈਣ ਆ ਗਏ। ਪ੍ਰੋਬਲਮ ਇਹ ਹੈਗੀ ਹੈ ਕਿ ਤੁਸੀਂ ਰਾਤ ਦੀ ਜੌਬ ਕਰਦੇ ਹੋ, ਹੈ ਨਾ। ਹੁਣ ਸਾਡਾ ਫਰਜ਼ ਇਹ ਬਣਦਾ ਹੈਗਾ ਹੈ ਕਿ ਤੁਹਾਨੂੰ ਇਹ ਕਹਿਣਾ ਕਿ ਭਾਈ ਤੁਸੀਂ ਜੌਬ ਨੂੰ ਜਿਹੜਾ ਉਹਨੂੰ ਚੇਂਜ ਕਰੋ, ਐਡਵਾਈਸ ਜਿਹੜੀ ਹੈ ਨਾ। ਸੋ ਉਹ ਡਿਪੈਂਡਿੰਗ ਔਨ ਕਿ ਕਿੱਥੋਂ ਪ੍ਰੋਬਲਮ ਚੱਲ ਰਹੀ ਹੈਗੀ ਹੈ, ਉਹਦੇ ਹਿਸਾਬ ਦੇ ਨਾਲ ਆਯੁਰਵੈਦ ਦੇ ਵਿੱਚ ਇਲਾਜ ਕੀਤਾ ਜਾਂਦਾ ਹੈ ਤੁਹਾਡੀ ਪ੍ਰਕਿਰਤੀ ਨੂੰ ਸਮਝ ਕੇ। ਸੋ ਕਮਿੰਗ ਬੈਕ ਟੂ ਜਿਵੇਂ ਗੱਲ ਚੱਲ ਰਹੀ ਸੀਗੀ ਸਾਡੀ ਐਸਿਡ ਦੀ, ਐਸਿਡ ਜਿਹੜਾ ਆ ਇਹ ਕੋਈ ਇੱਕ ਚੀਜ਼ ਨਹੀਂ ਹੈਗੀ ਜਿਹਨੂੰ ਅਸੀਂ ਠੀਕ ਕਰਕੇ ਐਸਿਡ ਨੂੰ ਠੀਕ ਕੀਤਾ ਜਾ ਸਕਦਾ। ਇਹਦੇ ਵਿੱਚ ਕਿੰਨੀਆਂ ਹੀ ਚੀਜ਼ਾਂ ਹੁੰਦੀਆਂ, ਸਵੇਰ ਤੋਂ ਲੈ ਕੇ ਸ਼ਾਮ ਤੱਕ। ਅਸੀਂ ਕਹੀਦਾ ਕਿ ਤੁਸੀਂ 7 ਦਿਨ ਦੀ ਇੱਕ ਚਾਰਟ ਬਣਾਓ ਕਿ ਲਗਾਤਾਰ ਦੇਖੋ ਕਿ ਤੁਸੀਂ ਕੀ ਖਾ ਰਹੇ ਹੋ ਪਿਛਲੇ 7 ਦਿਨ। ਉਹ 7 ਦਿਨਾਂ ਦੇ ਵਿੱਚ ਫਿਰ ਅਸੀਂ ਉਹਨੂੰ ਸਟੱਡੀ ਕਰੀਦਾ ਕਿ ਆਹ ਚੀਜ਼ਾਂ ਤੁਸੀਂ ਖਾ ਰਹੇ ਹੈਗੇ ਹੋ ਜਿਹਦੇ ਕਰਕੇ ਤੁਹਾਨੂੰ ਪ੍ਰੋਬਲਮਸ ਆ ਰਹੀ, ਤੇ ਉਹ ਜਦੋਂ ਫਿਰ ਤੁਸੀਂ ਉਹਨਾਂ ਨੂੰ ਠੀਕ ਕਰ ਲੈਂਦੇ ਹੋ ਫॉर द ਟਾਈਮ ਬੀਇੰਗ ਕੁਝ ਦਵਾਈਆਂ ਜ਼ਰੂਰ ਦਿੱਤੀਆਂ ਜਾ ਸਕਦੀਆਂ ਜਿਹਦੇ ਨਾਲ ਪਿੱਤ ਜਿਹੜਾ ਆ ਉਹ ਸ਼ਾਂਤ ਹੁੰਦਾ ਹੈਗਾ ਆ, ਜਾਂ ਪਿੱਤ ਨੂੰ ਅਸੀਂ ਨਿਊਟਰਲਾਈਜ਼ ਜਿਹੜਾ ਉਹ ਕਰਨਾ ਹੁੰਦਾ ਹੈਗਾ ਹੈ। ਸੋ ਉਹ ਕਈ ਚੀਜ਼ਾਂ ਹੁੰਦੀਆਂ, ਮੇਬੀ ਉਹਨਾਂ ਨੂੰ ਕਬਜ਼ ਦੀ ਪ੍ਰੋਬਲਮ ਹੋਵੇ, ਹੈ ਨਾ, ਜਿਹਦੇ ਕਰਕੇ ਐਸਿਡ ਵੱਧ ਰਿਹਾ। ਸੋ ਇਟ ਕੁਡ ਬੀ ਮੈਨੀ ਰੀਜ਼ਨਸ ਜਿਹਦੇ ਕਰਕੇ ਐਸਿਡ ਦੀ ਪ੍ਰੋਬਲਮ, ਐਸੀਡਿਟੀ ਦੀ ਆ ਸਕਦੀ ਹੈਗੀ ਆ। ਪਰ ਇਹ ਈਜ਼ੀ ਨਹੀਂ ਆ ਇੰਨਾ, ਮਤਲਬ ਇਹਨੂੰ ਅਸੀਂ ਠੀਕ ਕਰਨਾ ਇਨ ਅ ਸੈਂਸ ਮਤਲਬ ਈਜ਼ੀ ਹੈ ਕਿ ਜੇ ਤੁਸੀਂ ਆਪਣੀ ਡਾਇਟ ਨੂੰ ਠੀਕ ਕਰਦੇ ਹੈਗੇ ਤਾਂ ਵਧੀਆ। ਪਰ ਜੇ ਤੁਸੀਂ ਕਹਿੰਦੇ ਵੀ ਮੈਂ ਮਤਲਬ ਠੀਕ ਵੀ ਹੋਣਾ ਆ ਪਰ ਮੈਂ ਇਲਾਜ ਵੀ ਕਰਵਾਉਣਾ ਆ, ਤੇ ਪਰ ਮੈਂ ਉਹ ਕੁਝ ਖਾਣਾ ਵੀ ਹੈ ਜੋ ਮੈਂ ਪਹਿਲਾਂ ਖਾ ਰਿਹਾ, ਉਸ ਕੇਸ 'ਚ ਉਹ ਈਜ਼ੀ ਨਹੀਂ ਰਹਿ ਜਾਂਦਾ।
ਉਹ ਕੰਪਲਿਕੇਟ ਕਰ ਦਿੰਦੇ ਆ ਡਾਕਟਰ ਵਾਸਤੇ ਵੀ, ਤੁਸੀਂ ਵੀ ਜਾਂ ਡਾਕਟਰ ਨੂੰ ਕੰਪਲਿਕੇਟ ਚ ਪਾ ਦਿੰਦੇ ਵੀ ਤੂੰ ਦਵਾਈ ਵੀ ਦਿੱਤੀ ਅਸਰ ਨਹੀਂ ਹੋ ਰਿਹਾ, ਦਿਸ ਐਂਡ ਦੈਟ ਸੋ ਐਂਡ ਸੋ ਬਸ। ਪਰ ਸਾਡੇ ਤਾਂ ਜਿਹੜੇ ਆ ਉਹ ਕਈ ਪੇਸ਼ੈਂਟਸ ਤਾਂ ਜਿਹੜੇ ਆ ਗੁਰਪਾਲ ਜੀ ਉਹ ਇਸ ਤਰੀਕੇ ਦੇ ਨਾਲ ਹੁੰਦਾ ਉਹਨਾਂ ਦੇ ਇੱਕ ਕਿ ਜੇ ਪਰਹੇਜ਼ ਦੱਸ ਦਿੱਤੇ ਆ ਤੇ ਹੁਣ ਸਾਨੂੰ ਇਹ ਵੀ ਦੱਸ ਦਿਓ ਕਿ ਅਸੀਂ ਕਿੰਨਾ ਕੁ ਚਿਰ ਪਰਹੇਜ਼ ਕਰਨੇ, ਕਿਉਂਕਿ ਉਹ ਮਤਲਬ ਇੰਨਾ ਕੁ ਉਹ ਖੁੱਬੇ ਹੁੰਦੇ ਆ ਉਸ ਡਾਇਟ ਦੇ ਵਿੱਚ ਕਿ ਉਹਨਾਂ ਨੂੰ ਲੱਗਦਾ ਕਿ ਮੈਂ ਬਸ ਆਹ 2-3 ਮਹੀਨੇ ਜਿੰਨਾ ਕੁ ਚਿਰ ਦਵਾਈ ਚੱਲਦੀ ਆ ਬਸ ਉਹਨਾਂ ਕੁ ਚਿਰ ਹੀ ਖਾਣਾ, ਉਹ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਮੈਂ ਫਿਰ ਉਹ ਕੁਛ ਹੀ ਆਪਣਾ ਖਾਣਾ, ਬਰਗਰ ਪੀਜ਼ੇ ਉੱਦਾਂ ਹੀ ਖਾਣੇ ਹੈਗੇ ਆ। ਤੇ ਉਹ ਫਿਰ ਮੁੜ ਕੇ ਥੋੜੇ ਚਿਰ ਬਾਅਦ ਉਹ ਫਿਰ ਗੱਲ ਉੱਥੇ ਆ ਜਾਂਦੀ, ਫਿਰ ਉਂਗਲ ਕਿਤੇ ਉੱਠਦੀ ਆ ਆਯੁਰਵੈਦਿਕ ਦਵਾਈਆਂ ਦੇ ਉੱਤੇ ਕਿ ਦੇਖੋ ਜੀ ਇਹਨਾਂ ਦਾ ਤੇ ਅਸਰ ਨਹੀਂ ਕੋਈ ਹੁੰਦਾ, ਅਸਰ ਹੁੰਦਾ ਹੀ ਨਹੀਂ ਕੋਈ, ਬਿਲਕੁਲ ਜਿੰਨਾ ਕੁ ਤਲ ਕੇ ਚੀਜ਼ਾਂ। ਜੀ 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 ਜੀ। ਔਰ ਇਹ ਨਾਰਮਲ ਡਾਇਲੋਗ ਹੈ ਕਿ ਜਿੰਨਾ ਕੁ ਚਿਰ ਦਵਾਈ ਜੀ ਖਾਈ ਦੀ ਹੈ ਬਸ ਉਹਨਾਂ ਕੁ ਚਿਰ ਹੀ ਇਲਾਜ ਉਹਦਾ ਅਸਰ ਹੁੰਦਾ, ਜਦੋਂ ਛੱਡਦੀ ਦਾ ਤੇ ਉਹ ਫਿਰ ਉਹ ਹੋ ਜਾਂਦਾ ਉਹ ਪ੍ਰੋਬਲਮ। ਦੂਜੇ ਲੋਕਾਂ ਨੂੰ ਵੀ ਰੂਬਲ ਸਾਹਿਬ, ਦੂਜੇ ਲੋਕਾਂ ਨੂੰ ਵੀ ਇਹ ਦੱਸਦੇ ਯਾਰ ਦਵਾਈ ਖਾਈ ਜਾਓ ਤਾਂ ਠੀਕ ਹੈ, ਜੇ ਨਹੀਂ ਦਾਣੀ ਦਵਾਈ ਛੱਡ ਦਿੰਦੇ ਆ ਤੇ ਕੋਈ ਅਸਰ ਹੋਣਾ ਬੰਦ ਹੋ ਜਾਂਦਾ। ਇਹ ਨਹੀਂ ਵਿੱਚੋਂ ਬੰਦਾ ਦੱਸਦਾ ਕਿ ਦਵਾਈ ਦੇ ਨਾਲ ਨਾਲ ਮੈਂ ਆਪਣੀ ਆਦਤਾਂ ਨਹੀਂ ਬਿਲਕੁਲ ਚੇਂਜ ਕੀਤੀਆਂ, ਜੇਕਰ ਆਦਤਾਂ ਚੇਂਜ ਕਰ ਲਓ ਦਵਾਈ ਦੀ ਲੋੜ ਹੀ ਨਹੀਂ ਪੈਣੀ ਤੁਹਾਨੂੰ ਬਿਲਕੁਲ ਹੀ। ਐਗਜ਼ੈਕਟਲੀ, ਔਰ ਇਹੋ ਹੀ ਸਾਡਾ ਮਕਸਦ ਹੁੰਦਾ ਆ ਕਿ ਅਸੀਂ ਜਿਹੜੀ ਦਵਾਈ ਦਾ ਪੋਰਸ਼ਨ ਹੈ ਉਹ ਇੱਕ ਟਾਈਮ ਬੀਇੰਗ ਦੇ ਵਾਸਤੇ ਜਿਹੜਾ ਉਹ ਕੀਤਾ ਜਾਂਦਾ ਹੈ, ਨਾ ਕਿ ਸਦਾ ਦੇ ਵਾਸਤੇ। ਤੁਹਾਨੂੰ 65 ਸਾਲ ਦੀ ਉਮਰ ਹੈ ਤੇ ਕਹਿੰਦੇ ਸਿਰ ਵਿੱਚ ਫੈਂਸਨੀਆਂ ਹੋ ਵੀ ਜਾਂਦੀਆਂ ਤੇ ਹਟ ਵੀ ਜਾਂਦੀਆਂ, 5 ਸਾਲ ਤੋਂ ਲਗਾਤਾਰ ਹੈ ਸ਼ੂਗਰ ਲੇਕਿਨ ਗੋਲੀਆਂ ਕਰਕੇ ਲੈਵਲ ਤੇ ਆ, ਤੇ ਇਹਦਾ ਟ੍ਰੀਟਮੈਂਟ ਥੋੜਾ ਦੱਸ ਦਿਓ। ਤੇ ਇੱਕ ਨਾਲ ਲੱਗਦਾ ਕੁਐਸਚਨ ਹੋਰ ਸੀ ਕਿ ਇਹਨਾਂ ਦੀ ਉਮਰ ਦੱਸੀ ਨਹੀਂ, ਇਹਨਾਂ ਦੀ ਉਮਰ ਵੀ 65 ਸਾਲ ਦੀ ਹੈ, ਮੇਲ ਨੇ ਵੀ, ਤੇ ਪਿਸ਼ਾਬ ਕਹਿੰਦੇ ਪੀਲਾ ਆਉਂਦਾ ਤੇ ਇਹਦੇ ਨਾਲ ਲੱਗਦਾ ਪਿਸ਼ਾਬ ਦੇ ਵਿੱਚੋਂ ਬਦਬੂ ਵੀ ਆਉਂਦੀ ਆ। ਇਹ ਦੋ ਵੱਖਰੇ ਕੁਐਸਚਨ ਨੇ। ਹਾਂਜੀ, ਕਿੰਨੀ ਉਮਰ 65 ਸਾਲ ਦੀ, ਦੋਨਾਂ ਦੀ 65 ਸਾਲ ਦੀ ਉਮਰ, ਦੋਨੇ ਮੇਲ ਨੇ। ਹਾਂ ਦੇਖੋ, ਜਿਹੜਾ ਪਿਸ਼ਾਬ ਪੀਲਾ ਆਉਣਾ ਹੈਗਾ ਉਹਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਬਾਡੀ ਦੇ ਅੰਦਰ ਪਾਣੀ ਜਿਹੜਾ ਉਹ ਨਹੀਂ ਪੀ ਰਹੇ ਇਨਫ ਮਾਤਰਾ ਦੇ ਵਿੱਚ, ਸੋ ਉਹਦੇ ਨਾਲ ਫਿਰ ਉਹ ਪਿਸ਼ਾਬ ਦੀ ਕੌਨਸਨਟ੍ਰੇਸ਼ਨ ਜਿਹੜਾ ਲੈਵਲ ਆ ਉਹ ਵੱਧ ਜਾਂਦਾ ਹੈ, ਜਿਹਦੇ ਕਰਕੇ ਪਿਸ਼ਾਬ ਕੌਨਸਨਟ੍ਰੇਟਡ ਹੁੰਦਾ। ਦੈਟਸ ਦਾ ਰੀਜ਼ਨ ਕਿ ਉਹਦੇ ਨਾਲ ਤੁਹਾਨੂੰ ਬਦਬੂ ਆਉਂਦੀ ਹੈਗੀ ਹੈ ਉਹਦੇ ਵਿੱਚ। ਸੋ ਪਾਣੀ ਜਿਹੜਾ ਹੈਗਾ ਤੁਹਾਨੂੰ ਜ਼ਿਆਦਾ ਪੀਣ ਦੀ ਜ਼ਰੂਰਤ ਹੈਗੀ ਹੈ, ਇਹਦਾ ਮਤਲਬ ਇਹ ਹੈ ਕਿ ਬਾਡੀ ਕਹਿ ਰਹੀ ਹੈ ਕਿ ਪਾਣੀ ਦੀ ਜ਼ਿਆਦਾ ਜ਼ਰੂਰਤ ਹੈਗੀ ਹੈ। ਸੋ ਸਿੰਪਲ ਪਾਣੀ ਜਿਹੜਾ ਹੈਗਾ ਤੁਸੀਂ ਉਹਨੂੰ ਜਦੋਂ ਜ਼ਿਆਦਾ ਪੀਓਗੇ ਉਹਦੇ ਨਾਲ ਤੁਹਾਡੀ ਇਹ ਪ੍ਰੋਬਲਮ ਜਿਹੜੀ ਉਹ ਠੀਕ ਹੋ ਜਾਣੀ ਹੈ। ਇਹ 'ਚ ਕੋਈ ਹੋਰ ਬਿਮਾਰੀ ਨਹੀਂ ਹੁੰਦੀ ਇਹ ਕਿਸੇ ਤਰ੍ਹਾਂ ਦੀ। ਪਾਣੀ ਪੀਓ, ਉਨਾ ਹੀ ਜਿਹੜਾ ਉਹ ਤੁਸੀਂ ਜਲਦੀ ਠੀਕ ਹੋਵੋਗੇ। ਪਹਿਲਾ ਜਿਹੜਾ ਕੁਐਸਚਨ ਸੀਗਾ, ਇਹਨਾਂ ਨੇ ਦੱਸਿਆ ਕਿ ਸ਼ੂਗਰ ਆ ਰਹੀ ਹੈਗੀ ਹੈ ਤੇ ਨਾਲ ਦੀ ਨਾਲ ਸਿਰ ਦੇ ਉੱਤੇ ਫਿੰਸੀਆਂ। ਦੇਖੋ, ਜਿਹੜੇ ਬੰਦੇ ਨੂੰ ਸ਼ੂਗਰ ਹੁੰਦੀ ਹੈਗੀ ਆ, ਭਾਵੇਂ ਕਿ ਉਹਨਾਂ ਦੇ ਲੈਵਲਸ ਨਾਰਮਲ ਰਹਿ ਰਹੇ ਆ, ਫਿਰ ਵੀ ਬਲੱਡ ਦੇ ਅੰਦਰ ਜਿਹੜਾ ਉਹ ਬੈਕਟੀਰੀਆ ਪੈਦਾ ਹੋ ਜਾਂਦਾ ਹੁੰਦਾ, ਜਿਹਦੇ ਕਰਕੇ ਬਲੱਡ ਗੰਦਾ ਹੋ ਜਾਂਦਾ। ਇਸੇ ਕਰਕੇ ਜਿਨ੍ਹਾਂ ਨੂੰ ਕ੍ਰੋਨਿਕ ਸ਼ੂਗਰ ਦੀ ਪ੍ਰੋਬਲਮ ਹੁੰਦੀ ਆ, ਉਹਨਾਂ ਨੂੰ ਸਕਿਨ ਦੀਆਂ ਪ੍ਰੋਬਲਮਸ ਜਿਹੜੀਆਂ ਉਹ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਹੁੰਦੇ ਆ। ਸੋ ਇਸ ਕੇਸ ਦੇ ਵਿੱਚ ਜੇ ਇਹਨਾਂ ਦੇ ਫਿੰਸੀਆਂ ਹੋ ਰਹੀਆਂ ਹੈਗੀਆਂ, ਚਾਹੇ ਉਹ ਸਿਰ ਦੇ ਵਿੱਚ ਆ, ਕਿਸੇ ਦੇ ਲੱਤਾਂ ਦੇ ਉੱਤੇ ਆ, ਕਿਸੇ ਦੇ ਕੁਛ, ਇਹਦੇ ਵਿੱਚ ਜਿਹੜੀ ਆ ਕਰੇਲਾ, ਜਾਮਨ ਤੇ ਗੁੜਮਾਰ, 3 ਚੀਜ਼ਾਂ ਜਿਹੜੀਆਂ ਹੈਗੀਆਂ ਆ, ਇਹਨਾਂ ਦਾ ਜੂਸ ਅਸੀਂ ਇੱਕ ਤਿਆਰ ਕੀਤਾ ਹੋਇਆ, ਉਹ ਇਸਤੇਮਾਲ ਕਰਨਾ ਚਾਹੀਦਾ। ਜੇ ਤੁਹਾਡੇ ਕੋਲ ਗੁੜਮਾਰ ਨਹੀਂ ਹੈ, ਕੱਲਾ ਕਰੇਲਾ ਜਾਮਨ ਹੀ ਜਿਹੜਾ ਇਸਤੇਮਾਲ ਕਰੋ। ਜੇ ਉਹ ਵੀ ਨਹੀਂ ਹੈਗਾ, ਕਿਉਂਕਿ ਕਈ ਕੇਸਿਸ ਦੇ ਵਿੱਚ ਅਸੀਂ ਉਹ ਕਰੇਲਾ ਜਾਮਨ ਦੇ ਜੂਸ ਗਰੋਸਰੀ ਸਟੋਰਾਂ 'ਤੇ ਬਹੁਤੀ ਵਾਰੀ ਪਏ ਦੇਖਦੇ ਹੈਗੇ ਆ, ਪਰ ਉਹ ਉਹਨਾਂ ਦੇ ਵਿੱਚ ਐਕਚੁਅਲੀ ਪਿਓਰ ਨਹੀਂ ਹੁੰਦਾ, ਉਹ ਸੈਂਟ ਜਿਹੇ ਪਾਏ ਹੁੰਦੇ ਆ ਜਾਂ ਉਹ ਫਲੇਵਰ ਪਾਏ ਹੁੰਦੇ ਆ, ਐਕਚੁਅਲੀ ਉਹ ਜੂਸ ਨਹੀਂ ਹੁੰਦੇ। ਸੋ ਜੇ ਉਹ ਨਹੀਂ ਹੈਗਾ ਤਾਂ ਐਟਲੀਸਟ ਕੱਲਾ ਹੀ ਤੁਸੀਂ ਕਰੇਲੇ ਨੂੰ ਆਪ ਹੀ, ਜੇ ਹੋਰ ਨਹੀਂ ਹੈਗਾ ਕੁਛ, ਤਾਂ ਇਕੱਲੇ ਕਰੇਲਿਆਂ ਨੂੰ ਜਿਹੜਾ ਆ ਉਹਨਾਂ ਨੂੰ ਰਗੜ ਕੇ ਉਹਨਾਂ ਨੂੰ ਕੱਪੜ ਛਾਣ ਕਰਕੇ ਉਹਨਾਂ ਦਾ ਆਪਣੇ ਤਰੀਕੇ ਦੇ ਨਾਲ ਜੂਸ ਕੱਢ ਕੇ ਜਿਹੜਾ ਹੈਗਾ ਉਹ ਤੁਸੀਂ ਪੀਣਾ ਸ਼ੁਰੂ ਕਰੋ। ਉਹਦੇ ਨਾਲ ਜਿਹੜਾ ਉਹ ਤੁਹਾਡੀ ਇਹ ਚੀਜ਼ ਜਿਹੜੀ ਉਹ ਠੀਕ ਹੋ ਜਾਏਗੀ। ਨਾਲ ਦੀ ਨਾਲ ਨਿੰਮ, ਕਿਉਂਕਿ ਨਿੰਮ ਵੀ ਜਿਹੜੀ ਹੈ ਉਹ ਬਲੱਡ ਨੂੰ ਸਾਫ਼ ਕਰਦੀ ਹੈਗੀ ਹੈ। ਸੋ ਰਿਮੈਂਬਰ, ਆਈਡੀਆ ਇਹ ਕਿ ਬਲੱਡ ਨੂੰ ਅਸੀਂ ਸਾਫ਼ ਕਰਨਾ, ਨਾ ਕਿ ਸਕਿਨ ਨੂੰ ਠੀਕ ਕਰਨਾ। ਜਦੋਂ ਬਲੱਡ ਸਾਫ਼ ਹੋ ਗਿਆ, ਸਕਿਨ ਆਪਣੇ ਆਪ ਹੀ ਇਹਨਾਂ ਦੀ ਠੀਕ ਹੋ ਜਾਣੀ। ਅੱਛਾ, ਕਰੇਲਿਆਂ ਦਾ ਜਿਹੜਾ ਫਾਰਮੂਲਾ ਤੁਸੀਂ ਦੱਸਿਆ ਜੀ, ਹਫ਼ਤੇ 'ਚ ਇੱਕ ਵਾਰੀ ਪੀ ਲਵੇ, 2 ਵਾਰੀ ਪੀ ਲਵੇ, ਜਾਂ ਐਵਰੀ ਡੇ ਵੀ ਪੀਤਾ ਜਾਵੇ, ਕੋਈ ਨੁਕਸਾਨ ਨਹੀਂ ਜਿੱਦਾਂ ਇਹਨਾਂ ਦੀ ਦੱਸੀ ਗਈ? ਨਹੀਂ, ਕੋਈ ਪ੍ਰੋਬਲਮ ਨਹੀਂ ਹੈਗੀ। ਤੁਸੀਂ ਐਵਰੀ ਡੇ ਉਨਾ ਚੱਕਰ ਪੀਣਾ ਜਿੰਨਾ ਚੱਕਰ ਇਹਨਾਂ ਦੇ ਠੀਕ ਨਹੀਂ ਹੋ ਜਾਂਦੇ ਹੈਗੇ। ਸੋ ਜੇ ਤੁਸੀਂ ਉਹਨੂੰ ਲੈਟਸ ਸੇ ਕਿ ਮਹੀਨਾ ਕੁ ਲਗਾਤਾਰ ਵੀ ਕਰ ਲੈਂਦੇ ਹੋ, ਸਟਿਲ ਫਾਈਨ, ਉਹ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੁੰਦੀ। ਜੇਕਰ ਕਿਸੇ ਸਧਾਰਨ ਵਿਅਕਤੀ ਨੇ ਪੀਣਾ ਹੋਵੇ ਕਰੇਲੇ ਦਾ ਜੂਸ, ਤਾਂ ਮਹੀਨੇ 'ਚ 1 ਵਾਰੀ, 2 ਵਾਰੀ, 3 ਵਾਰੀ, ਜਾਂ ਕਦੋਂ? ਨਹੀਂ, ਤੁਸੀਂ ਹਰ ਰੋਜ਼ ਲੈ ਸਕਦੇ ਹੋ ਉਹਨੂੰ। ਤੁਸੀਂ ਪੌਣਾ ਕੁ, ਮਤਲਬ ਅੱਧੇ ਤੋਂ ਅੱਧਾ ਗਲਾਸ ਜਿਹੜਾ ਹੈਗਾ ਐਜ਼ ਏ ਮੈਡੀਸਨ ਦੀ ਤੌਰ ਦੇ ਉੱਤੇ ਜਿਹੜਾ ਤੁਸੀਂ ਲੈਣਾ ਹੁੰਦਾ ਹੈ ਰੋਟੀ ਤੋਂ ਬਾਅਦ। ਖਾਲੀ ਪੇਟ ਨਹੀਂ ਕਦੇ ਵੀ ਇਹਦਾ ਕਰੇਲੇ ਦਾ ਲਈਦਾ ਜੂਸ, ਕਿਉਂਕਿ ਉਹ ਥੋੜ੍ਹੀ ਜਿਹੀ ਕੜੱਤਣ ਹੁੰਦੀ ਆ ਉਹਦੇ 'ਚ, ਅਤੇ ਉਹਦੇ ਨਾਲ ਫਿਰ ਉਹ ਕਈ ਵਾਰੀ
ਉਲਟੀ ਵਗੈਰਾ ਆਉਣ ਦੇ ਚਾਂਸਿਸ ਹੁੰਦੇ ਹੈਗੇ ਆ। ਸੋ ਖਾਲੀ ਪੇਟ ਨਹੀਂ, ਖਾਣ ਤੋਂ ਅਬਾਊਟ ਅੱਧਾ ਪੌਣਾ ਘੰਟਾ ਬਾਅਦ ਦੇ ਵਿੱਚ ਜਿਹੜਾ ਤੁਹਾਨੂੰ ਲੈਣਾ ਚਾਹੀਦਾ, ਅੱਧੇ ਤੋਂ ਅੱਧਾ ਗਲਾਸ। ਸੋ ਇਹ ਕਰਨ ਦੇ ਨਾਲ ਜਿਹੜਾ ਆ ਉਹ ਤੁਹਾਡੀ ਬੋਡੀ ਨਿੰਮ ਜੇ ਤੁਹਾਨੂੰ ਕਿਤੋਂ ਲੱਭ ਜਾਂਦੀ ਆ ਨਿੰਮ ਦੀਆਂ ਗਟੋਲੀਆਂ, ਉਹ ਵੀ ਜਿਹੜੀਆਂ ਤੁਸੀਂ ਉਹਦੇ ਵਿੱਚ ਉਹਨੂੰ ਕ੍ਰਸ਼ ਕਰਕੇ ਬਲੈਂਡ ਕਰ ਸਕਦੇ ਹੋ। ਪਹਿਲਾਂ ਜ਼ਮਾਨੇ ਦੇ ਵਿੱਚ ਨਿੰਮ ਦੀਆਂ ਗਟੋਲੀਆਂ ਦਾ ਪਾਣੀ ਜਿਹੜਾ ਸੀਗਾ ਉਹ ਲੋਕੀ ਬਹੁਤ ਪੀਂਦੇ ਸੀਗੇ ਸਿਆਲਾਂ ਦੇ ਸੌਰੀ ਜਦੋਂ ਬਾਰਿਸ਼ਾਂ ਦੇ ਮੌਸਮ ਆਉਂਦੇ ਹੁੰਦੇ ਬਾਰਿਸ਼ਾਂ 'ਚ ਉਦੋਂ ਖਾਰਸ਼ ਹੋਣ ਦਾ ਬਹੁਤ ਪ੍ਰਭਾਵ ਹੁੰਦਾ ਸੀ। ਹਾਂਜੀ, ਉਹ ਇਸੇ ਕਰਕੇ ਕਿਉਂਕਿ ਅਸੀਂ ਖਾਰਸ਼ ਜਦੋਂ ਮੀਂਹ ਪੈਣਾ ਤੇ ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ, ਪਕੌੜੇ ਤਲਦੇ ਹਨ। ਸੋ ਉਹ ਪ੍ਰੋਬਲਮ ਜਿਹੜੀ ਹੈਗੀ ਉਹ ਫਿਰ ਪਕੌੜੇ ਆ ਨਾਲ ਤੇ ਚਾਹ ਵੀ ਆ, ਚਾਹ 'ਚ ਮਿੱਠਾ ਆ। ਉਹ ਅਸੀਂ ਇੰਨੀਆਂ ਕੁ ਚੀਜ਼ਾਂ ਮਤਲਬ ਉਹ ਆਈ ਡੋਂਟ ਨੋ ਕਿੱਦਾਂ ਸ਼ੁਰੂ ਹੋਈਆਂ, ਮੈਨੂੰ ਤਾਂ ਅੱਜ ਤੱਕ ਨਹੀਂ ਪਤਾ ਲੱਗਾ ਕਿ ਉਹ ਸਵਾਦ ਬੜੀਆਂ ਲੱਗਦੀਆਂ ਰੂਬਲ ਸਾਹਿਬ। ਮੀਂਹ ਪੈ ਰਿਹਾ ਤੇ ਉਹਦੇ ਪਕੌੜੇ ਖਾਣ ਨਾਲ ਕੀ ਲੈਣਾ ਦੇਣਾ, ਪਰ ਉਹ ਹੈ ਕਿ ਉਹ ਹੁਣ ਦੇਖਿਆ ਨਾ ਸਵਾਦ ਲੱਗਦੀਆਂ, ਸਵਾਦ ਤਾਂ ਸਾਰੀਆਂ ਲੱਗਦੀਆਂ, ਕੀਤਾ ਕੀ ਜਾਵੇ ਫਿਰ। ਪਰ ਉਹਦੇ ਨਾਲ ਪਕੌੜੇ ਹੋਣ, ਪਾਲਕ ਦੇ ਪਕੌੜੇ ਹੋਣ, ਗੋਭੀ ਦੇ ਹੋਣ, ਤੇ ਜਾਂ ਫਿਰ ਤਾਜ਼ੇ ਨਿਕਲਦੇ ਹੋਣ, ਸਮੈਲ ਆਉਂਦੀ ਵੀ, ਚਾਹ ਦਾ ਕੱਪ ਭਾਫਾ ਮਾਰਦਾ ਹੋਵੇ, ਕੌਣ ਨਾ ਕਰੂਗਾ, ਕੋਈ ਵੀ ਨਾ ਕਰੂਗਾ ਫਿਰ। ਆਈ ਥਿੰਕ ਉਹ ਗੱਲ ਉਹੀ ਹੈ ਕਿਉਂਕਿ ਇੰਡੀਆ ਦੇ ਵਿੱਚ ਜਦੋਂ ਮਾੜਾ ਜਿਹਾ ਮੀਂਹ ਪੈਂਦਾ ਤੇ ਲੋਕੀ ਸਾਰੇ ਕੰਮ ਕਾਰ ਛੱਡ ਦਿੰਦੇ ਆ, ਘਰੇ ਬਹਿ ਜਾਂਦੇ ਆ। ਤੇ ਉਹ ਜਦੋਂ ਘਰੇ ਬਹਿਣਾ ਤੇ ਉਹਦੇ ਲਈ ਹੁਣ ਕੁਛ ਨਾ ਕੁਛ ਤਾਂ ਕਰਨ ਦੀ ਜ਼ਰੂਰਤ ਹੁੰਦੀ ਹੈ ਸਵਾਣੀਆਂ ਵਾਸਤੇ। ਤੇ ਉਹ ਹੁਣ ਪਕੌੜੇ ਉੱਦਾਂ ਜੇ ਕੱਢੋ ਤੇ ਉਹਨੂੰ ਟਾਈਮ ਬਹੁਤ ਲੱਗਦਾ ਹੈਗਾ, ਕਿਹੜਾ ਇੰਨਾ ਕਰੇ। ਤੇ ਉਹ ਫਿਰ ਜਦੋਂ ਘਰੇ ਰਹਿਣਾ ਤੇ ਫਿਰ ਉਹ ਕਹਿੰਦੇ ਹੁਣੇ ਚਲੋ ਹੁਣ ਆਰੇ ਲੱਗੀਆਂ ਤੇ ਏਦਾਂ ਹੀ ਲੱਗੇ ਰਹੋ। ਮੈਨੂੰ ਲੱਗਦਾ ਸ਼ਾਇਦ ਉਸ ਕਰਕੇ ਏਦਾਂ ਹੀ ਚੱਲਦਾ ਆ ਰਿਹਾ। ਕੱਲ ਵੀ ਬਣੇ ਹੋਣੇ ਕਈ ਘਰਾਂ ਦੇ ਵਿੱਚ, ਤੇ ਹੁਣ ਤਾਂ ਦੀਵਾਲੀ ਤੱਕ ਤਾਂ ਚੱਲ ਕਿਉਂਕਿ ਫੈਸਟੀਵਲ ਦਾ ਤਾਂ ਬਹਾਨਾ ਹੀ ਹੁੰਦਾ। ਆਲੇ ਦੁਆਲੇ ਦਿਨਾਂ ਵਿੱਚ ਵੈਸੇ ਵੀ ਨਿਕਲਦੇ ਰਹਿੰਦੇ, ਜਾਂ ਕਿਸੇ ਦੇ ਘਰ ਆਉਣਾ, ਚਲੋ ਪਕੌੜੇ ਬਣਾ ਲੈਂਦੇ, ਬਾਹਰੋਂ ਕੀ ਮੰਗਵਾਉਣਾ। ਤੇ ਰੂਬਲ ਸਾਹਿਬ ਇਹਦੇ ਨਾਲ ਲੱਗਦਾ ਇੱਕ ਕੁਐਸਚਨ ਹੋ ਰਿਹਾ, ਤੇ ਉਹ ਆਪਾਂ 2 ਕੁਐਸਚਨ ਲੈ ਲਈਏ ਕਿਉਂਕਿ ਸਮਾਂ ਵੀ ਆਪਣਾ ਭੱਜਦਾ ਜਾਂਦਾ। 42 ਸਾਲ ਦੇ ਨੇ, ਫੀਮੇਲ ਨੇ, ਇਹ ਹੈਗਾ ਕਹਿੰਦੇ ਹੈਵ ਏ ਫਾਈਬਰੋਇਡ, ਇਹ ਕੀ ਚੀਜ਼ ਹੁੰਦੀ ਹੈ, ਇਹਦਾ ਟ੍ਰੀਟਮੈਂਟ ਦੇਸੀ ਕਹਿੰਦੇ। ਹਾਂਜੀ ਫਾਈਬਰੋਇਡ, ਸੌਰੀ ਕਿੰਨੀ ਉਮਰ ਦੱਸੀ ਉਹਨਾਂ ਨੇ? 42 ਸਾਲ ਦੇ, 42। ਹਾਂਜੀ, ਫੀਮੇਲ। ਹਾਂਜੀ। ਸੋ ਜਿਹੜੀ ਫਾਈਬਰੋਇਡਸ ਹੁੰਦੇ ਹੈਗੇ ਆ, ਇਹ ਇੱਕ ਰੇਸ਼ੇਦਾਰ ਚੀਜ਼ ਹੁੰਦੀ ਹੈਗੀ ਆ। ਜਿੱਦਾਂ ਜੇ ਸਾਡੇ ਸਕਿਨ ਦੇ ਉੱਤੇ ਗੁਰਪਾਲ ਜੀ ਕਿਤੇ ਸੱਟ ਲੱਗ ਜਾਵੇ, ਹੈ ਨਾ, ਕੋਈ ਕੱਟ ਲੱਗ ਜਾਵੇ, ਤੇ ਉਹ ਕੱਟ ਜਿਹੜਾ ਆ ਜਦੋਂ ਉਹ ਠੀਕ ਹੋ ਜਾਂਦਾ ਆ, ਪਰ ਉੱਥੇ ਫਿਰ ਵੀ ਉਹ ਲਕੀਰ ਜੀ ਰਹਿ ਜਾਂਦੀ ਹੈ। ਜਿਹੜੀ ਉਹ ਲਕੀਰ ਰਹਿ ਜਾਂਦੀ ਹੈਗੀ ਆ, ਉਹ ਸਾਡਾ ਸੇਮ ਸੈੱਲ ਨਹੀਂ ਹੁੰਦੇ, ਸਾਡੀ ਬੋਡੀ ਦੇ, ਸਾਡੀ ਸਕਿਨ ਦੇ ਸੇਮ ਸੈੱਲ ਨਹੀਂ ਹੁੰਦੇ, ਇਹ ਡਿਫਰੈਂਟ ਸੈੱਲ ਹੁੰਦੇ ਆ, ਜਿਨ੍ਹਾਂ ਨੇ ਕਿ ਉਹਨੂੰ ਆਪਾਂ ਸਕਾਰ ਟਿਸ਼ੂ ਕਹਿੰਦੇ ਆ, ਸਕਾਰ ਟਿਸ਼ੂ ਫਾਰਮੇਸ਼ਨ। ਹੁਣ ਉਹ ਜਿਹੜੀ ਬਾਹਰ ਸਕਾਰ ਟਿਸ਼ੂ ਫਾਰਮੇਸ਼ਨ ਆ, ਉਹ ਸੇਮ ਸੈੱਲ ਨਹੀਂ ਹੁੰਦੇ। ਇਸੇ ਕਰਕੇ ਉਹ ਜਿਹੜੀ ਸਕਾਰ ਟਿਸ਼ੂ ਹੈ, ਉਹਦੇ ਉੱਤੇ ਕਦੀ ਵੀ ਤੁਹਾਡੇ ਵਾਲ ਨਹੀਂ ਆਏਗਾ, ਉਹ ਨਾ ਹੀ ਉਹਦੇ ਵਿੱਚੋਂ ਕਦੀ ਪਸੀਨਾ ਬਾਹਰ ਆਉਂਦਾ, ਕਿਉਂਕਿ ਉਹ ਹੈ ਹੀ ਡਿਫਰੈਂਟ ਸੈੱਲ ਆ। ਉਹ ਬੋਡੀ ਵੱਲੋਂ ਯੂਜ਼ ਕੀਤੇ ਜਾਂਦੇ ਆ ਪੈਚ ਕਰਨ ਵਾਸਤੇ ਹੁਣ ਸਾਡੀ ਸਕਿਨ ਦੇ। ਹੁਣ ਉਹ ਸਿਮਿਲਰ ਸਿਚੁਏਸ਼ਨ ਜਿਹੜੀ ਹੈ ਸਾਡੀ ਬੋਡੀ ਦੇ ਅੰਦਰ ਵੀ ਹੁੰਦੀ ਹੈਗੀ ਆ। ਜਦੋਂ ਸਕਾਰ ਟਿਸ਼ੂ ਫਾਰਮੇਸ਼ਨ ਸਾਡੀ ਬੋਡੀ ਦੇ ਅੰਦਰ ਚਲੇ ਜਾਂਦੀ ਹੈਗੀ ਆ, ਤੇ ਉਹ ਇੱਕ ਬੇਸਿਕਲੀ ਇੱਕ ਫਾਈਬਰੋਇਡਸ ਹੈ। ਸੋ ਉਹ ਫਾਈਬਰੋਇਡਸ ਜਿਹੜੇ ਹੈਗੇ ਆ, ਉਹ ਇਸੇ ਤਰੀਕੇ ਦੇ ਹੁੰਦੇ ਆ, ਲੰਬੇ ਹੁੰਦੇ ਹੈਗੇ ਆ, ਨੂਡਲਸ ਦੀ ਤਰ੍ਹਾਂ। ਈਵਨ ਕਿ ਤੁਸੀਂ ਫੀਲ ਵੀ ਕਰ ਸਕਦੇ ਹੋ ਸਟਮਕ ਦੇ ਉੱਤੇ, ਜਦੋਂ ਦਬਾ ਕੇ ਕਰਨਾ ਹੁੰਦਾ ਹੈਗਾ, ਤਾਂ ਉਹ ਤੋਂ ਪਤਾ ਲੱਗ ਜਾਂਦਾ ਕਿ ਇਸਦੇ ਅੰਦਰ ਫਾਈਬਰੋਇਡਸ ਹੈਗੇ ਆ। ਸੋ ਯੂਟਰਸ ਦੇ ਅੰਦਰ ਹੋ ਸਕਦੇ ਆ, ਬਾਹਰ ਹੋ ਸਕਦੇ ਆ। ਕਈ ਕੇਸਿਸ ਦੇ ਵਿੱਚ ਉਹ ਇੰਨੇ ਕੁ ਜ਼ਿਆਦਾ ਹੁੰਦੇ ਆ ਫਾਈਬਰੋਇਡਸ ਕਿ ਉਹ ਐਕਸੈਸਿਵ ਬਲੀਡਿੰਗ ਆਉਣੀ ਸ਼ੁਰੂ ਹੋ ਜਾਂਦੀ ਆ ਮੰਥਲੀ, ਜਦੋਂ ਸ਼ੁਰੂ ਹੁੰਦੀ ਹੈਗੀ ਆ ਲੇਡੀਜ਼ ਦੇ ਵਿੱਚ। ਤੇ ਉਹਦੇ ਨਾਲ ਫਿਰ ਉਹ 10-10, 15-15 ਦਿਨ ਕਈ ਵਾਰੀ ਬਲੀਡਿੰਗ ਜਿਹੜੀ ਉਹ ਇੰਨੀ ਕੁ ਚੱਲ ਜਾਂਦੀ ਆ ਕਿ ਉਹ ਆਪਣੀ ਬਲੱਡ ਕਈ ਵਾਰੀ ਚੜਾਉਣਾ ਪੈ ਜਾਂਦਾ, ਬੇਹੋਸ਼ ਜਿਹੜੇ ਉਹ ਪੇਸ਼ੈਂਟ ਕਈ ਵਾਰੀ ਹੋ ਸਕਦੇ ਆ। ਸੋ ਜੇ ਉਹ ਜ਼ਿਆਦਾ ਵੱਡੇ ਲੈਵਲ ਦੇ ਉੱਤੇ ਹੋ ਰਹੇ ਹੈਗੇ ਆ, ਦੈਨ ਬੈਟਰ ਇਹ ਹੁੰਦਾ ਹੈਗਾ ਹੈ ਕਿ ਉੱਥੇ ਹਿਸਟਰੈਕਟਮੀ ਕਰਵਾ ਲੈਣੀ ਚਾਹੀਦੀ ਹੈ। ਮਤਲਬ ਕਿ ਉਹ ਪੁਰਜੇ ਜਿਹੜੇ ਹੈਗੇ ਉਹ ਕਢਾ ਲੈਣੇ ਚਾਹੀਦੇ, ਸਰਜਰੀ ਜਿਹੜੀ ਉਹ ਕਰਵਾ ਲੈਣੀ ਚਾਹੀਦੀ ਜੇ ਜ਼ਿਆਦਾ ਵਧੇ ਹੋਏ ਹੈਗੇ ਆ। ਹੁਣ ਜੇ ਹੈਗਾ ਆ ਕਿ ਤੁਹਾਡੇ ਅਜੇ ਤੁਹਾਡੀ ਉਮਰ ਘੱਟ ਹੈਗੀ ਆ, ਆਬਵੀਅਸਲੀ ਜੇ ਤੁਸੀਂ ਯੂਟਰਸ ਘਟਾਓਗੇ ਉਹਦੇ ਨਾਲ ਅੱਗੋਂ ਆਪਾਂ ਬੱਚੇ ਨਹੀਂ ਕਰ ਸਕਦੇ, ਹੈ ਨਾ। ਜੀ। ਸੋ ਜੇ ਮਤਲਬ ਉਹ ਤੋਂ ਉਮਰ ਘੱਟ ਹੈਗੀ ਆ, ਤੇ ਫਿਰ ਉਸ ਕੇਸ ਦੇ ਵਿੱਚ ਡੈਫੀਨੇਟਲੀ ਆਯੁਰਵੈਦਿਕ ਟ੍ਰੀਟਮੈਂਟ ਜਿਹੜਾ ਉਹ ਇਸਤੇਮਾਲ ਕੀਤਾ ਜਾ ਸਕਦਾ ਹੈ। ਉਹਦੇ ਵਿੱਚ ਥੈਰੇਪੀਜ਼ ਨਾਲ ਕੀਤੀਆਂ ਜਾਂਦੀਆਂ ਹੁੰਦੀਆਂ ਸਟਮਕ ਦੀਆਂ। ਆਯੁਰਵੈਦਿਕ ਕਈ ਤਰ੍ਹਾਂ ਦੀਆਂ ਥੈਰੇਪੀਜ਼ ਹੁੰਦੀਆਂ। ਇਸ ਕੇਸ ਦੇ ਵਿੱਚ ਕਪਿੰਗ ਥੈਰੇਪੀ ਜਿਹੜੀ ਉਹ ਬਹੁਤ ਵਧੀਆ ਇਸਤੇਮਾਲ ਕੀਤੀ ਜਾਂਦੀ ਹੈ। ਉਹਦੇ ਮਕਸਦ ਕੀ ਹੁੰਦਾ ਕਿ ਉਹ ਵੈਕਿਊਮ ਕ੍ਰੀਏਟ ਕੀਤਾ ਜਾਂਦਾ ਢਿੱਡ ਦੇ ਵਿੱਚ, ਜਿਹਦੇ ਨਾਲ ਕਿ ਉਹ ਜਿਹੜੇ ਫਾਈਬਰੋਇਡਸ ਆ ਉਹ ਬ੍ਰੇਕ ਕੀਤੇ ਜਾਂਦੇ ਆ, ਬ੍ਰੇਕ ਕਰਕੇ ਫਿਰ ਉਹਨਾਂ ਨੂੰ ਫਲਸ਼ ਆਊਟ ਕੀਤਾ ਜਾਂਦਾ।
ਬਟ ਜੇ ਉਹ ਬਹੁਤ ਜ਼ਿਆਦਾ ਬਣੇ ਹੋਏ ਆ ਫਿਰ ਉਹ ਥੈਰੇਪੀਜ਼ ਕਈ ਵਾਰੀ ਵਰਕ ਨਹੀਂ ਕਰ ਰਹੀਆਂ ਹੁੰਦੀਆਂ। ਉਹ ਅਸੀਂ ਪਹਿਲਾਂ ਹੀ ਐਕਚੁਅਲੀ ਅਸੈਸਮੈਂਟ ਦੇ ਵਿੱਚ ਹੀ ਪਤਾ ਕਰ ਲਈਦਾ ਕਿ ਇਹਦੇ ਨਾਲ ਇਹ ਮਤਲਬ ਕੇਸ ਜਿਹੜਾ ਆ ਇਹ ਥੈਰੇਪੀ ਜਾਂ ਦਵਾਈ ਦੇ ਨਾਲ ਠੀਕ ਹੋ ਸਕਦਾ ਜਾਂ ਨਹੀਂ। ਜੇ ਉਹ ਜ਼ਿਆਦਾ ਵਧੇ ਹੋਏ ਹੈਗੇ ਆ ਦੈਨ ਅਸੀਂ ਆਪ ਹੀ ਕਹਿ ਦਈਦਾ ਕਿ ਭਾਈ ਪਹਿਲਾਂ ਸਰਜਰੀ ਹੀ ਕਰਵਾ ਲਓ, ਉਹ ਜ਼ਿਆਦਾ ਬੈਟਰ ਰਹੇਗਾ, ਹੈ ਨਾ। ਸੋ ਉਹ ਜੀ ਜੀ। ਹਰ ਇੰਡੀਵਿਜੂਅਲ ਪੇਸ਼ੈਂਟ ਦੇ ਉੱਤੇ ਜਿਹੜਾ ਉਹ ਡਿਪੈਂਡ ਕਰਦਾ ਕਿ ਉਹ ਕਿਸ ਸਟੇਜ ਦੇ ਵਿੱਚ ਜਿਹੜੇ ਉਹ ਪਹੁੰਚੇ ਹੋਏ ਆ। ਜੇ ਉਹ ਇਨੀਸ਼ੀਅਲ ਸਟੇਜ ਦੇ ਵਿੱਚ ਆ, ਥੋੜੇ ਫਾਈਬਰੋਇਡਸ ਆ, ਉਹਦੇ ਵਿੱਚ ਜਿਹੜੀ ਉਹ ਆਯੁਰਵੈਦਿਕ ਟ੍ਰੀਟਮੈਂਟ ਡੈਫੀਨੇਟਲੀ ਕਾਰਗਰ ਸਾਬਤ ਹੁੰਦਾ। ਬਹੁਤ ਪੇਸ਼ੈਂਟ ਜਿਹੜੇ ਉਹ ਠੀਕ ਹੋਏ ਆ। ਪਰ ਜੇ ਉਹ ਜ਼ਿਆਦਾ ਐਡਵਾਂਸ ਸਟੇਜ ਦੇ ਵਿੱਚ ਆ ਫਿਰ ਉਹ ਅਸੀਂ ਕੇਸ ਮਤਲਬ ਅਸੀਂ ਉਹ ਸ਼ੁਰੂ ਹੀ ਨਹੀਂ ਕਰੀ ਦੀ ਦਵਾਈ, ਫਿਰ ਅਸੀਂ ਇਹ ਵੀ ਕਹਿ ਦਈਦਾ ਕਿ ਤੁਸੀਂ ਬੈਟਰ ਹੈ ਕਿ ਤੁਸੀਂ ਉਹਦੀ ਸਰਜਰੀ ਕਰਾ ਲਓ। ਸੋ ਡਿਪੈਂਡਿੰਗ ਔਨ ਕਿ ਕੇਸ ਹਾਲਾਤ ਦੇ ਵਿੱਚ ਉਹਦੇ ਹਿਸਾਬ ਦੇ ਨਾਲ ਇਹਦਾ ਇਲਾਜ ਕੀਤਾ ਜਾਂਦਾ। ਤੇ ਅਖੀਰ ਵਿੱਚ ਆਪਣਾ ਸ਼ਾਰਟ ਵਿੱਚ ਇਹ ਰੱਖਾਂਗੇ, ਅਗਲੇ ਹਫ਼ਤੇ ਵੀ ਦੀ ਪੂਰੀ ਡਿਟੇਲ ਕਰਾਂਗੇ। ਪੈਰਾਂ ਦੀਆਂ ਤਲੀਆਂ ਦੇ ਵਿੱਚੋਂ ਜਿਹੜਾ ਸੀਕ ਨਿਕਲਣਾ, ਸੀਕ ਤੋਂ ਪਹਿਲਾਂ ਦੱਸਦੀ ਕਿ ਜੇਕਰ ਦੇਖੋ ਗੁਰਪਾਲ ਜੀ, ਡਿਪੈਂਡਿੰਗ ਔਨ ਕਿ ਕਿਸ ਉਮਰ ਕੇਸ ਦੇ ਹਿਸਾਬ ਦੇ ਨਾਲ ਆ ਜਾਂ ਉਹਨਾਂ ਨੂੰ ਹੋਰ ਕਿਹੜੀਆਂ ਪ੍ਰੋਬਲਮਸ ਲੱਗ ਰਹੀਆਂ। ਸਪੈਸ਼ਲੀ ਜਿਹੜੀ ਹੈ ਜੇ ਸ਼ੂਗਰ ਦੀ ਪ੍ਰੋਬਲਮ ਆ ਉਹਦੇ ਵਿੱਚ ਬੜੀ ਕਾਮਨ ਪ੍ਰੋਬਲਮ ਹੁੰਦੀ ਹੈ ਤਲੀਆਂ ਦੇ ਵਿੱਚੋਂ ਸੇਕ ਨਿਕਲਣਾ। ਜਾਂ ਜੇ ਤੁਹਾਡਾ ਜਿਹੜਾ ਕੰਮ ਹੈਗਾ ਆ ਉਹ ਇਸ ਤਰੀਕੇ ਦਾ ਹੈ ਕਿ ਤੁਸੀਂ ਜ਼ਿਆਦਾਤਰ ਖੜੇ ਰਹਿੰਦੇ ਹੈਗੇ, ਉਹਦੇ ਨਾਲ ਪਲੈਂਟਰ ਫੈਸੀਆਈਟਿਸ ਹੋ ਸਕਦਾ, ਉਹਦੇ ਨਾਲ ਵੀ ਤਲੀਆਂ ਦੇ ਵਿੱਚ ਜਿਹੜਾ ਉਹ ਸੇਕ ਨਿਕਲਦਾ। ਸੋ ਜੇ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਹੈਗੀਆਂ ਤਾਂ ਉਹਦੇ ਵਿੱਚ ਬੈਸਟ ਇਹੀ ਹੁੰਦਾ ਆ ਕਿ ਚੰਗੀ ਤਰ੍ਹਾਂ ਉਹਨਾਂ ਨੂੰ ਅਸੈਸ ਕੀਤਾ ਜਾਵੇ ਕਿ ਐਕਚੁਅਲੀ ਪ੍ਰੋਬਲਮ ਅੰਡਰਲਾਈਨ ਕੀ ਹੈ। ਐਂਡ ਇਟ ਕੁਡ ਬੀ ਕਿ ਹਾਂ ਸਾਰਾ ਕੁਝ ਠੀਕ ਹੈਗਾ ਆ, ਸਿੰਪਲ ਵੀਕਨੈਸ ਆ ਰਹੀ ਹੈਗੀ ਆ, ਵੀਕਨੈਸ ਦੇ ਨਾਲ ਵੀ ਤਲੀਆਂ ਦੇ ਵਿੱਚ ਜਿਹੜਾ ਉਹ ਸੇਕ ਨਿਕਲਦਾ। ਆਮ ਕਰਕੇ ਅਸੀਂ ਕਹੀਦਾ ਕਿ ਠੰਡੇ ਤੇ ਗਰਮ ਪਾਣੀ ਦੀ ਟਕੋਰ ਕਰਨੀ। ਸੋ 2 ਬਾਲਟੀਆਂ ਲੈ ਲੈਣੀਆਂ, ਇੱਕ ਦੇ ਵਿੱਚ ਠੰਡਾ ਪਾਣੀ ਜਿਹੜਾ ਉਹਦੇ ਵਿੱਚ ਆਈਸ ਕਿਊਬ ਪਾਉਣੇ ਆ, ਜਿਹੜਾ ਗਰਮ ਪਾਣੀ ਹੈਗਾ ਟੂਟੀ ਵਾਲਾ ਆਪਣਾ ਜਿਹੜਾ ਆਮ ਹੁੰਦਾ ਹੈਗਾ, ਗਰਮ ਪਾਣੀ ਦੇ ਵਿੱਚ ਉਹ 'ਚ ਪਾਣੀ ਸਾਲਟ ਪਾਉਣਾ। ਸੋ 30 ਸੈਕਿੰਡ ਜਿਹੜੇ ਆ ਉਹ ਦੋਨੋਂ ਪੈਰ ਜਿਹੜੇ ਪਹਿਲਾਂ ਗਰਮ ਪਾਣੀ 'ਚ ਡੋਬਣੇ ਤੇ ਫਿਰ ਰਾਈਟ ਵੇ ਕੱਢ ਕੇ ਜਿਹੜਾ ਉਹਨੂੰ ਠੰਡੇ ਪਾਣੀ ਦੇ ਵਿੱਚ ਰੱਖਣਾ 30 ਸੈਕਿੰਡ ਲਈ। ਸੋ ਇਦਾਂ ਹੀ ਮੁੜ ਕੇ ਫਿਰ ਕੱਢ ਕੇ ਫਿਰ ਗਰਮ ਫਿਰ ਠੰਡਾ। ਸੋ ਇਹ ਲਗਾਤਾਰ ਜਿਹੜਾ ਤੁਸੀਂ ਇਹਨੂੰ 10 ਕੁ ਮਿੰਟ ਜਿਹੜਾ ਉਹ ਲਗਾਤਾਰ ਕਰਨਾ ਆ। ਇਹ ਕਰਨ ਦੇ ਨਾਲ ਪੰਪਿੰਗ ਮੈਕੈਨਿਜ਼ਮ ਜਿਹੜਾ ਉਹ ਸਾਡੀ ਬੋਡੀ 'ਚ ਹੁੰਦਾ। ਜਦੋਂ ਅਸੀਂ ਗਰਮ ਪਾਣੀ 'ਚ ਪੈਰ ਰੱਖਾਂਗੇ ਤੇ ਸਾਡੀ ਸਕਿਨ ਜਿਹੜੀ ਐਕਸਪੈਂਡ ਹੁੰਦੀ ਹੈ, ਜਦੋਂ ਅਸੀਂ ਉਹਨੂੰ ਠੰਡੇ ਪਾਣੀ 'ਚ ਕਰਾਂਗੇ ਤੇ ਉਹਨੇ ਸ਼ਰਿੰਕ ਹੋਣਾ। ਸੋ ਉਹ ਐਕਸਪੈਂਸ਼ਨ ਤੇ ਸ਼ਰਿੰਕੇਜ ਜਿਹੜੀ ਆ ਇੱਕ ਪੰਪਿੰਗ ਮੈਕੈਨਿਜ਼ਮ ਬਣਾਉਂਦੀ ਹੈਗੀ ਸਾਡੀ ਬੋਡੀ ਦੇ ਵਿੱਚ, ਤੇ ਉਹਦੇ ਨਾਲ ਜਿਹੜੀ ਇਨਫਲਾਮੇਸ਼ਨ ਹੁੰਦੀ ਆ ਜਿਹੜੀ ਐਕਿਊਮੂਲੇਟ ਹੋਈ ਉਹ ਉੱਥੋਂ ਫਲਸ਼ ਆਊਟ ਹੋ ਜਾਂਦੀ ਆ, ਉਹ ਹਾਰਟ ਵੱਲ ਨੂੰ ਚਲੇ ਜਾਂਦੀ ਆ ਤੇ ਉਹਦੇ ਨਾਲ ਤੁਹਾਡੀ ਜਿਹੜੀ ਆ ਇਹ ਪਲੈਂਟਰ ਫੈਸੀਆਈਟਿਸ ਦੀ ਪ੍ਰੋਬਲਮ ਜਾਂ ਜਿਹੜੀ ਸੇਕ ਜਿਹੜਾ ਨਿਕਲ ਰਿਹਾ ਆ ਇਹ ਪ੍ਰੋਬਲਮ ਠੀਕ ਹੋ ਜਾਂਦੀ ਹੈ। ਜੇ ਵੀਕਨੈਸ ਆ ਰਹੀ ਹੈਗੀ ਹੈ ਤਾਂ ਫਿਰ ਉਹ ਵੀਕਨੈਸ ਦੇ ਵਾਸਤੇ ਜਿਹੜੀ ਆ ਉਹ ਕਈ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਉਹ ਦਿੱਤੀਆਂ ਜਾ ਸਕਦੀਆਂ। ਇੱਕ ਦਿਮਾਗ ਦੇ ਵਿੱਚ ਆ ਰਹੀ ਹੈ ਐਕਸ਼ਨ 3 ਨਟ 3, ਇਹ ਅਸੀਂ ਗੋਲੀ ਤਿਆਰ ਕੀਤੀ ਹੈ ਜਿਹੜੀ ਕਿ ਵੀਕਨੈਸ ਦੇ ਵਾਸਤੇ। ਇਹਦੇ ਵਿੱਚ ਸਫੈਦ ਮੂਸਲੀ ਆ। ਸਫੈਦ ਮੂਸਲੀ ਜਿਹੜੀ ਆ ਇਹ ਸਰੀਰਕ ਤਾਕਤ ਦਿੰਦੀ ਹੈਗੀ ਹੈ, ਵੈਸੇ ਵੀ ਮੇਲ ਹੈਲਥ ਦੇ ਵਾਸਤੇ ਚੰਗੀ ਆ, ਫੀਮੇਲਸ ਵੀ ਯੂਜ਼ ਕਰ ਸਕਦੀਆਂ। ਸੋ ਦੋਨੋਂ ਕੇਸਿਸ ਦੇ ਵਿੱਚ ਜਿਹੜੀ ਆ ਉਹ ਜਿਹੜੀ ਸਫੈਦ ਮੂਸਲੀ ਜਿਹੜੀ ਆ ਇਹ ਇਸਤੇਮਾਲ ਕੀਤੀ ਜਾ ਸਕਦੀ ਆ। ਗੁਰਪਾਲ ਜੀ ਟਾਈਮ ਜਿਹੜਾ ਆ ਉਹ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਹੋਰ ਅਸੀਂ ਅੱਗੇ ਫਰਦਰ ਗੱਲਬਾਤ ਕਰੀਏ। ਗੱਲਾਂ-ਬਾਤਾਂ ਦਾ ਸਿਲਸਿਲਾ ਅਸੀਂ ਇਸੇ ਤਰੀਕੇ ਹੀ ਅਗਲੇ ਵੀਕ ਵੀ ਜਾਰੀ ਰੱਖਾਂਗੇ। ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਕੁਐਸਚਨ ਜਿਹੜਾ ਰਹਿ ਗਿਆ ਹੋਵੇ ਤਾਂ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਸਾਡੇ ਕਲੀਨਿਕ ਦੇ ਵਿੱਚ 905 874 3333 ਤੇ 9058743333 ਤੇ। ਟੋਰਾਂਟੋ ਸਮੇਂ ਦੇ ਅਨੁਸਾਰ 9 ਵਜੇ ਤੋਂ ਲੈ ਕੇ 5 ਵਜੇ ਤੱਕ ਅਸੀਂ ਖੁੱਲ੍ਹਦੇ ਹਾਂ। ਗੱਲਾਂ ਬਾਤਾਂ ਦਾ ਸਿਲਸਿਲਾ ਅਸੀਂ ਇਸੇ ਤਰੀਕੇ ਹੀ ਅਗਲੇ ਵੀਕ ਵੀ ਜਾਰੀ ਰੱਖਾਂਗੇ। ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਸਾਡੇ ਨਾਲ ਰੂਬਲ ਸਾਹਿਬ 905